ਵਾਲਿਓ ਹੱਕਾਂ ਦੀ ਪੇਟ ਉੱਤੇ ਤੁਹਾਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆ ਥੋੜੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਇੱਕ ਦੋ ਪਿਆਰ ਦੇ ਹੰਝੂ ਬਹਾਣ ਲੱਗਿਆ ਤੁਹਾਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ ਮੁੱਢ ਬੰਨਿਆ ਤੁਸੀਂ ਕਹਾਣੀਆਂ ਦਾ ਸੌ ਖਾਂਦੇ ਹਾਂ ਅਸੀਂ ਜਵਾਨੀਆਂ ਦੀ ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਦਾ ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ ਤੇ ਬਲਦੀ ਚਿਖਾ ਹੁਣ ਠੰਡੀ ਨਾ ਹੋਣ ਦੇਣੀ ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ ਲਹਿਰ ਹੱਕਾਂ ਦੀ ਰੰਡੀ ਨਾ ਹੋਣ ਦੇਣੀ ਖੇਡਣ ਜਾਣ ਦੇ ਹੜਾਂ ਦੀ ਹਿੱਕ ਅੰਦਰ ਤੇ ਸਿਰੀ ਜ਼ੁਲਮ ਦੀ ਝੰਡੀ ਨਾ ਹੋਣ ਦੇਣੀ ਸਾਮਰਾਜ ਦੀ ਮੰਡੀ ਜੇ ਹਿੰਦ ਬਣਿਆ ਤਾਂ ਇਹ ਲੋਕਾਂ ਦੀ ਮੰਡੀ ਨਾ ਹੋਣ ਦੇਣੀ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ ਦੋਸਤੋ ਮੈਂ ਯਾਨੀ ਅਨੂ ਔਰ ਮੇਰੇ ਨਾਲ ਭਾਰਤੀ ਜੀ ਅਸੀਂ ਦੋਵੇਂ ਹੀ ਤੁਹਾਡੇ ਲਈ ਇਸ ਸਾਲ ਦਾ ਪਹਿਲਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅੱਜ ਦਿਨ ਸੋਮਵਾਰ 4 ਜਨਵਰੀ 2021 ਹੈ ਔਰ ਸਾਡਾ ਔਰ ਤੁਹਾਡਾ ਸਾਥ ਰਹੇਗਾ ਸ਼ਾਮ 6:30 ਵਜੇ ਤੱਕ ਜਿਹੜੇ ਇੱਥੇ ਸਾਡੇ ਸਾਥੀ ਲੋਕਲ ਨੇ ਆਕਲੈਂਡ ਵਿੱਚ ਉਹ ਸਾਨੂੰ ਲਾਈਵ ਰੇਡੀਓ ਜਿਹੜਾ ਕਿ ਸਾਡਾ ਟ੍ਰੈਡੀਸ਼ਨਲ ਰੇਡੀਓ ਹੁੰਦਾ ਉਹਦੇ ਤੇ ਵੀ ਸੁਣ ਸਕਦੇ ਨੇ ਫ੍ਰੀਕੁਐਂਸੀ ਹੈ 104.6 FM ਔਰ ਜਿਹੜੇ ਸਾਡੇ ਸਰੋਤੇ ਆਕਲੈਂਡ ਤੋਂ ਬਾਹਰ ਨੇ ਜਾਂ ਨਿਊਜ਼ੀਲੈਂਡ ਤੋਂ ਬਾਹਰ ਨੇ ਉਹ ਪਲੈਨਟ ਜਿਹੜਾ ਰੇਡੀਓ ਉਹਦੀ ਵੈਬਸਾਈਟ ਤੇ ਸੁਣ ਸਕਦੇ ਨੇ ਜਾਂ ਬਾਅਦ ਵਿੱਚ ਅਸੀਂ ਪ੍ਰੋਗਰਾਮ ਜਿਹੜਾ ਉਹਨੂੰ ਜਿਹੜੇ ਸਾਡੇ ਯੂਜੂਅਲ ਮਾਧਿਅਮ ਨੇ ਫੇਸਬੁੱਕ ਹੈ YouTube ਚੈਨਲ ਹੈ ਰੇਡੀਓ ਇਨਕਲਾਬ ਦੇ ਨਾਮ ਤੋਂ ਉੱਥੇ ਵੀ ਤੁਸੀਂ ਸਾਡੇ ਪ੍ਰੋਗਰਾਮ ਦੇਖ ਸਕਦੇ ਹੋ ਸੁਣ ਸਕਦੇ ਹੋ ਔਰ ਅੱਜ ਦਾ ਵੈਸੇ ਭਾਰਤੀ ਜੀ ਮੈਨੂੰ ਕੋਈ ਫਰਕ ਨਹੀਂ ਲੱਗਦਾ ਕਿ ਨਵਾਂ ਸਾਲ ਆ ਜਾਂ ਪਹਿਲਾ ਆ ਹਾਂ ਉਹ ਖੁਸ਼ੀ ਹੈ ਹਰ ਸਾਲ ਹੀ ਵੈਸੇ ਇਸ ਤਰ੍ਹਾਂ ਹੀ ਮਹਿਸੂਸ ਹੁੰਦਾ ਸਾਨੂੰ ਕਾਫੀ ਲੋਕ ਜਿਹੜੇ ਵਧਾਈਆਂ ਵੀ ਦਿੰਦੇ ਨੇ ਨਵੇਂ ਸਾਲ ਦੀਆਂ ਹੈਪੀ ਨਿਊ ਈਅਰ ਵਗੈਰਾ ਵਗੈਰਾ ਉਹ ਮੈਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਕਿ ਉਹ ਜ਼ਿੰਦਗੀ ਜਿਹੜੀ ਹੈ ਆਪਣੀ ਰਫ਼ਤਾਰ ਆਪਣੀ ਚੱਲੀ ਜਾ ਰਹੀ ਹੈ ਔਰ ਸਾਡਾ ਜਿਹੜਾ ਕੰਮ ਹੈ ਉਹ ਵੀ ਅਸੀਂ ਜਿਹੜੀ ਤਰਜ਼ ਤੇ ਕਰਦੇ ਹਾਂ ਅਸੀਂ ਉਹ ਕਰਦੇ ਜਾਂਦੇ ਹਾਂ ਵੈਸੇ ਵੀ ਜੀ ਪਿਛਲੇ 2-3 ਮਹੀਨਿਆਂ ਦੇ ਉੱਪਰ ਅਸੀਂ ਤੇ ਸੁੱਤੇ ਜਾਗਦੇ ਜੋ ਹਾਂ ਇੱਕੋ ਹੀ ਸੋਚ ਜਿਹੜਾ ਸੰਘਰਸ਼ ਚੱਲ ਰਿਹਾ ਹੈ ਕਿਸਾਨਾਂ ਦਾ ਮਾਈਗ੍ਰੈਂਟਸ ਦਾ ਵੀ ਸਾਡੇ ਇੱਥੇ ਜਿਹੜੀ ਮਸਲਾ ਹੈ ਹਾਂਜੀ ਹਾਂ ਬਿਲਕੁਲ ਤੋ ਅੱਜ ਦੇ ਪ੍ਰੋਗਰਾਮ 'ਚ ਵੀ ਸਾਡੇ ਇਹੋ ਹੀ ਦੋ ਟੌਪਿਕ ਰਹਿਣਗੇ ਕਿਸਾਨੀ ਅੰਦੋਲਨ ਤੇ ਗੱਲਬਾਤ ਕਰਾਂਗੇ ਔਰ ਪੰਜਾਬ ਭਾਰਤ ਤੋਂ ਸਾਡੇ ਜਿਹੜੇ ਅੱਜ ਬੁਲਾਰੇ ਹੋਣਗੇ ਉਹ ਨੇ ਸਾਥੀ ਸੌਦਾਗਰ ਸਿੰਘ ਕੁਡਾਣੀ ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਰਗਰਮ ਮੈਂਬਰ ਨੇ ਉਹਨਾਂ ਨਾਲ ਅਸੀਂ ਜਲਦ ਹੀ ਰਾਬਤਾ ਕਰਾਂਗੇ ਔਰ ਸਾਡੇ ਕਾਫੀ ਬਜ਼ੁਰਗ ਸਾਥੀ ਨੇ ਮੇਰਾ ਖਿਆਲ ਹੈ ਔਰ ਇਹਨਾਂ ਤੇ ਬਹੁਤ ਜ਼ਿਆਦਾ ਮਿਹਨਤ ਹੈ ਇਹਨਾਂ ਦੀ ਬਹੁਤ ਕੱਲਾ ਇਹ ਆਪਣਾ ਦਿੱਲੀ ਵਾਲਾ ਸੰਘਰਸ਼ ਨਹੀਂ ਮੈਂ ਬਹੁਤ ਸਮੇਂ ਤੋਂ ਇਹਨਾਂ ਨੂੰ ਵੇਖਦਾ ਆ ਰਿਹਾ ਔਰ ਇਹ ਬਜ਼ੁਰਗ ਸਾਥੀ ਅਣਥੱਕ ਵਰਕਰ ਨੇ ਜੀ ਅਣਥੱਕ ਸੋ ਇਸ ਕਰਕੇ ਮੈਂ ਚਾਹਿਆ ਕਿ ਅਸੀਂ ਲੀਡਰਸ਼ਿਪ ਨਾਲ ਗੱਲਬਾਤ ਕਰਦੇ ਰਹਿੰਦੇ ਹਾਂ ਪਰ ਇਹ ਜਿਹੜਾ ਅਸਲ ਦੇ ਵਿੱਚ ਕੇਡਰ ਹੈ ਜਿਹੜਾ ਉਹਨਾਂ ਨਾਲ ਉਹਨਾਂ ਹੀ ਇੰਪੋਰਟੈਂਟ ਰੋਲ ਹੈ ਉਹਨਾਂ ਦਾ ਇਫ ਨਾਟ ਮੋਰ ਆਗੂਆਂ ਨਾਲੋਂ ਤੋ ਇਹ ਸਾਡੇ ਮਹਿਮਾਨ ਹੋਣਗੇ ਉਸ ਤੋਂ ਬਾਅਦ ਜਿਹੜਾ ਇੱਥੇ ਸਾਡੀਆਂ ਜਿਹੜੀਆਂ ਛੋਟੀਆਂ ਕੋਸ਼ਿਸ਼ਾਂ ਨੇ ਸੋਲੀਡੈਰਿਟੀ ਪ੍ਰੋਟੈਸਟ ਜਾਂ ਹਿਮਾਇਤ ਹੈ ਜਿਹੜੀ ਕਿਸਾਨੀ ਅੰਦੋਲਨ ਦੀ ਉਹਦੇ ਤੇ ਵੀ ਥੋੜ੍ਹੀ ਵਿਚਾਰ ਕਰਾਂਗੇ ਬੀਤੇ ਕੱਲ ਅਸੀਂ ਫਿਰ ਜਿਹੜਾ ਇੱਥੇ ਓਨੀਹੰਗਾ 'ਚ ਭਾਰਤੀ ਹਾਈ ਕਮਿਸ਼ਨ ਦੀ ਬ੍ਰਾਂਚ ਹੈ ਉੱਥੇ ਸੀਗੇ ਔਰ ਕਾਫੀ ਸਾਰੇ ਲੋਕ ਸਾਡੇ ਨਾਲ ਆਏ ਪਰਿਵਾਰ ਆਏ ਬੱਚੇ ਆਏ ਤੋ ਉਹ ਵੀ ਵਿਚਾਰ ਕਰਾਂਗੇ ਕਿਉਂਕਿ
ਹਰ ਐਤਵਾਰ ਜਦੋਂ ਤੱਕ ਸਾਡੇ ਕਿਸਾਨ ਉੱਥੇ ਬਰਕਰਾਰ ਨੇ ਦਿੱਲੀ ਬਾਰਡਰਾਂ ਤੇ, ਉਦੋਂ ਤੱਕ ਅਸੀਂ ਵੀ ਹਰ ਐਤਵਾਰ ਉੱਥੇ ਜਾਂਦੇ ਰਵਾਂਗੇ। ਸੋ ਹਾਂ, ਉਸ ਤੋਂ ਬਾਅਦ ਜਿਹੜਾ ਅਗਲਾ ਸਾਡਾ ਟੌਪਿਕ ਹੈ ਮਾਈਗ੍ਰੈਂਟਸ, ਜਿਹੜੇ ਨਿਊਜ਼ੀਲੈਂਡ ਦੇ ਪ੍ਰਵਾਸੀ ਕਾਮੇ ਨੇ, ਜਿਹੜੇ ਇੱਥੇ ਨੇ, ਜਿਹੜੇ ਆਫਸ਼ੋਰ ਫਸ ਚੁੱਕੇ ਨੇ। ਉਹ ਬਹੁਤ ਸਾਲਾਂ ਤੋਂ ਹੀ ਅਸੀਂ ਉਹਨਾਂ ਦੇ ਹੱਕ 'ਚ ਕੰਮ ਤੇ ਕਰਦੇ ਆ ਰਹੇ ਹਾਂ, ਪਰ ਪਿਛਲੇ ਕੁਛ ਮਹੀਨਿਆਂ 'ਚ ਕਰੋਨਾ ਕਰਕੇ ਜੋ ਕੁਛ ਦਿੱਕਤਾਂ ਆਈਆਂ ਨੇ, ਔਰ ਉਹਨਾਂ ਵਾਸਤੇ ਕੀ ਕੁਝ ਕੰਮ ਕੀਤਾ ਗਿਆ, ਔਰ ਆਉਣ ਵਾਲੇ ਸਮੇਂ 'ਚ ਕੀ ਪਲੈਨਡ ਹੈ, ਇਸ ਕਿਸਮ ਦੀ ਗੱਲਬਾਤ ਰਹੇਗੀ। ਤੋ ਹੁਣ ਅਸੀਂ ਇੱਕ ਗੀਤ ਤੁਹਾਡੀ ਨਜ਼ਰ ਕਰਕੇ ਸਾਥੀ ਸੁਦਾਗਰ ਸਿੰਘ ਘੁਡਾਣੀ ਹੋਰਾਂ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ। ਤੋ ਗੀਤ ਹੈ ਜਿਹੜਾ ਜੀ, ਇਹ ਸਾਥੀ ਜੈਮਲ ਸਿੰਘ ਪੱਡਾ ਦਾ ਲਿਖਿਆ ਹੋਇਆ ਔਰ ਗਾਇਆ ਹੈ ਭਾਜੀ ਗੁਰਸ਼ਰਨ ਸਿੰਘ, ਜਿਹੜੇ ਨਾਟਕਕਾਰ ਸਨ, ਉਹਨਾਂ ਦੀ ਨਾਟਕ ਟੀਮ ਦਾ, ਸਿਦਕ ਸਾਡੇ ਨੇ ਕਦੇ ਮਰਨਾ ਨਹੀਂ। ਸਿਦਕ ਸਾਡੇ ਨੇ ਕਦੇ ਮਰਨਾ ਨਹੀਂ, ਸੱਚ ਦੇ ਸੰਗਰਾਮ ਨੇ ਹਰਨਾ ਨਹੀਂ। ਸਿਦਕ ਸਾਡੇ ਨੇਕ ਮਰਨਾ ਨਹੀਂ, ਸੱਚ ਦੇ ਸੰਗਰਾਮ ਨੇ ਹਰਨਾ ਨਹੀਂ। ਕਤਲ ਹੋਣਾ ਨਹੀਂ ਪਵਿੱਤਰ ਸੋਚ ਨੇ, ਕਤਲ ਹੋਣਾ ਨਹੀਂ ਪਵਿੱਤਰ ਸੋਚ ਨੇ, ਕਤਲ ਹੋਣਾ ਨਹੀਂ ਪਵਿੱਤਰ ਸੋਚ ਨੇ। ਉੜਦਾ ਬੇੜਾ ਕਦੇ ਤਰਨਾ ਨਹੀਂ, ਸੱਚ ਦੇ ਸੰਗਰਾਮ ਨੇ ਹਰਨਾ ਨਹੀਂ। ਹੁਸਨ ਦੇ ਪੈਰਾਂ 'ਚ ਪਾਵੇ ਬੇੜੀਆਂ, ਹੁਸਨ ਦੇ। ਦੋਸਤੋ, ਸਾਡੇ ਨਾਲ ਪੰਜਾਬ ਭਾਰਤ ਤੋਂ ਫੋਨ ਤੇ ਇਸ ਵਕਤ ਸਾਥੀ ਸੁਦਾਗਰ ਸਿੰਘ ਘੁਡਾਣੀ ਹੋ ਗਏ ਨੇ। ਸਭ ਤੋਂ ਪਹਿਲਾਂ ਤਾਂ ਗੁਸਤਾਖੀ ਦੀ ਮਾਫੀ ਚਾਹੁੰਦੇ ਹਾਂ ਕਿ ਅਸੀਂ ਉਹਨਾਂ ਦੇ ਜਥੇਬੰਦੀ 'ਚ ਜੋ ਉਹਨਾਂ ਦੀ ਰਿਸਪੋਂਸੀਬਿਲਿਟੀ ਹੈ ਉਹਦੇ ਤੋਂ ਜਾਣੂ ਨਹੀਂ ਸੀ। ਸੋ ਉਹ ਅਸੀਂ ਹੁਣ ਕਲੀਅਰ ਕਰ ਦਈਏ ਕਿ ਸਾਥੀ ਜੀ ਇੱਕ ਤਾਂ ਸੂਬਾ ਕਮੇਟੀ ਦੇ ਮੈਂਬਰ ਨੇ, ਸਟੇਟ ਲੈਵਲ ਦੀ ਜਿਹੜੀ ਕਮੇਟੀ ਹੈ ਉਗਰਾਹਾਂ ਦੀ, ਉਹਦੇ ਮੈਂਬਰ ਨੇ, ਔਰ ਦੂਸਰਾ ਸਕੱਤਰ ਨੇ ਜ਼ਿਲ੍ਹਾ ਲੁਧਿਆਣਾ ਦੇ। ਸੋ ਕਾਫੀ ਸੀਨੀਅਰ ਪੋਜੀਸ਼ਨ ਉਹਨਾਂ ਦੀ, ਰਿਸਪੋਂਸੀਬਿਲਿਟੀ ਵਾਲੀ ਪੋਜੀਸ਼ਨ ਹੈ। ਸੋ ਇੱਕ ਵਾਰ ਫਿਰ ਅਸੀਂ ਮੁਆਫੀ ਚਾਹੁੰਦੇ ਹਾਂ ਕਿ ਅਸੀਂ ਉਹਨਾਂ ਦੀ ਜਿਹੜੀ ਭੂਮਿਕਾ ਜਾਂ ਇੰਟਰੋਡਕਸ਼ਨ ਹੈ ਉਹ ਸਹੀ ਨਹੀਂ ਕਰਵਾਈ। ਤਾਂ ਉਹ ਅਸੀਂ ਕਲੀਅਰ ਕਰ ਦਿੱਤੀ ਗੱਲ। ਤਾਂ ਅਸੀਂ ਸੁਦਾਗਰ ਸਿੰਘ ਘੁਡਾਣੀ ਹੋਰਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਨੇ। ਸਾਥੀ ਜੀ, ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਾਥੀ ਜੀ। ਤਾਂ ਸਾਥੀ ਜੀ, ਮੈਂ ਪਹਿਲਾਂ ਗੱਲ ਕਰ ਰਿਹਾ ਸੀਗਾ ਤੁਹਾਡੀ ਇੰਟਰੋਡਕਸ਼ਨ ਦੇ ਵਿੱਚ ਕਿ ਇਕੱਲਾ ਇਹ ਦਿੱਲੀ ਵਾਲਾ ਸੰਘਰਸ਼ ਨਹੀਂ, ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਤੇ ਬਹੁਤ ਚਿਰਾਂ ਤੋਂ ਮੈਂ ਦੇਖਦਾ ਆ ਰਿਹਾ, ਤੁਸੀਂ ਇਸ ਜਥੇਬੰਦੀ ਦੇ ਬਹੁਤ ਹੀ ਅਣਥੱਕ ਜਿਹੜੇ ਤੁਸੀਂ ਵਰਕਰ ਔਰ ਬਹੁਤ ਹੀ ਮਿਹਨਤ ਨਾਲ, ਸ਼ਿੱਦਤ ਨਾਲ ਤੁਸੀਂ ਇਸ ਜਥੇਬੰਦੀ ਦੇ ਵਿੱਚ ਕੰਮ ਕਰਦੇ ਹੋ। ਮੈਂ ਚਾਹੂੰਗਾ ਸਾਥੀ ਜੀ, ਸਭ ਤੋਂ ਪਹਿਲਾਂ ਸਰੋਤਿਆਂ ਨੂੰ ਤੁਸੀਂ ਥੋੜ੍ਹਾ ਜਿਹਾ ਆਪਣੇ ਬਾਰੇ ਦੱਸੋ। ਤੁਸੀਂ ਮੇਰੇ ਖਿਆਲ ਪਿੰਡ ਤੇ ਘੁੰਡਾਣੀ ਹੈ, ਤੁਸੀਂ ਕਦੋਂ ਜਥੇਬੰਦੀ ਦੇ ਵਿੱਚ ਆਏ, ਇਹਨਾਂ ਸੰਘਰਸ਼ਾਂ ਦੇ ਵਿੱਚ ਆਏ? ਅਸੀਂ ਤਾਂ ਜੀ ਵੈਸੇ ਜਦੋਂ ਲੱਖੋਵਾਲ ਤੋਂ ਵੱਖ ਹੋਏ ਸੀ ਤੇ ਆਪਣੇ ਸੌਰਾ ਸਿੰਘ ਸਿੱਧੂਪੁਰ ਇਹ ਵੱਖ ਹੋ ਕੇ ਜਥੇਬੰਦੀ ਬਣਾਈ ਸੀ ਤੇ ਉਹਨਾਂ ਦਾ ਫਤਿਹਗੜ੍ਹ ਸਾਹਿਬ ਇਜਲਾਸ ਹੋਇਆ ਸੀ। ਅਸੀਂ ਉਸ ਵੇਲੇ ਫਿਰ ਇਹਦੇ ਵਿੱਚ ਸ਼ਮੂਲੀਅਤ ਕੀਤੀ ਹੁੰਦੀ ਸੀ 1999 ਚ। ਠੀਕ ਹੈ ਜੀ, ਠੀਕ ਹੈ ਜੀ। ਹਾਂਜੀ 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 ਹਾਂ, ਠੀਕ। ਤੇ ਉਸ ਤੋਂ ਬਾਅਦ ਫਿਰ ਅਸੀਂ ਸਿੱਧੂਪੁਰ ਦੇ ਵਿੱਚ ਕੰਮ ਕਰਦੇ ਰਹੇ ਤੇ ਸਿੱਧੂਪੁਰ ਦੇ ਨਾਲ ਫਿਰ ਉਹ ਸਾਡੇ ਵਿਚਾਰਧਾਰਕ ਵਖਰੇਵੇਂ ਹੋ ਗਏ। ਉਹ ਫਿਰ ਸਿਆਸੀ ਪਾਰਟੀਆਂ ਦੇ ਨਾਲ ਥੋੜਾ ਮੋਟਾ ਕਰਨ ਲੱਗੇ ਤੇ ਜੋ ਸਾਡਾ ਸੰਘਰਸ਼ ਚੱਲ ਰਿਹਾ ਸੀ, ਜਿਵੇਂ ਜੇਤੂ ਤੇ ਘੋੜ ਵਾਲਾ ਚੱਲ ਰਿਹਾ ਸੀ, ਕਿਰਾਏ ਵਾਲਾ,
ਤੇ ਉਹਦੇ ਦਰਮਿਆਨ ਸਾਡੇ 2 ਆਪਣੇ ਨੌਜਵਾਨ ਸ਼ਹੀਦ ਹੋ ਗਏ ਸੀ ਉਸ ਵਿੱਚ ਗੋਲੀ ਕਾਂਡ ਦੇ ਵਿੱਚ। ਤੇ ਉਹ ਫਿਰ ਸਾਡਾ ਲਗਾਤਾਰ ਵਿਰੋਧ ਕਰਦਾ ਰਿਹਾ, ਇਹ ਤਾਂ ਬੰਦੇ ਬਰਬਾਦ ਵਾਲੀ ਚੀਜ਼ ਹੈ ਨਾ, ਜੇ ਹੋਆ ਤੇ ਸਾਡੇ ਸਾਥੀਆਂ ਨੂੰ ਕੱਢਣ ਲੱਗ ਗਿਆ ਜਾਬਤਾ ਕਾਰਵਾਈ ਕਰਕੇ, ਐਂ ਕਰਕੇ ਆਪਣੀ ਆਪ ਉਦਮੀਆਂ ਕਰਕੇ। ਫਿਰ ਉਸ ਤੋਂ ਬਾਅਦ ਆਪਣੀ ਭਾਰਤੀ ਕਿਸਾਨ ਯੂਨੀਅਨ ਏਕਤਾ ਵਰਾਹਾਂ ਵੱਖਰੀ ਹੋਈ ਤੇ ਫਿਰ ਅਸੀਂ ਉਹਦੇ ਵਿੱਚ ਲਗਾਤਾਰ ਕੰਮ ਕਰਦੇ ਆ ਰਹੇ ਹਾਂ। ਬਹੁਤ ਵਧੀਆ ਸਾਥੀ ਜੀ, ਬਹੁਤ ਵਧੀਆ। ਤਾਂ ਸਾਥੀ ਜੀ ਬਾਕੀ ਵਿਸ਼ਿਆਂ ਜਾਣ ਤੋਂ ਪਹਿਲਾਂ ਜਿਹੜੀ ਅੱਜ ਕਿਉਂਕਿ 4 ਤਰੀਕ ਹੈ, ਅੱਜ ਵੀ ਮੀਟਿੰਗ ਦਾ ਸੱਦਾ ਹੈ ਆ, ਪਹਿਲਾਂ ਇਸ ਵਿਸ਼ੇ 'ਤੇ ਗੱਲਬਾਤ ਕਰ ਲਾਂਗੇ ਬਾਕੀ ਵਿਸ਼ਿਆਂ 'ਤੇ ਜਾਣ ਤੋਂ ਪਹਿਲਾਂ ਕਿ ਮੀਟਿੰਗ ਸ਼ੁਰੂ ਹੋ ਚੁੱਕੀ ਆ ਹਜੇ ਤੱਕ ਜਾਂ ਕੀ ਚੱਲ ਰਿਹਾ ਹੈ? ਮੀਟਿੰਗ ਹੋਊਗੀ ਐਸੇ ਵੇਲੇ ਤਾਂ ਅਜੇ ਟਾਈਮ ਤਕਰੀਬਨ 9:30 ਵਜੇ ਆ ਤੇ ਮੀਟਿੰਗ 2 ਵਜੇ ਸ਼ੁਰੂ ਹੋਣੀ ਹੈ ਜੀ। 2 ਵਜੇ ਸ਼ੁਰੂ ਹੋਣੀ ਹੈ, ਠੀਕ ਹੈ ਜੀ, ਠੀਕ ਹੈ। 2 ਵਜੇ ਸ਼ੁਰੂ ਹੋ ਕੇ ਇਹ ਫਿਰ ਕਿੰਨਾ ਚਿਰ ਜਾਂਦੀ ਆ ਕਿੰਨਾ ਚਿਰ ਨਹੀਂ ਜਾਂਦੀ ਤਾਂ ਉੱਥੇ ਜਾ ਕੇ ਪਤਾ ਲੱਗੂਗਾ ਜੀ। ਜੀ ਜੀ ਜੀ। ਸਾਥੀ ਜੀ ਤੁਹਾਨੂੰ ਕੀ, ਕਿਉਂਕਿ ਉਗਰਾਹਾਂ ਜੀ ਤੇ ਹਰ ਇੱਕ ਮੀਟਿੰਗ ਦੇ ਆਉਣ ਤੋਂ ਪਹਿਲਾਂ ਇਹੀ ਕਹਿੰਦੇ ਹੁੰਦੇ ਆ ਵੀ ਇਹ ਸਾਨੂੰ ਜਾਪਦਾ ਵੀ ਇਹ ਮੀਟਿੰਗ ਬੇਸਿੱਟਾ ਹੀ ਨਿਕਲੀਆਂ, ਪਰ ਜਿਸ ਤਰੀਕੇ ਦੇ ਨਾਲ 30 ਤਰੀਕ ਵਾਲੀ ਮੀਟਿੰਗ ਦੇ ਵਿੱਚ ਥੋੜਾ ਜਿਹਾ ਉਹਨਾਂ ਨੇ ਆਪਣਾ ਰੁਖ ਦਿਖਾਇਆ, ਪੋਜ਼ਿਟਿਵ ਵਾਲਾ ਰੁਖ ਦਿਖਾਇਆ, ਕੀ ਤੁਹਾਨੂੰ ਲੱਗਦਾ ਕਿ ਅੱਜ ਦੇ ਸਿੱਟੇ ਕੀ ਨਿਕਲ ਸਕਦੇ ਨੇ? ਦੇਖੋ ਜੀ, ਜਿਹੜੀ 30 ਤਰੀਕ ਵਾਲੀ ਮੀਟਿੰਗ ਕੀਤੀ ਆ ਉਹਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਬਾਅਦ ਜਿਹੜਾ ਉਹ ਡੈਡਲਾਕ ਆ ਉਹ ਟੁੱਟਿਆ ਸੀ ਜੀ। ਡੈਡਲਾਕ ਡਾਇਲਾਗ ਵੱਲ ਆਇਆ ਤੇ ਜੋ ਡਾਇਲਾਗ ਵੱਲ ਵੀ ਆਇਆ ਉਹਦੇ ਆਪਣਾ ਉਹ ਸਰਕਾਰ ਦਾ ਜਿਹੜਾ ਪਹਿਲਾ ਰਵੱਈਆ ਸੀ ਉਹਦੇ ਨਾਲੋਂ ਬਹੁਤ ਨਰਮ ਤੇ ਥੋੜੀ ਮੋਟੀ ਗੱਲ ਕਰਨ ਵਾਲਾ ਰਾਓ ਦੇ ਵਿੱਚ ਉਹ ਜਿਹੜਾ ਮੀਟਿੰਗ ਹੋਈ ਆ, ਉਹ ਮੀਟਿੰਗ ਦੇ ਵਿੱਚ ਉਹ ਗੱਲ ਆਪਾਂ ਨੂੰ ਉਹਨਾਂ ਨੇ ਹਾਂ ਪੱਖੀ ਭਰੋਸਾ ਦਿੱਤਾ, ਪਰ ਉਹਦੇ ਵਿੱਚ ਕੋਈ ਹਜੇ ਕੱਢਣ ਪਾਉਣ ਨੂੰ ਕੁਛ ਨਹੀਂ ਹੈ। ਉਹ ਵੀ ਉਹਨਾਂ ਬਾਰੇ ਕੀਤਾ ਜਿਹੜੀਆਂ ਹੈਗੀਆਂ ਪਿਛਲੀਆਂ ਮੰਗਾਂ ਨੇ, ਜਿਹੜੀਆਂ ਸਾਡੀਆਂ ਦੇ ਕੋਈ ਅੱਗੇ ਕੋਈ ਖਾਸ ਨਹੀਂ ਹੈ, ਜਿਵੇਂ ਬਿਜਲੀ ਦੇ ਬਿੱਲਾਂ ਵਾਲੀ ਹੋ ਗਈ, ਪਰਾਲੀ ਦਾ ਮਸਲਾ ਵਾਲਾ ਹੋ ਗਿਆ, ਤੇ ਹਾਂ ਉਦੋਂ ਬਾਅਦ ਜਿਹੜੇ 3 ਕਾਲੇ ਕਾਨੂੰਨ ਨੇ, ਜਿਹੜੇ ਆ ਖੇਤੀ ਖੇਤਰ ਵਾਲੇ ਕਾਨੂੰਨ ਨੇ ਜਾਂ MSP ਵਾਲਾ ਜਾਂ ਹੋਰ ਅਸੀਂ ਰੱਦ ਕੀਤੀ ਆ, ਉਹਨਾਂ ਬਾਰੇ ਸਾਨੂੰ ਕੋਈ ਉਹਨਾਂ ਨੇ ਪੁੱਛ ਨਹੀਂ ਪੜਾਈ ਹੈ ਹਾਲੇ ਤੱਕ। ਉਹ ਕਹਿੰਦੇ ਆ ਜਿਹੜੇ ਬਿਜਲੀ ਦੇ ਬਿੱਲ ਹੈ, ਬਿਜਲੀ ਦੇ ਬਿੱਲ ਦੇ ਵਿੱਚ ਵੀ ਉਹ ਸਾਨੂੰ ਸੋਧਾ ਕਰਨ ਨੂੰ ਕਹਿੰਦੇ ਆ, ਵਾਪਸ ਲੈਣ ਨੂੰ ਉਹਦੇ ਨਾਲ ਗੱਲ ਵੀ ਨਹੀਂ ਹੋਈ ਹਲੇ। ਉਹ ਕਹਿੰਦੇ ਆ ਵੀ ਜਿਹੜੇ ਕਿਸਾਨਾਂ ਨੂੰ ਸਬਸਿਡੀ ਆ ਉਹ ਅਸੀਂ ਜਾਰੀ ਰੱਖਾਂਗੇ। ਜੇ ਕਿਸਾਨਾਂ ਨੂੰ ਸਬਸਿਡੀ ਕੱਲੀ ਜਾਰੀ ਰੱਖਦੇ ਆ ਤਾਂ ਉਹਦੇ ਵਿੱਚ ਜਿਹੜਾ ਪ੍ਰਾਈਵੇਟੇਸ਼ਨ ਹੈ ਉਹ ਤਾਂ ਉਹ ਬਰਕਰਾਰ ਹੈ, ਪ੍ਰਾਈਵੇਟਾਂ ਨੂੰ ਸੌਂਪਣਾ, ਜਿਹੜੀ ਠੇਕੇਦਾਰੀ ਸਿਸਟਮ ਆ ਉਹਨਾਂ ਨੇ ਲਾਗੂ ਕਰ ਦੇਣਾ, ਸਰਕਾਰੀ ਭਰਤੀ ਬੰਦ ਕਰ ਦੇਣੀ ਆ, ਤੇ ਆਉਣ ਵਾਲੇ ਸਮੇਂ ਵਿੱਚ ਜਿਹੜੀ ਬਿਜਲੀ ਹੈ ਉਹ ਪ੍ਰਾਈਵੇਟਾਂ ਨੂੰ ਬਸ ਪਾ ਕੇ ਉਹ ਸਾਨੂੰ ਮਹਿੰਗੀ ਕਰਨਗੇ। ਉਹਨਾਂ ਵਿੱਚ ਕੋਈ ਉਹ ਸੋਧ ਨਹੀਂ ਕੀਤੀ, ਕੋਈ ਉਹ ਬਦਲਿਆ ਨਹੀਂ, ਸਿਰਫ ਉਹਦੇ ਵਿੱਚ ਇੱਕ ਆ ਗੱਲੇ ਕਹੀ ਆ ਵੀ ਅਸੀਂ ਕਿਸਾਨਾਂ ਦੀ ਸਬਸਿਡੀ ਜਾਰੀ ਰੱਖਾਂਗੇ। ਠੀਕ। ਦੂਜਾ ਮਸਲਾ ਉਹਨੇ ਕੀਤਾ ਸੀ ਪਰਾਲੀ ਵਾਲਾ, ਵੀ ਪਰਾਲੀ ਵਾਲੇ ਮਸਲੇ ਦੇ ਵਿੱਚ ਕਿਸਾਨਾਂ ਨੂੰ ਵੱਖ ਕਰ ਦਿੰਦੇ ਆ, ਕਿਉਂਕਿ ਉਹ ਜਿਹੜੀ ਉਹਨਾਂ ਨੇ ਏਡਾ ਵੱਡਾ ਠੋਸਿਆ ਸੀ, ਉਹਨਾਂ ਨੇ ਦਹਿਸ਼ਤ ਪਾਉਣ ਖਾਤਰ ਕਿਸਾਨਾਂ ਤੇ ਵੀ ਅੱਡੀ ਵੱਡੀ ਇਹਨਾਂ ਤੇ ਦਹਿਸ਼ਤ 1 ਕਰੋੜ ਦਾ ਤੇ ਜੁਰਮਾਨਾ ਤੇ 5 ਸਾਲ ਦੀ ਕੈਦ, ਇਹਦੇ ਨਾਲ ਫਿਰ ਕਿਸਾਨ ਜਰਕ ਜਾਣਗੇ ਜਾਂ ਐ ਹੋ ਜਾਣਗੇ ਗੱਲਬਾਤ ਕਰਨ ਨੂੰ। ਉਹਨਾਂ ਨੇ ਜਿਹੜਾ ਆਪਣਾ ਮਸਲਾ ਕੀਤਾ ਸੀ ਉਹ ਅਸਲ ਵਿੱਚ ਨਾ ਤਾਂ ਉਹ ਲਾਗੂ ਹੋਣਾ ਸੀ, ਉਹਨਾਂ ਨੇ ਇੱਕ ਫਰਮਾਨ ਜਾਰੀ ਕਰਤਾ 1 ਕਰੋੜ ਤੱਕ ਜਿਹੜਾ ਕਰ ਦੂ, ਮੇਰੇ ਵਰਗੇ ਕੋਲ 1 ਕਰੋੜ ਦੀ ਜ਼ਮੀਨ ਹੀ ਨਹੀਂ, ਇਹਦੀ ਘਰ ਦੇਖ ਕੇ ਵੀ ਨਹੀਂ ਕਰਦਾ। ਬਿਲਕੁਲ। ਹਾਂ, ਇਹ ਜਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਕੀਤੀਆਂ ਨੇ ਇਹਨਾਂ ਨੇ ਉਹ ਤਾਂ ਜਾਣੀ ਇੱਕ ਆਏ ਆ ਵੀ ਗੱਲ ਵੀ ਉਹਦੇ ਵਿੱਚ ਸਰਕਾਰ ਨੂੰ ਗੱਲ ਪ੍ਰਚਾਰਨ ਖਾਤਰ ਹੋ ਗਿਆ ਮਸਲਾ ਵੀ ਅਸੀਂ 2 ਮੰਗਾਂ ਮੰਨਦੀਆਂ ਜੀ, 50% ਸਾਡਾ ਕੰਮ ਹੋ ਗਿਆ ਜੀ, 50 ਰਹਿ ਗਿਆ। ਸ਼ਾਂਤ ਬਈ ਸਾਡੇ ਮਾਹੌਲ 'ਚ ਗੱਲਬਾਤ ਹੋਈ ਆ, ਕਿਸਾਨਾਂ ਨਾਲ ਵਧੀਆ ਹੋਈ ਆ। ਆਉਣ ਵਾਲੇ ਸਮੇਂ 'ਚ ਜਿਹੜੀ ਮੀਟਿੰਗ ਆ ਉਹਦੇ ਵਿੱਚ ਅਸੀਂ ਨਿਬੇੜ ਲਾਂਗੇ ਜੀ। ਨਾਲੇ ਸਾਨੂੰ ਫਿਰ ਐਂ ਵੀ ਕਹੀ ਜਾਂਦੇ ਆ ਉਹ ਵੀ ਗੱਲਬਾਤ ਤਾਂ ਤੁਹਾਡੀ ਨਿਬੜ ਗਈ। ਉਹ ਜਿਹੜੀ ਆਪਦੇ ਹਿਸਾਬ ਦੇ ਨਾਲ ਜਿਵੇਂ ਉਹ ਗੱਲਬਾਤ ਕਰ ਰਹੇ ਆ ਮੀਡੀਆ ਵਿੱਚ ਲੈ ਕੇ ਜਾਣ ਨੂੰ, ਕਿਸਾਨਾਂ ਨੂੰ ਇਹ ਕਹਿੰਦਾ ਵੀ ਲੋਕਾਂ ਜਨਤਾ ਤੇ ਇਹ ਭਰਮਾਉਣ ਖਾਤਰ ਵੀ ਗੱਲ ਤਾਂ ਨੇੜੇ ਲੱਗਦੀ। ਸਰਕਾਰ ਤਾਂ ਬਹੁਤ ਹੀ ਕਹੂ ਹੈ, ਸਰਕਾਰ ਤਾਂ ਹਾਈ ਕਿਸਾਨਾਂ ਦੀ ਆ, ਅਸੀਂ ਹਾਈ ਕਿਸਾਨ ਹੈ, ਤੇ ਉਹ ਪ੍ਰਚਾਰ ਤੇ ਇਹ ਗੱਲ ਕਰਨਾ ਚਾਹੁੰਦੀ ਆ ਵੀ ਯਾਰ ਸਰਕਾਰ ਨੇ ਮੰਗਾਂ ਮੰਨੇ ਨਹੀਂ ਆ। ਸਰਕਾਰ ਤਾਂ ਇਹ ਵੀ ਕਹਿੰਦੀ ਆ ਵੀ ਸਰਦੀ ਆ ਉੱਥੇ ਬੁੱਢਿਆਂ ਨੂੰ, ਬੁੱਢੀਆਂ ਨੂੰ, ਜਵਾਕਾਂ ਨੂੰ ਤੁਸੀਂ ਘਰੇ ਭੇਜ ਦਿਓ। ਵੀ ਇਹ ਜਿਹੜੀਆਂ ਗੱਲਾਂ ਬਾਤਾਂ ਕਰ ਰਹੀ ਆ ਉਹ ਅਸਲ ਵਿੱਚ ਜਿਹੜੀ ਐਜੂਕੇਸ਼ਨ ਚੱਲ ਰਹੀ ਆ ਉਹਨੂੰ ਇਹ ਫਿੱਕਾ ਪਾਉਣ ਲਈ, ਉਹਨੂੰ ਘਟਾਉਣ ਦੇ ਲਈ ਇਹ ਕੁਝ ਹੀ ਚਾਲ ਅਸਲ ਵਿੱਚ ਸਰਕਾਰ ਚੱਲ ਰਹੀ ਹੈ। ਮੀਡੀਆ ਦੇ ਰਾਹੀਂ ਮੀਡੀਆ ਫੁੱਲ ਜੋਰ ਲਾਇਆ ਹੋਇਆ ਵੀ ਇਹ ਮੰਗਾਂ ਤਾਂ ਮੰਨ ਲਿਆ, ਬਾਕੀ ਅਸੀਂ ਮੰਨ ਲਾਂਗੇ ਵੀ ਕੋਈ ਬਹੁਤੀ ਵੱਡੀ ਗੱਲ ਤਾਂ ਹੈ ਨਹੀਂ। ਯਾਨੀ ਕੱਢਣ ਪਾਉਣ ਨੂੰ ਹੈ ਕੁਛ ਨਹੀਂ, ਉਹ ਲੋਕਾਂ ਦੇ ਵਿੱਚ ਆਪਣੀ ਛਵੀ ਕਾਇਮ ਕਰਨ ਖਾਤਰ, ਰੱਖਣ ਖਾਤਰ
ਉਹ ਇਹ ਗੱਲਾਂ ਅਜੇ ਕਰ ਰਹੇ ਆ ਜੀ। ਬਿਲਕੁਲ ਬਿਲਕੁਲ ਸਾਥੀ ਜੀ, ਨਾਲ ਦੀ ਨਾਲ ਜਿਹੜਾ ਮੈਂ ਦੂਸਰਾ ਸਵਾਲ ਇਹ ਸੀਗਾ ਕਿ ਅੱਜ ਦੀ ਮੀਟਿੰਗ ਦਾ ਤੁਹਾਨੂੰ ਕੀ ਲੱਗ ਰਿਹਾ ਹੈ ਵੀ ਕੋਈ ਸਿੱਟਾ ਉਹਦਾ ਪੋਜ਼ਿਟਿਵ ਨਿਕਲ ਸਕਦਾ ਹੈ? ਕਿਹੋ ਜੀ ਡਿਸਕਸ਼ਨ ਚੱਲ ਰਹੀ ਹੈ? ਡਿਸਕਸ਼ਨ ਜਿਵੇਂ ਸਾਰੀਆਂ ਜਥੇਬੰਦੀਆਂ ਵੱਲੋਂ ਕੱਲ ਵੀ ਮੀਟਿੰਗ ਹੋਈ ਆ, ਉਹਨਾਂ ਵਿੱਚ ਰੋਜ਼ ਮੀਟਿੰਗ ਹੁੰਦਾ, ਫੈਸਲਾ ਆਪਾਂ ਕਰਦੇ ਹਾਂ, ਵਿਚਾਰਦੇ ਹਾਂ, ਕਿਉਂਕਿ ਸਥਿਤੀ ਤਾਂ ਹੁਣ ਇਹੀ ਆ। ਆਖਣ ਵੀ ਵਿਚਾਰਨੀ ਪੈਂਦੀ ਆ, ਸਵੇਰੇ ਵੀ ਵਿਚਾਰਨੀ ਪੈਂਦੀ ਆ, ਤਾਂ ਘੰਟਾ ਐਜੂਕੇਸ਼ਨ ਦੇ ਵਿੱਚ ਜਿਹੜੀ ਹੈਗੀ ਆ ਉਹਦੀ ਗੱਲਬਾਤ ਹੁੰਦੀ ਆ, ਸਾਂਝੀ ਕਰਨੀ ਪੈਂਦੀ ਹੈ ਕਿ ਕੀ ਹੋ ਗਿਆ। ਇਸ ਕਰਕੇ ਜਿਹੜੀਆਂ ਜਥੇਬੰਦੀਆਂ ਵੱਲੋਂ ਉਸ ਮੀਟਿੰਗ ਦੇ ਵਿੱਚ ਜਿਵੇਂ ਆਪਣੇ ਪ੍ਰਧਾਨ ਜੋਗਿੰਦਰ ਸਿੰਘ ਗਰਾਹਾਂ ਨੂੰ ਤੋਮਰ ਕਿਹਾ ਸੀ, ਤੋਮਰ ਸਾਹਿਬ ਨੇ ਕਿਹਾ, ਪੁੱਛਿਆ ਨਹੀਂ ਸੀ ਵੀ ਇਹਦਾ ਹੱਲ ਦੱਸੋ ਕੀ ਹੈ। ਫਿਰ ਉਹ ਆਪਣੇ ਵਾਲੇ ਪ੍ਰਧਾਨ ਜੀ ਨੇ ਦੱਸਿਆ ਵੀ ਇਹਨਾਂ ਦਾ ਹੱਲ ਤਾਂ ਕੋਈ ਬਹੁਤਾ ਵੱਡਾ ਹੈ ਨਹੀਂ, ਇਹ ਤਾਂ ਹਾਲੇ 2 ਮਿੰਟ ਦਾ ਹੱਲ ਹੈ ਜੇ ਤੁਸੀਂ ਕਰਨਾ ਹੋਵੇ। ਬਿਲਕੁਲ। ਤੇ ਉਹ ਕਹਿੰਦਾ ਚਲੋ ਫਿਰ ਆਪਾਂ ਵੀ 4 ਤਰੀਕ ਦੀ ਜਿਹੜੀ ਮੀਟਿੰਗ ਕਰਨੀ ਆ ਉਹਦੇ ਵਿੱਚ ਹੱਲ ਆਪਾਂ ਬਹਿ ਕੇ ਕਰਾਂਗੇ, ਗੱਲਬਾਤ ਕਰਾਂਗੇ। ਯਾਨੀ ਇਹ ਭਰੋਸਾ ਹੀ ਆ। ਇੱਧਰ ਨੂੰ ਹਲੇ ਸਰਕਾਰ ਨੇ ਕੋਈ ਗੱਲਬਾਤ ਕਰਨ ਨੂੰ ਹਲੇ ਤਿਆਰ ਨਹੀਂ ਹੋਈ। ਉਹ ਤਾਂ ਹਾਲੇ ਦੂਜੇ ਪਾਸੇ ਇਸ ਗੱਲ ਨੂੰ ਆ ਉਹ ਆਪਣੀਆਂ ਜਥੇਬੰਦੀਆਂ ਵਾਰ ਰਹੀਆਂ ਨੇ, ਉਹ ਆਪਣੇ ਭਾਜਪਾ ਆਗੂਆਂ ਨੂੰ ਪੰਜਾਬ ਦੇ ਵਿੱਚ ਵੀ ਹੱਲਾਸ਼ੇਰੀ ਦੇ ਰਹੇ ਆ, ਨਾਲੇ ਤਾਂ ਉਹ ਆਪਾਂ ਗਲਤ ਵੀ ਪ੍ਰਚਾਰ ਰਹੇ ਆ। ਹੁਣ ਜੇ ਕੋਈ ਆਪਣਾ ਕੋਈ ਕਿਸਾਨ ਅੱਕਿਆ ਕਿਸਾਨ ਭਾਜਪਾ ਆਗੂਆਂ ਦੇ ਘਰਾਂ ਦੇ ਅੱਗੇ ਕਿਨੇ ਉਹ ਟਰਾਲੀ ਛੱਟਿਆ ਹੋਏਗੀ ਤਾਂ ਉਹਦੇ ਉੱਪਰ ਕਿਸਾਨਾਂ ਦੇ ਉੱਪਰ 307 ਦੇ ਕੇ 452 ਦੀਆਂ ਧਾਰਾਂ ਲਾਤੀਆਂ, ਘਰ ਤੇ ਹਮਲਾ ਕਰਨ ਵਾਲੀਆਂ, ਜਾਨੋਂ ਮਾਰਨ ਵਾਲੀਆਂ, ਅਜਿਹੀਆਂ ਗੱਲਾਂ ਬਾਤਾਂ ਤਾਂ ਉਹ ਕਰ ਰਹੇ ਨੇ। ਪਰ ਜਿਹੜੇ ਕਿਸਾਨ ਨੇ ਜਾਂ ਸਾਡੇ ਕਿਸਾਨ ਇੱਥੇ ਸਹਾਇਤਾ ਵੀ ਦੇ ਗਏ, ਹੁਣ 50 ਤੋਂ ਉੱਪਰ ਜਿਹੜੇ ਕਿਸਾਨ ਨੇ ਉਹ ਲਗਾਤਾਰ ਸਹਾਇਤਾ ਦੇ ਗਏ, ਉਹਦੇ ਬਾਰੇ ਉਹ ਇੱਕ ਵਾਰ ਨਹੀਂ ਬੋਲਦੇ। ਤੇ ਜਿਹੜਾ ਕੋਈ ਇਹੋ ਜਿਹੀ ਕੋਈ ਗੱਲਬਾਤ ਹੋ ਜਾਂਦੀ ਆ ਉਹ ਸਾਡੀ ਗੱਲ ਪ੍ਰਚਾਰਦੇ ਆ ਉਹ। ਯਾਨੀ ਇਹ ਜਿਹੜੀਆਂ ਗੱਲਾਂ ਕਰ ਰਹੇ ਆ ਅਸਲ ਵਿੱਚ ਜਿਹੜੀ ਮੀਟਿੰਗ ਹੈ, ਇਹ ਮੀਟਿੰਗ ਦੇ ਵਿੱਚ ਜਿਹੜੀ ਹੁਣ ਦੀ ਗੱਲ ਕਰਨ ਦੀ ਸੰਭਾਵਨਾ ਆਪਾਂ MSP ਦੀ ਗੱਲ ਰੱਖੀ ਸੀ, ਹੋਰ ਉਹਨਾਂ ਦੀ ਸੋਧਾਂ ਵਾਲੀ ਗੱਲ ਕੀਤੀ ਆ, ਜਨਤਕ ਵੰਡ ਪ੍ਰਣਾਲੀ ਵਾਲੀ ਗੱਲ ਕਰਦੇ ਆ ਵੀ ਜਿਹੜਾ 1956 ਵਾਲਾ ਬਣਾਇਆ ਹੋਇਆ ਉਹ ਰੱਖ ਲਓ। ਤੁਸੀਂ ਸੋਧਾਂ ਕਦੇ ਕੀਤੀ ਹੈ ਜੇ ਕਿਸੇ ਹੋਰ ਨੂੰ ਲੋੜ ਕਰਨ ਨੂੰ ਆ ਕੇ ਜਿਹੜੀਆਂ ਟੋਟੀਆਂ ਸੋਧਾਂ ਕੀਤੀਆਂ ਨਾ ਤਾਂ ਤੁਸੀਂ ਵਾਪਸ ਲੈ ਲਓ, ਇਹ ਵੀ ਹੱਲ ਹੋ ਜਾਂਦਾ। ਤੇ ਉਹ ਕਹਿੰਦੇ ਵੀ ਆਪਾਂ ਗੱਲ ਕਰਾਂਗੇ, ਜਾਨੀ ਇੱਧਰ ਨੂੰ ਕੋਈ ਆ ਨਹੀਂ ਰਿਹਾ। ਪਰ ਜੇ ਕੋਈ ਗੱਲ ਕਰਦੇ ਵੀ ਆ ਜਾਂ ਲੰਬਾ ਪ੍ਰੋਗਰਾਮ ਹੋ ਕਿਸਾਨਾਂ ਦਾ, ਜਿਹੜੇ ਇਹਨਾਂ ਦੀ ਨੀਤੀ ਜੀ ਉਹ ਨੀਤੀ ਇਹਨਾਂ ਦੀ ਇਹ ਸੀ ਵੀ ਇਹਨਾਂ ਨੂੰ ਬਿਲਡਿੰਗਾਂ ਕਰ ਕਰਕੇ ਆਪਾਂ ਦਿਖਾ ਦਾਂਗੇ, ਲੋਕਾਂ ਦਾ ਰੌ ਘੱਟ ਜੂਗਾ, ਠੰਡ ਜ਼ਿਆਦੇ ਆ, ਮੀਂਹ ਬਾਰਿਸ਼ ਹੋ ਰਹੀ ਆ, ਲੋਕਾਂ ਨੇ ਆਉਣਾ ਨਹੀਂ ਹੈ। ਪਰ ਹੁਣ ਆਪਾਂ ਦੇਖਦੇ ਆ ਵੀ ਲੋਕਾਂ ਦਾ ਜਿਹੜਾ ਰੌ ਆ, ਸਾਡਾ ਰੌ ਆ ਲੋਕਾਂ ਦਾ, ਬੱਚੇ ਵੀ ਆ ਰਹੇ ਨੇ, ਬੀਬੀਆਂ ਵੀ ਆ ਰਹੇ ਨੇ, ਬੁੱਢੇ ਵੀ ਆ ਰਹੇ ਨੇ। ਇੱਕ ਤੁਸੀਂ ਹੋਰ ਗੱਲ ਸੁਣੀ ਹੋਊਗੀ, ਜਿੰਨੇ ਵੀ ਆਪਣੇ ਕੋਈ ਐਜੀਟੇਸ਼ਨ ਚੱਲੇ ਆ ਉਹ ਐਜੀਟੇਸ਼ਨਾਂ ਦੇ ਵਿੱਚ ਕਹਿੰਦੇ ਵਕੀਲ, ਸੁਪਰੀਮ ਕੋਰਟ ਦੇ ਜੱਜ ਇਹ ਨਹੀਂ ਸੀ ਉਹਦੇ। ਹੁਣ ਉਹ ਐਜੀਟੇਸ਼ਨ ਵਿੱਚ ਸਾਡੇ ਵਿੱਚ ਉਹ ਵੀ ਆ ਰਹੇ ਨੇ, ਯਾਨੀ ਕੋਈ ਤਬਕਾ ਨਹੀਂ ਰਿਹਾ ਜਿਹੜਾ ਇਹ ਐਜੀਟੇਸ਼ਨ ਦੇ ਵਿੱਚ ਸ਼ਮੂਲੀਅਤ ਨਾ ਕਰਦਾ ਹੋਵੇ। ਏਦਾਂ ਬਲ ਬਖਸ਼ਣ ਦੇ ਨਾਲ ਇਹ ਜਿਹੜਾ ਹੁਣ ਕੱਲਾ ਨਾ ਪੰਜਾਬ ਦਾ ਮਸਲਾ, ਨਾ ਹਰਿਆਣੇ ਦਾ ਮਸਲਾ ਹੈ, ਨਾ ਕੱਲਾ ਯੂਪੀ ਦਾ ਮਸਲਾ ਹੈ। ਪਹਿਲਾਂ ਤਾਂ ਜਦੋਂ 1960 ਦੇ ਦਹਾਕੇ ਦੇ ਅੱਧ ਦੇ ਵਿੱਚ ਜਦੋਂ ਇੱਥੇ ਅਨਾਜ ਦੀ ਥੋੜ ਪੈਦਾ ਹੋਈ ਸੀ, ਜਦੋਂ ਤਾਂ ਇਹ ਦੇਸ਼ਾਂ ਨੂੰ ਇਹਨਾਂ ਨੇ ਆਪਣੇ ਸੂਬਿਆਂ ਨੂੰ ਇਹਨਾਂ ਨੇ ਪੂਰੀਆਂ ਸਹੂਲਤਾਂ ਦਿੱਤੀਆਂ ਵੀ ਅਸੀਂ ਕਿਸੇ ਨੇ ਕਨੈਕਸ਼ਨ ਲੈਣਾ ਅਪਲਾਈ ਕਰਦੇ ਸੀਗੇ, ਅਜੇ ਅਪਲਾਈ ਕਰਕੇ ਅਸੀਂ ਅਰਜ਼ੀ ਦੇ ਕੇ ਆਉਂਦੇ ਸੀ, ਬਿਜਲੀ ਵਾਲੇ ਸਾਡੇ ਘਰੇ ਖੜੇ ਹੁੰਦੇ ਸੀਗੇ ਮੋਟਰ ਤੇ, ਇਹਨਾਂ ਮੋਟਰ ਲਵਾਓ, ਕਿਉਂਕਿ ਉਸ ਵੇਲੇ ਨੇ ਆਹ ਜਿਹੜੀ ਅੰਨ ਦਾ ਸੰਕਟ ਸੀ ਉਹ ਪੂਰਾ ਕਰਨਾ ਸੀ। ਸੰਕਟ ਦਾ ਪੂਰਾ ਤਾਂ ਕਰਤਾ ਨੀ, ਸੰਕਟ ਆਪਣਾ ਭਰਤਾ, ਝੋਲੀਆਂ ਭਰਤੀਆਂ। ਜਿਹੜੀ ਇਹਨਾਂ ਦੀ ਉਹ ਨੀਤੀਆਂ ਸੀਗੀਆਂ ਮੰਗਣ ਮਨਾਉਣ ਵਾਲੀਆਂ ਬਾਹਰੋਂ ਦੇਸ਼ਾਂ ਤੋਂ, ਉਹ ਆਪਣੇ ਪੰਜਾਬ, ਹਰਿਆਣਾ ਤੇ ਆਹ ਕੁਛ ਆਪਣਾ ਯੂਪੀ ਵਾਲੇ ਇਲਾਕੇ ਨੂੰ ਇਹਨਾਂ ਨੇ ਇੰਨੀ ਮਿਹਨਤ ਮੁਸ਼ੱਕਤ ਕਰਕੇ ਅਨਾਜ ਦੇ ਭੰਡਾਰ ਭਰ ਕੇ ਇਤਿਹਾਸਕ ਨੀਤੀ ਬਣਾਈ ਉਸ ਵੇਲੇ ਜਦੋਂ ਇਹਨਾਂ ਨੇ ਆਪਣੇ ਭਾਰਤ ਦੀ ਵਿਦੇਸ਼ਾਂ ਦੇ ਵਿੱਚ ਵੀ ਇਹ ਆਪਣੇ ਆਪ ਨਿਰਭਰ ਹੋ ਗਿਆ। ਉਹ ਸ਼ੇਰਾਂ ਤਾਂ ਕਿਸਾਨਾਂ ਨੂੰ ਜਾਂਦਾ ਹੈ ਪਰ ਕਿਸਾਨਾਂ ਦੀ ਉਸ ਵੇਲੇ ਤੋਂ ਲੈ ਕੇ ਹਾਲਤ ਜਿਹੜੀ ਹੈ ਉਹ ਇਤਿਹਾਸਕ ਜਿਹੜੀ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਆ ਉਹਨੂੰ ਅੱਜ ਰੋਲਿਆ ਜਾ ਰਿਹਾ। ਕਿਸਾਨਾਂ ਦੀ ਜਿਹੜੀ ਹੈਗੀ ਆ ਕੋਈ ਸ਼ੱਕ ਨਹੀਂ, ਉਹਨਾਂ ਦੀ ਕੋਈ ਬਾਤ ਨਹੀਂ ਪੁੱਛੀ ਜਾ ਰਹੀ। ਜੀ ਬਿਲਕੁਲ ਸਾਥੀ ਜੀ, ਇਹ ਤੁਹਾਡੇ ਵਾਸਤੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ, ਅਸੀਂ ਨਿਊਜ਼ੀਲੈਂਡ ਦੇ ਵਿੱਚ ਹਰ ਐਤਵਾਰ ਨੂੰ ਅਸੀਂ ਇੱਥੇ
ਪਿਛਲੇ ਸਮੇਂ ਦੇ ਵਿੱਚ, ਪਿਛਲੇ ਮਹੀਨੇ ਦੇ ਵਿੱਚ ਹੀ ਅਸੀਂ 5 ਮੁਜ਼ਾਹਰੇ ਕਰ ਚੁੱਕੇ ਹਾਂ ਕਿਸਾਨਾਂ ਦੀ ਸਪੋਰਟ ਦੇ ਵਿੱਚ, ਔਰ ਅਸੀਂ ਇਹ ਵਾਅਦਾ ਕੀਤਾ ਹੋਇਆ ਆ ਕਿ ਜਦੋਂ ਤੱਕ ਸਾਡੇ ਸਾਨੂੰ ਸਿੱਟੇ ਨਹੀਂ ਮਿਲਦੇ, ਅਸੀਂ ਹਰ ਐਤਵਾਰ ਨਿਊਜ਼ੀਲੈਂਡ ਦੇ ਵਿੱਚ ਜਿਹੜੀ ਇੱਥੇ ਦੀ ਇਹਨਾਂ ਦੀ ਐਮਬੈਸੀ ਆ, ਭਾਰਤ ਦੂਤਾਵਾਸ ਵਾ, ਅਸੀਂ ਉੱਥੇ ਰੈਲੀ ਕਰਦੇ ਹਾਂ ਜੀ ਹਰ ਸੋ ਇਹ ਜਿਹੜਾ ਸੰਘਰਸ਼ ਵਾ ਇਹ ਇਕੱਲਾ ਭਾਰਤ ਦਾ ਨਹੀਂ, ਇਹ ਪੂਰੇ ਦੁਨੀਆ ਦਾ ਇਹ ਸੰਘਰਸ਼ ਜਿਹੜਾ ਬਣ ਚੁੱਕਿਆ। ਤਾਂ ਸਾਥੀ ਜੀ, ਇਹ ਸਾਰਾ ਕੁਝ ਚੱਲਦੇ ਹੋਏ ਤੁਸੀਂ ਦਿੱਲੀ ਬੈਠੇ ਹੋਏ ਹੋ ਜਦੋਂ ਦਾ ਵੀ ਇਹ ਸੰਘਰਸ਼ ਸ਼ੁਰੂ ਹੋਇਆ, ਸਰੋਤਿਆਂ ਨੂੰ ਦੱਸੋ, ਤੁਸੀਂ ਕਿਸ ਬਾਰਡਰ ਦੇ ਉੱਪਰ ਬੈਠੇ ਹੋਏ ਹੋ ਔਰ ਇੱਕ ਤੁਸੀਂ ਇਹ ਜਿਹੜੀ ਸਟੇਜ ਸੰਭਾਲਣ ਦਾ ਵੀ ਉੱਥੇ ਕਾਰਜ ਕਰ ਰਹੇ ਹੋ, ਕਿਸ ਮਤਲਬ ਜਿਹੜਾ ਰੌਂ ਲੋਕਾਂ ਦਾ ਬਿਲਕੁਲ ਲੋਕ ਥੱਕੇ ਨਹੀਂ ਹੈ, ਔਰ ਕਿਸ ਤਰੀਕੇ ਜਿਹੜਾ ਮਾਹੌਲ ਉੱਥੇ ਹੈ ਆ? ਅਸੀਂ ਜੀ 26 ਤਰੀਕ ਤੋਂ ਪੰਜਾਬ ਤੋਂ ਚੱਲੇ ਜੀ ਤੇ 27 ਦੇ ਵਿੱਚ ਅਸੀਂ ਦਿੱਲੀ ਬਾਰਡਰ, ਟਿਕਰੀ ਬਾਰਡਰ ਹੈ ਆਪਣੀ ਰੋਹਤਕ ਦਿੱਲੀ ਵਾਲੀ ਰੋਡ ਦੇ ਉੱਪਰ ਟਿਕਰੀ ਹੈ ਬਾਰਡਰ, ਉੱਤੇ ਅਸੀਂ ਬੈਠੇ ਹਾਂ ਜੀ। ਸਾਡਾ ਕਾਫਲਾ ਪਹਿਲਾਂ 9 ਕਿਲੋਮੀਟਰ ਸੀ, ਫਿਰ ਉਹ 10 ਹੋ ਗਿਆ, ਹੁਣ ਉਹ 15 ਤੋਂ ਉੱਪਰ ਚਲਿਆ ਗਿਆ ਤੇ ਬਹਾਦਰਗੜ੍ਹ ਦਾ ਬਾਰਡਰ ਆ ਉਹ ਵੀ ਟੱਪ ਗਿਆ ਪਿੱਛੇ, ਯਾਨੀ ਇਕੱਠ ਤੇ ਰਾਓ ਤਾਂ ਸਾਨੂੰ ਹੁਣ ਆਏ ਆ। ਸਾਡੇ ਕੋਲ ਬੀਬੀਆਂ ਭੈਣਾਂ ਪੰਜਾਬ ਦੇ ਵਿੱਚੋਂ ਇੰਨੀਆਂ ਆ ਰਹੀਆਂ ਨੇ ਕਿ ਸਾਡੇ ਕੋਲ ਇੱਥੇ ਕੋਈ ਜਗ੍ਹਾ ਨਹੀਂ ਹੈ। ਅਸੀਂ ਟੈਂਟ ਵੀ ਲਾਉਣ ਦੀ ਕੋਸ਼ਿਸ਼ਾਂ ਹੋਰ ਕਰ ਰਹੇ ਹਾਂ। ਹਰਿਆਣੇ ਵਾਲੇ ਵੀਰ ਸਾਨੂੰ ਬਹੁਤ ਸਹੂਲਤਾਂ ਦੇ ਰਹੇ ਨੇ, ਉਹ ਆਰਜੀ ਟੈਂਟ ਲਾ ਕੇ ਜਾਂ ਸਾਨੂੰ ਧਰਮਸ਼ਾਲਾ ਵੀ ਦੇ ਕੇ ਉਹ ਸਾਨੂੰ ਇਹ ਕਹਿੰਦੀ ਆ ਵੀ ਤੁਸੀਂ ਲੈ ਕੇ ਆਓ, ਪਰ ਸਾਡੇ ਕੋਲ ਦਿੱਕਤ ਹੈ ਜੀ ਇਹ ਆ ਵੀ ਜਿੰਨੀ ਜ਼ਿਆਦਾ ਇੱਥੇ ਸਾਡੇ ਕੋਲ ਲੋਕ ਆ ਜਾਂਦੇ ਆ, ਫਿਰ ਸਾਨੂੰ ਉਹਨੂੰ ਸਾਂਭ ਸੰਭਾਲ ਤੇ ਬਾਥਰੂਮ ਜਾਣ ਦਾ ਹੋਰ ਇਹ ਥੋੜੀ ਜਿਹੀ ਤਕਲੀਫ ਆ ਜਾਂਦੀ ਆ। ਯਾਨੀ ਲੋਕਾਂ ਦੇ ਰੌ ਮੁਤਾਬਕ ਤਾਂ ਆਪ ਬਹਾਰੇ ਜਿਹਨਾਂ ਨੂੰ ਅਸੀਂ ਰੋਕਦੇ ਨਹੀਂ ਆ, ਖਾਸ ਕਰਕੇ ਸਾਡੇ ਨੌਜਵਾਨ ਉਹ ਪਿੰਡਾਂ ਦੇ ਵਿੱਚੋਂ ਆਪ ਕਾਰਾਂ ਕਰਕੇ ਆਪਦੇ ਕਿਰਾਏ ਲਾ ਕੇ ਪਿੰਡ ਵਾਲਿਆਂ ਤੋਂ ਵੱਖਰੇ ਉਹ ਆਪ ਆਉਂਦੇ ਆ, ਸਾਡੇ ਕੋਲ 4-4 ਦਿਨ ਰਹਿ ਕੇ ਵੀ ਜਾਂਦੇ ਆ, ਜਿਹੜੇ ਸਾਡੇ ਕੋਲ ਕਦੇ ਗੱਲੇ ਨਹੀਂ ਸੀ ਸੁਣਦੇ ਨੌਜਵਾਨ ਜੀ। ਬਿਲਕੁਲ, ਜਾਂ ਬੀਬੀਆਂ ਭੈਣਾਂ ਦੇ ਜੱਥੇ ਹੁਣ ਸਾਡੇ ਫੇਰ ਆ ਰਹੇ ਆ। ਇਸੇ ਤਰ੍ਹਾਂ ਹੁਣ ਅਸੀਂ 7 ਤਰੀਕ ਨੂੰ ਮਜ਼ਦੂਰਾਂ ਨੂੰ ਨਾਲ ਲੈ ਕੇ, ਕਿਉਂਕਿ ਕਿਸਾਨ ਤੇ ਮਜ਼ਦੂਰ ਦੋ ਹੀ ਜ਼ਿਆਦੇ ਨੇ ਪੀੜੇ ਜਾ ਰਹੇ ਨੇ, ਦੋ ਹੀ ਆਪਣੇ ਦੇਸ਼ ਦੀ ਰੀੜ੍ਹ ਦੀ ਹੱਡੀ ਨੇ ਜੀ, ਕਿਉਂਕਿ ਇਹਨਾਂ ਦੀ ਬਹੁਤ ਹਮਤੀ ਹੈ ਤੇ ਇਹੀ ਜਿਹੜੇ ਲੁੱਟੇ ਪੁੱਟੇ ਜਾ ਰਹੇ ਨੇ। ਤੇ ਇਹਨਾਂ ਨੂੰ ਨਾਲ ਲੈ ਕੇ ਅਸੀਂ 7 ਤਰੀਕ ਨੂੰ ਇੱਕ ਨਾਲ ਜਿਹੜੇ ਹੈਗੇ ਆਪਣੇ ਮਜ਼ਦੂਰ ਵੀਰ ਉਹਨਾਂ ਨੂੰ ਵੀ ਨਾਲ ਲੈ ਕੇ ਅਸੀਂ ਇੱਥੇ ਸੰਬੋਧਿਤ ਕਰ ਰਹੇ ਹਾਂ, ਤਾਂ ਜੋ ਸਰਕਾਰ ਵੱਲੋਂ ਲਗਾਤਾਰ ਇਹ ਜਿਹੜਾ ਪ੍ਰੈਸ਼ਰ ਆ ਉਹ ਜਾਰੀ ਵੀ ਰਹੇ। ਜਿਵੇਂ ਹੁਣ ਅੱਜ ਸਾਡੇ ਵੀਰ ਗਏ ਹੋਏ ਆ ਆਪਣਾ 1000 ਟਰੈਕਟਰ ਲੈ ਕੇ ਸਾਰਾ ਬਾਰਡਰ ਤੇ, ਰਾਜਸਥਾਨ ਵਾਲੇ ਬਾਰਡਰ ਤੇ ਜੀ, ਉੱਥੇ ਗਏ ਹੋਇਆ। ਮੀਂਹ ਪੈਂਦਾ ਹੈ, ਮੀਂਹ ਪੈਂਦੇ ਦੇ ਵਿੱਚ ਗਏ ਆ ਉਹ, ਕੱਲ ਵੀ ਮੀਂਹ ਪੈਂਦਾ ਸੀ, ਅੱਜ ਫੇਰ ਮੀਂਹ ਪੈਂਦਾ ਲਗਾਤਾਰ। ਉਹਦੇ ਵਿੱਚ ਹੌਸਲੇ ਬੁਲੰਦ ਨਾਲੇ ਉਹ ਆਪਦੇ ਕਰਦੇ ਆ, ਨਾਲੇ ਜਿਹੜੇ ਹੋਰ ਬਾਰਡਰ ਹੈ ਕਿਸਾਨ ਵੀਰ ਰਾਜਸਥਾਨ ਵਾਲੇ ਜਾਂ ਯੂਪੀ ਵਾਲੇ ਲਗਾਤਾਰ ਸੀ ਸਾਰਿਆਂ ਦੀ ਇੱਕ ਦੂਜੇ ਨਾਲ ਬਣੀ ਹੋਈ ਹੈ। ਇੱਕ ਦੂਜੇ ਦੇ ਸਟੇਜਾਂ ਤੇ ਅਸੀਂ ਆਪਣੀ ਸੂਬਾ ਟੀਮ ਜਾਂਦੀ ਆ ਇਸ ਤਾਲਮੇਲ ਦੇ ਨਾਲ। ਇਹ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਅਸੀਂ ਮੁਜ਼ਾਹਰੇ ਕਰਦੇ ਆ ਹਰ ਐਤਵਾਰ ਨੂੰ ਜੀ, ਇਸੇ ਤਰ੍ਹਾਂ ਸਰਕਾਰ ਤਾਂ ਡਰ ਰਹੀ ਆ, ਇਸ ਕਰਕੇ ਰਹੀ ਆ ਵੀ ਹੁਣ ਕੱਲਾ ਪੰਜਾਬ ਹਰਿਆਣਾ ਯੂਪੀ ਸੀ, ਹੁਣ ਬਿਹਾਰ ਦੇ ਵਿੱਚ ਵੀ ਵੱਡੇ ਪਟਨੇ ਦੇ ਵਿੱਚ ਵੱਡੇ ਮੁਜ਼ਾਹਰੇ ਹੋਏ ਆ, ਉੱਥੇ ਲਾਠੀ ਚਾਰਜ ਵੀ ਹੋਇਆ। ਉਹ ਇਹ ਗੱਲ ਤੋਂ ਡਰ ਰਹੇ ਆ ਵੀ ਜਿਹੜੀ ਇਹ ਮੂਵਮੈਂਟ ਆ ਦੇਸ਼ ਵਿਆਪੀ ਬਣ ਗਈ ਆ, ਜੋ ਹੁਣ ਉਹ ਸੂਬੇ ਬਿਹਾਰ ਚ ਜਿਨ੍ਹਾਂ ਵਿੱਚ MSP ਦਾ ਪਤਾ ਹੀ ਨਹੀਂ ਹੁੰਦਾ ਵੀ ਕੀ ਹੁੰਦੀ ਆ, ਹੁਣ ਉਹਨਾਂ ਨੇ ਉਹ ਮੰਗ ਵੀ ਕਰਨੀ ਵੀ ਸਾਡੇ ਵੀ MSP ਲਾਗੂ ਕਰੋ। ਹਾਂ, ਇਸ ਕਰਕੇ ਇਹ ਜਿਹੜਾ ਰੌ ਹੈ ਰੌ ਇਰਾਦਾ ਲਗਾਤਾਰ ਘਟਣ ਵਾਲਾ ਤਾਂ ਮੈਨੂੰ ਕਿਤੋਂ ਲੱਗਿਆ ਨਹੀਂ, ਨਾ ਸਾਡੇ ਕੋਈ ਕਿਸਾਨਾਂ ਕੋਲੋਂ ਕੋਈ ਗੱਲ ਆਈ ਹੈ, ਨਾ ਸਾਡੇ ਮਜ਼ਦੂਰਾਂ ਕੋਲੋਂ, ਬੀਬੀਆਂ ਕੋਲੋਂ। ਬੀਬੀਆਂ ਮੈਂ ਕਹਿੰਦੀਆਂ ਵੀ ਅਸੀਂ ਤਾਂ ਇੱਥੇ ਆਓ, ਸਾਨੂੰ ਬੁਲਾਓ ਵੱਧ ਤੋਂ ਵੱਧ, ਵੀ ਅਸੀਂ ਤੁਹਾਡੇ ਬਰਾਬਰ ਕੰਮ ਕਰਦੇ ਹਾਂ। ਤੜਕੇ 4 ਵਜੇ ਉੱਠਦੇ ਹਾਂ, 10 ਵਜੇ ਪੈਂਦੇ ਹਾਂ, ਅਸੀਂ ਘਰਾਂ 'ਚ ਇੰਨਾ ਕੰਮ ਕਰਦੇ ਹਾਂ ਤਾਂ ਸਾਨੂੰ ਮਿਹਨਤਾਂ ਦਾ ਮੁੱਲ ਨਹੀਂ ਮਿਲਦਾ ਹੈਗਾ। ਉਹ ਗੱਲ ਨੂੰ ਜਦੋਂ ਅਸੀਂ ਇੱਥੇ ਆ ਕੇ ਦੇਖਦੇ ਹਾਂ ਤੇ ਸਾਨੂੰ ਕਈ ਵਾਰ ਸਾਡੇ ਨੌਜਵਾਨ, ਸਾਡੀਆਂ ਬੀਬੀਆਂ ਭੈਣਾਂ ਉਹ ਇੰਨੀਆਂ ਭਾਵਕ ਵੀ ਹੋ ਜਾਂਦੀਆਂ ਨੇ ਜਦੋਂ 17 ਸਾਲਾਂ ਬੱਚਿਆਂ ਦੀਆਂ ਇੱਥੋਂ ਲਾਸ਼ਾਂ ਜਾਂਦੀਆਂ ਨੇ। ਉਹ ਲਾਸ਼ਾਂ ਜਦੋਂ ਘਰ ਜਾਂਦੇ ਆ, ਜਾਂ ਇਹੀ ਜਿਹੇ ਸਾਡੇ ਵੀਰ ਵੀ ਨੇ ਜਿਨ੍ਹਾਂ ਦੇ 5 ਸਾਲ ਦੀ ਬੱਚੀ ਆ ਜਾਂ 3 ਸਾਲ ਦਾ ਬੱਚਾ ਹੈ, ਉਹ ਜਦੋਂ ਘਰੋਂ ਉਹਨਾਂ ਦੀ ਲਾਸ਼ ਜਾਂਦੀ ਆ, ਉਹ ਅਸੀਂ ਕੀ ਜਵਾਬ ਦੇਵਾਂਗੇ, ਉਹ ਘਰ ਨੂੰ ਕਿਵੇਂ ਸਮਝਾਵਾਂਗੇ। ਉਹ ਪਰ ਫਿਰ ਵੀ ਸਾਡੇ ਜਿਹੜੇ ਕਿਸਾਨ ਨੇ ਸਹਾਇਤਾ ਕਰਨ ਦੇ ਬਾਵਜੂਦ ਵੀ ਉਹ ਆਏ ਨਹੀਂ ਹੈਗਾ ਵੀ ਉਹਨਾਂ ਵਿੱਚ ਜੋਸ਼ ਘਟਿਆ, ਜੋਸ਼ ਉਹਨਾਂ ਦਾ ਵਧਿਆ। ਉਹ ਕਹਿੰਦੇ ਹੁਣ ਆਰ ਪਾਰ ਦੀ ਲੜਾਈ ਆ, ਇਹ ਕੁਝ ਕਰਕੇ ਜਾਵਾਂਗੇ, ਖਾਲੀ ਹੱਥ ਜਾਣ ਨੂੰ ਸਾਡੇ ਕੋਲ ਹੁਣ ਕੋਈ ਰਾਹ ਹੀ ਨਹੀਂ ਬਚਿਆ ਹੈਗਾ, ਸੱਚਮੁੱਚ ਰਾਹ ਨਹੀਂ ਹੈਗਾ।
ਯਾਰ ਸਾਡੇ ਕੋਲ ਜ਼ਮੀਨ ਨਹੀਂ ਰਹਿਣੀ, ਸਾਡੀ ਰੋਟੀ ਨਹੀਂ ਰਹਿਣੀ, ਸਾਡੀ ਜਵਾਨੀ ਨਹੀਂ ਰਹਿਣੀ, ਸਾਡੀ ਕਿਸਾਨੀ ਨਹੀਂ ਰਹਿਣੀ, ਸਾਡੇ ਕੋਲ ਹੈ ਕੀ ਫਿਰ। ਇਸ ਕਰਕੇ ਰਾਓ ਵਾਲੀ ਜਿਹੜੀ ਗੱਲ ਹੈ, ਜਜ਼ਬੇ ਵਾਲੀ ਗੱਲ ਹੈ, ਦ੍ਰਿੜ ਇਰਾਦੇ ਵਾਲੀ ਗੱਲ ਹੈ, ਸੰਕਲਪ ਆ ਜਿਹੜਾ ਲੋਕਾਂ ਦਾ, ਉਹ ਪੀਣੇ ਚੱਦੇ ਨੇ ਪੀੜੇ ਨੇ, ਉਹਨਾਂ ਨੂੰ ਹੁਣ ਆਪਣਾ ਗੁੱਸਾ ਕੱਢਣ ਦਾ ਆਹ ਜਿਹੜਾ ਢੰਗ ਹੈ ਇਹ ਇਹਨਾਂ ਨੂੰ ਮਿਲਿਆ। ਇਹ ਕੰਮ ਅਸੀਂ ਤਾਂ ਜ਼ੋਰ ਦੇ ਰਹੇ ਹਾਂ ਵੀ ਇਹ ਕੰਮ ਨੂੰ ਆਪਾਂ ਜਿੰਨਾ ਪ੍ਰੈਸ਼ਰ ਨਾਲ, ਦਬਾਅ ਨਾਲ, ਸ਼ਾਂਤਮਈ ਤਰੀਕੇ ਨਾਲ ਆਪਾਂ ਕਰਾਂਗੇ, ਉਹਨੂੰ ਕਰਾਂਗੇ, ਝੁਕਾਵਾਂਗੇ ਸਰਕਾਰ ਨੂੰ, ਇਹਨਾਂ ਚ ਨਹੀਂ ਝੁਕੂਗੀ। ਬੈਠੇ ਆ, ਕੋਈ ਐਡੀ ਵੱਡੀ ਸਾਨੂੰ ਗੱਲ ਨਹੀਂ ਹੈਗੀ, ਪਰ ਪ੍ਰੈਸ਼ਰ, ਦਾਬ, ਸ਼ਾਂਤਮਈ ਤਰੀਕੇ ਦੇ ਨਾਲ ਸੰਘਰਸ਼ ਨੂੰ ਜਾਰੀ ਰੱਖਾਂਗੇ। ਤੇ ਥੋੜੀ ਮੋਟੀ ਜਿਹੜੀ ਹੋਰ ਅਗਲੀ ਰਣਨੀਤੀ ਵੀ ਬਣਾਉਗੀ ਉਹਦੇ ਬਾਰੇ ਵੀ ਵਿਚਾਰਾਂ ਹੋ ਰਹੀਆਂ ਨੇ, ਕਿਉਂਕਿ ਸਰਕਾਰ ਨੂੰ ਵੀ ਪਤਾ ਵੀ ਜੇ ਇੰਨਾ ਲੰਬਾ ਬਹਿੰਦੇ ਆ, ਉਹ ਤੇ ਮੋਦੀ ਵਾਲੀ ਜਿਹੜੀ ਗੱਲ ਹੈ ਉਹ ਤੇ ਲੋਕਾਂ ਦਾ ਚਿਹਰਾ ਮੋਹਰਾ ਪੂਰਾ ਨੰਗਾ ਹੋਇਆ। ਮੋਦੀ ਦਾ ਤਾਂ ਚਲੋ ਕੀ ਹੋਣਾ ਸੀਗਾ, ਅਸਲ ਵਿੱਚ ਜਿਹੜੇ ਕਾਰਪੋਰੇਟ ਘਰਾਣੇ ਜੀ ਬਿਲਕੁਲ ਅਵਾਨੀ ਜਵਾਨੀ ਬੈਠੇ ਆ, ਹਾਂਜੀ, ਉਹਨਾਂ ਦਾ ਚਿਹਰਾ ਲੋਕਾਂ ਨੂੰ ਪਤਾ ਲੱਗ ਗਿਆ ਜੀ। ਅਸਲ ਵਿੱਚ ਚਲਾਉਣ ਵਾਲੀ ਡਰਾਈਵਰ ਦਾ ਗੱਡੀ ਦਾ ਉਹ ਆ, ਇਹਦਾ ਡਰਾਈਵਰ ਨੇ ਚਲਾਉਣ ਵਾਲੇ, ਗੱਡੀ ਤਾਂ ਉਹਨਾਂ ਦੀ ਆ, ਉਹਨਾਂ ਨੂੰ ਬਚਾਉਂਦੇ ਆ। ਤੇ ਉਹ ਹੁਣ ਤੜਫ ਇਸ ਕਰਕੇ ਗਏ ਵੀ ਜਿਵੇਂ ਪੰਜਾਬ ਦੇ ਵਿੱਚ ਆਪਾਂ ਟੋਲ ਟੈਕਸ ਸਹਿਲੋ, ਉਹਨਾਂ ਦੇ ਦੌਰਾਨ ਹੋਰ ਬੰਦ ਕੀਤੇ ਆ, ਉਹ ਹਰਿਆਣੇ ਚ ਵੀ ਆਪਾਂ ਟੋਲ ਟੈਕਸ ਬੰਦ ਕੀਤੇ ਕਿਸਾਨਾਂ ਨੇ। ਉਹ ਕਾਰਪੋਰੇਟ ਘਰਾਣੇ ਜਾਂ ਇਹਨਾਂ ਦੇ ਜਿਵੇਂ ਅਮਿਤ ਸ਼ਾਹ ਵਰਗੇ ਨੇ, ਉਹਨਾਂ ਦੇ ਵੀ ਟੋਲ ਪਲਾਜ਼ੇ ਦੇ ਵਿੱਚ ਹਿੱਸੇ ਨੇ, ਉਹ ਤੜਫਦੇ ਨੇ। ਇੱਕ ਸੱਟ ਉਹਨਾਂ ਨੂੰ ਇਹ ਲੱਗੀ ਹੈ, ਦੂਜੀ ਸੱਟ ਉਹਨਾਂ ਨੂੰ ਇਹ ਲੱਗੀ ਹੈ ਜਿਵੇਂ ਪੰਜਾਬ ਦੇ ਵਿੱਚ ਭਾਜਪਾ ਦਾ ਹੈ ਉਹ ਸਫਾਇਆ ਹੋ ਰਿਹਾ ਹੈ। ਜਿਹੜਾ ਅਜੀਤ ਗਰੇਵਾਲ ਵਰਗੇ ਵੀ ਆਏ ਬੋਲੀ ਜਾਂਦੇ ਸੀ, ਜਾਂ ਕੋਈ ਹੋਰ ਇਹਨਾਂ ਦੇ ਆਪਣੇ ਹੈਗੇ ਆ ਵੱਡੇ ਵੱਡੇ ਪ੍ਰਧਾਨ ਇਹਨਾਂ ਦੇ, ਉਹਨਾਂ ਦੇ ਘਰਾਂ ਦੇ ਅੱਗੇ ਉਹਨਾਂ ਨੂੰ ਨਿਕਲਣਾ ਔਖਾ ਹੋਇਆ ਪਿਆ, ਤੇ ਉਹ ਪਿੱਟਦੇ ਨੇ ਹੁਣ। ਉਹ ਜਿਵੇਂ ਪੰਜਾਬ ਸਰਕਾਰ ਕੋਲ ਪਿੱਟਦੇ ਨੇ, ਰਾਜਪਾਲ ਕੋਲ ਜਾ ਕੇ ਪਿੱਟਦੇ ਨੇ, ਗਵਰਨਰ ਕੋਲ। ਉਹ ਜਿਹੜੀ ਆ ਲੋਕਾਂ ਦਾ ਰੌਲਾ ਉਹ ਸਹਾਰ ਨਹੀਂ ਸਕਦੇ, ਲੰਬਾ ਸਮਾਂ ਨਹੀਂ ਸਹਾਰ ਸਕਦੇ। ਉਹ ਵਿੱਚੋਂ ਵੀ ਕੁਝ ਕਹਿੰਦੇ ਨੇ ਵੀ ਕੋਈ ਨਿਕਲੇ ਜੇ ਕੋਈ ਹੱਲ, ਕੋਈ ਬਦਲਾ ਪੋਦਾ, ਉਹ ਕੱਢਣ ਨੂੰ ਫਿਰਦੇ ਨੇ ਜੀ। ਬਿਲਕੁਲ। ਪਰ ਆਪਾਂ ਕਿਸਾਨ ਜਥੇਬੰਦੀਆਂ, ਨੌਜਵਾਨ, ਇਹ ਸਾਰੇ ਗੱਲ ਤੇ ਅੜੇ ਹੋਏ ਆ ਵੀ ਜਿੰਨਾ ਕੰਮ ਚਾਹੇ ਲੰਬਾ ਵੀ ਚਲੇ ਜਾਂਦਾ, ਅਸੀਂ ਬੈਠਾਂਗੇ ਤੇ ਝੁਕਾਵਾਂਗੇ ਤੇ ਆਪਣੀਆਂ ਮੰਗਾਂ ਜਿਹੜੀਆਂ ਮਨਾ ਕੇ ਉਹਨਾਂ ਚਿਰ ਜਿਹੜਾ ਸਾਡਾ ਸੰਘਰਸ਼ ਅਸੀਂ ਆਪਾਂ ਜਾਰੀ ਰੱਖਦੇ ਰਹਾਂਗੇ। ਬਿਲਕੁਲ ਸਾਥੀ ਜੀ, ਬਿਲਕੁਲ। ਜਿਹੜੀਆਂ ਦਿੱਲੀ ਦੇ ਵਿੱਚ ਜਿਹੜੀਆਂ ਖੁਦਕੁਸ਼ੀਆਂ ਵੀ ਕਿਸਾਨਾਂ ਨੇ ਕੀਤੀਆਂ ਔਰ ਸਲਫਾਸ ਵੀ ਖਾਧੀ ਤੇ ਫਾਹਾ ਵੀ ਲਿਆ, ਜਿਹੜਾ ਇਹ ਬਹੁਤ ਦੁਖਦਾਈ ਹੈ, ਪਰ ਇਸ ਦੇ ਬਾਵਜੂਦ ਵੀ ਆਪਣੇ ਜਿਹੜੇ ਇਰਾਦੇ ਨੇ ਉਹ ਬੁਲੰਦ ਨੇ। ਤਾਂ ਸਾਥੀ ਜੀ, ਆਪਾਂ ਦਿੱਲੀ ਦੇ ਵਿੱਚ ਹੀ ਆਪਾਂ ਪੰਜਾਬ ਦੀ ਵੀ ਗੱਲ ਕਰਾਂਗੇ, ਜਿਹੜੀਆਂ ਪੰਜਾਬ 'ਚ ਗਤੀਵਿਧੀਆਂ ਇਸ ਟਾਈਮ ਚੱਲ ਰਹੀਆਂ SDM ਦੇ ਧਰਨਿਆਂ ਦੀਆਂ, ਉਹਦੀ ਵੀ ਗੱਲਬਾਤ ਕਰਾਂਗੇ। ਪਰ ਉਸ ਤੋਂ ਪਹਿਲਾਂ ਜਿਵੇਂ ਤੁਸੀਂ ਕਿਹਾ ਵੀ ਜਿਹੜਾ ਕਾਫਲਾ ਆ 10-11 ਕਿਲੋਮੀਟਰ ਤੱਕ ਪਹੁੰਚ ਚੁੱਕਿਆ, ਉੱਥੋਂ ਖੁੰਡਲੀ ਬਾਰਡਰ ਦੇ ਉੱਪਰੋਂ ਜਿਹੜੇ ਟਰੈਕਟਰ ਮਾਰਚ ਉਹ ਵੀ ਆ ਚੁੱਕੇ ਨੇ, 1000 ਟਰੈਕਟਰ ਆ ਚੁੱਕਿਆ। ਤਾਂ ਸਾਥੀ ਜੀ, ਇਹਨੂੰ ਜਾਬਤੇ ਦੇ ਵਿੱਚ ਰੱਖਣ ਵਾਸਤੇ, ਇਹਨੂੰ ਕੰਟਰੋਲ ਕਰਨ ਵਾਸਤੇ ਇਹ ਜ਼ਿੰਮੇਵਾਰੀ ਬਿਲਕੁਲ ਤੁਹਾਡੀ ਬਣਦੀ ਹੈ, ਕਿਉਂਕਿ ਤੁਸੀਂ ਉਹਨਾਂ ਨੂੰ ਕੰਟਰੋਲ 'ਚ ਜਾਬਤੇ ਦੇ ਵਿੱਚ ਰੱਖ ਰਹੇ ਹੋ। ਸੋ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਮਸਲੇ ਨੂੰ ਲੈ ਕੇ? ਜਿਹੜੀਆਂ ਦਿੱਕਤਾਂ ਦਾ ਦੇਖੋ ਜੀ, ਨੌਜਵਾਨਾਂ ਦਾ ਖੂਨ ਗਰਮ ਹੁੰਦਾ ਹੈ, ਤੇ ਉਹ ਆਏ ਕਹਿੰਦੇ ਆ ਫਿਰ ਵੀ ਉਰੇ ਆਪਾਂ ਬੈਠਣ ਨਹੀਂ ਆਏ। ਤੇ ਕਈ ਵਾਰ ਉਹਨਾਂ ਨੂੰ ਆਏ ਹੁੰਦਾ ਵੀ ਆਓ ਚਲੋ ਆਪਾਂ ਦਿੱਲੀ ਨੂੰ ਕਰ ਦਿੰਦੇ ਆ, ਪਾਰਲੀਮੈਂਟ ਚੱਲਦੇ ਆ ਜੀ, ਆਏ ਕੁਛ ਕਰਦੇ ਆ। ਤੇ ਵੈਸੇ ਤਾਂ ਜਿਹੜੇ ਨੌਜਵਾਨ ਨੇ, ਅਸੀਂ ਲਗਾਤਾਰ ਜਦ 5 ਦਿਨ ਪਿੰਡਾਂ ਦੇ ਵਿੱਚ ਬੈਠੇ ਸੀ, ਅਸੀਂ ਉੱਥੋਂ ਤਿਆਰ ਕਰਕੇ ਲੈ ਕੇ ਆਏ ਹਾਂ ਜਿਹੜੀ ਆਪਣੇ ਭਾਰਤੀ ਕਿਸਾਨ ਯੂਨੀਅਨ ਗਰਾਹਾਂ ਵੱਲੋਂ ਆ। ਅਸੀਂ ਇਹਨਾਂ ਨੂੰ ਉੱਥੋਂ ਵੀ ਸਮਝਾਉਂਦੇ ਰਹੇ ਹਾਂ ਵੀ ਜਿੱਥੇ ਸਰਕਾਰ ਆਪਾਂ ਨੂੰ ਆਪਾਂ ਰੁਕੂਗੀ, ਕਿਉਂਕਿ ਜਿਹੜੀ ਜੰਗ ਹੈ ਇਹ ਲੰਬੀਆਂ ਨੀਤੀਆਂ ਦੀ ਗੱਲ ਆ ਗਈ। ਹੁਣ ਤਾਂ ਪਹਿਲਾਂ ਤਾਂ ਫਸਲਾਂ ਦੇ ਭਾਅ ਦਿੰਦੀ ਸੀ, ਆਪਾਂ ਗੁਜ਼ਾਰਾ ਕਰਦੇ ਸੀ, 2-4 ਦਿਨ ਬੈਠੇ ਉਹਨਾਂ ਨੇ 10-20 ਰੁਪਏ ਵਧਾ ਕੇ ਚਲੋ ਆਪਣਾ ਐਜੂਕੇਸ਼ਨ ਖਤਮ, ਬਿਜਲੀ ਦੇ ਬਿੱਲ ਲਾਤੇ, ਆਪਾਂ 2-4 ਸੰਘਰਸ਼ ਕੀਤੇ ਜਾਂ 1-2 ਕੁਰਬਾਨੀਆਂ ਕੀਤੀਆਂ, ਰੇਲਾਂ ਤੇ ਟਰੈਕਾਂ ਤੇ ਬੈਠੇ, ਉਹ ਬਿੱਲ ਵਾਪਸ ਲੈ ਲਏ। ਪਰ ਹੁਣ ਤਾਂ ਇੱਕ ਪਾਸੇ ਅਵਾਨੀ ਜਵਾਨੀ ਆ ਬੈਠੇ ਨੇ ਸਾਰੀ, ਹਾਂਜੀ ਬਿਲਕੁਲ, ਕਾਰਪੋਰੇਟ ਘਰਾਣੇ ਨੇ, ਉਹ ਨੀਤੀਆਂ ਬਣਾ ਰਹੇ ਨੇ। ਹੁਣ ਨੀਤੀਆਂ ਨਾਲ ਟੱਕਰ ਪੈ ਗਈ, ਜਿਹੜੀ ਨੀਤੀਆਂ ਨਾਲ ਟੱਕਰ ਪਈ ਆ ਉਹ ਫਿਰ ਆਪਾਂ ਨੌਜਵਾਨਾਂ ਨੂੰ, ਕਿਸਾਨਾਂ ਨੂੰ ਇਹ ਸਮਝਾਉਂਦੇ ਬਾਈ ਚਾਂਸ ਜਿਹੜੀ ਤੁਸੀਂ ਗੱਲ ਕਹਿੰਦੇ ਹੋ। ਆਪਾਂ ਖਨੌਰੀ ਬਾਰਡਰ ਤੇ ਬੈਠੇ ਸੀ ਜਾਂ ਸੰਭੂ ਬਾਰਡਰ ਤੇ ਬੈਠੇ ਸੀ, ਉੱਥੋਂ ਤੁਸੀਂ ਟੱਪ ਕੇ ਆ ਗਏ, ਆਪਾਂ ਦਿੱਲੀ ਆ ਗਏ। ਹੁਣ ਦਿੱਲੀ ਆ ਗਏ, ਹੁਣ ਦਿੱਲੀ ਤੋਂ ਆ ਕੇ ਆਪਾਂ ਅੱਗੇ ਕੀ ਕਰਾਂਗੇ? ਉਹ ਆਪਾਂ ਜਿਹੜਾ ਪ੍ਰੋਟੈਸਟ ਆ, ਉਹ ਦਬਾਅ ਪਾਉਣਾ ਜੇ ਆਪਾਂ ਦਿੱਲੀ ਦੇ ਵਿੱਚ ਵੀ ਵੜ ਜੰਨੇ ਆ, ਉੱਥੇ ਵੀ ਆਪਾਂ ਦਬਾਈ ਪਾਵਾਂਗੇ ਫਿਲਹਾਲ ਜੀ। ਬਿਲਕੁਲ।
ਵੀ ਕੋਈ ਗੱਲ ਨਹੀਂ, ਸਰਕਾਰ ਨੇ ਰੋਕਿਆ, ਆਪਾਂ ਸਰਕਾਰ ਨੂੰ ਕੋਈ ਰਾਹ ਨਹੀਂ ਦੇਣਾ ਹੈਗਾ ਵੀ ਉਹ ਇਹੋ ਜਿਹੀ ਕਾਰਵਾਈ ਕਰ ਲਵੇ। ਇਹ ਤਾਂ ਹੁੱਲੜਬਾਜ਼ੀ ਸੀ, ਇਹਨਾਂ ਨੇ ਕੋਈ ਇਹੋ ਜਿਹੀ ਕਾਰਵਾਈ ਕਰ ਦੇਵੇ, ਕੋਈ ਉਹਨਾਂ ਦਾ ਨੁਕਸਾਨ ਹੋ ਜਾਵੇ, ਆਪਣੇ ਸਾਰਿਆਂ ਚੱਕ ਕੇ ਕੇਸ ਪਾ ਜਾਣ, ਐਜੂਕੇਸ਼ਨ ਨਾਲ ਜਿਹੜੀ ਹੈਗੀ ਆ ਉਹਦਾ ਰੌਲ ਦੂਜੇ ਪਾਸੇ ਨੂੰ ਚਲਿਆ ਜਾਵੇ। ਇਹ ਜਿਹੜੀਆਂ ਗੱਲਾਂ ਨੇ ਅਸੀਂ ਪਹਿਲਾਂ ਤੋਂ ਸਮਝਾਉਂਦੇ ਆਏ ਹਾਂ, ਹੁਣ ਵੀ ਸਾਡੇ ਸੂਬਾ ਕਮੇਟੀ ਵੱਲੋਂ ਜੀ ਅਸੀਂ ਆਪਣੀਆਂ ਰੋਜ਼ ਮੀਟਿੰਗਾਂ ਕਰਦੇ ਹਾਂ, ਸਾਡੀਆਂ ਗਰੁੱਪ ਮੀਟਿੰਗਾਂ ਹੋ ਰਹੀਆਂ ਨੇ, ਸਾਡੀਆਂ ਸਾਰੀਆਂ ਦੀਆਂ ਬਕਾਇਦਾ ਹੋ ਰਹੀ ਆ। ਕੱਲ ਨੂੰ ਅਸੀਂ ਫੇਰ ਆਪਣੀਆਂ ਮੀਟਿੰਗਾਂ ਕਰ ਰਹੇ ਹਾਂ, ਖਾਸ ਕਰਕੇ ਸਾਰੇ ਨੌਜਵਾਨਾਂ ਦੀਆਂ, ਚਾਹੇ ਉਹ ਕੋਈ ਸੇਵਾਦਾਰ ਆ, ਚਾਹੇ ਕੋਈ ਉਹ ਵਲੰਟੀਅਰ ਆ, ਚਾਹੇ ਉਹ ਕੋਈ ਨੌਜਵਾਨ ਆ ਜਿਹੜਾ ਵੱਧ ਕੰਮ ਕਰਦਾ। ਅਸੀਂ ਸਾਰਿਆਂ ਨੂੰ ਇਹ ਗੱਲਾਂ ਨੂੰ ਦੁਬਾਰਾ ਵਿਚਾਰ ਰਹੇ ਹਾਂ ਵੀ ਸਰਕਾਰ ਕਿਵੇਂ ਆਪਣੇ ਵਿੱਚ ਪੈਨਟਰੇਟ ਕਰ ਰਹੀ ਹੈ, ਕਿਵੇਂ ਕੁਛ ਸਪੈਂਡ ਕਰ ਰਹੀ ਹੈ, ਇਹ ਕੱਲੇ ਕਿਵੇਂ ਆਪਾਂ ਬਚਾਓ ਕਰਨਾ, ਕਿਵੇਂ ਅਸੀਂ ਰਾਤਾਂ ਨੂੰ ਆਪਣੇ ਵਹੀਕਲ ਲੈ ਕੇ ਪ੍ਰਚਾਰ ਕਰਦੇ ਹਾਂ, ਕਿਵੇਂ ਅਸੀਂ ਤਾਂ ਇਹ ਵੀ ਪ੍ਰਚਾਰ ਕਰਦੇ ਹਾਂ ਵੀ ਜਿਹੜੇ ਆਪਣੇ ਆਸ ਟਰਾਲੀਆਂ ਨੇ ਇੱਥੇ ਇਹਨਾਂ ਦੀ ਸਫਾਈ ਵੀ ਕਰੋ, ਝਾੜੂ ਵੀ ਕਰੋ। ਅਸੀਂ ਕੱਲੀ ਗੱਲ ਇਹਨਾਂ ਨੂੰ ਦੱਸ ਰਹੇ ਹਾਂ। ਇਸ ਕਰਕੇ ਫਿਰ ਉਹਨਾਂ ਨੂੰ ਕਹਿੰਦੇ ਆ ਵੀ ਯੁੱਧ ਲੰਬਾ ਹੈ। ਅਸੀਂ ਉਹ ਵੀ ਉਦਾਹਰਨ ਦਿੰਦੇ ਹਾਂ ਵੀ ਸਿੱਖ ਇਤਿਹਾਸ ਦੇ ਇਤਿਹਾਸ ਲੈ ਲਓ, ਆਪਣੀ ਗਦਰੀ ਪਾਰਟੀਆਂ ਦਾ ਲੈ ਲਓ, ਬੱਬਰੀ ਕਾਲੀਆਂ ਦਾ ਲੈ ਲਓ, ਭਗਤ ਸਰਾਭਿਆਂ ਦਾ ਲੈ ਲਓ, ਜੰਗ ਲੰਬੀ ਹੈ ਤੇ ਜੋ ਲਈ ਆਉਂਦੀ ਹੈ, ਜਿਹੜੇ ਸੁਪਨੇ ਸ਼ਹੀਦਾਂ ਦੇ ਉਹ ਪੂਰੇ ਨਹੀਂ ਹੋਏ ਹੈ। ਇਹ ਹਜੇ ਗੱਲ ਟੁੱਪੇ ਹੋਇਆ ਅਸਲ ਵਿੱਚ ਜਿਹੜੀ ਭਗਤ ਸਿੰਘ ਚਾਹੁੰਦੇ ਸੀ ਜਿੰਨਾ ਚਿਰ ਮਨੁੱਖ ਦੀ ਮਨੁੱਖ ਤੋਂ ਲੁੱਟ ਖਤਮ ਨਹੀਂ ਹੁੰਦੀ ਉਹਨਾਂ ਚਿਰ ਇਹ ਜਿਹੜਾ ਸਮਾਜ ਹੈ ਇਹਦੇ ਵਿੱਚ ਕਾਣੀ ਵੰਡ ਤੇ ਰਾਜ ਭਾਗ ਇਹ ਕਿਹੜੇ ਰਹੂਗਾ, ਲੁੱਟ ਖਸੁੱਟ ਜਾਰੀ ਰਹੂਗੀ। ਇਹ ਅਸੀਂ ਸਮਝਾਉਣੀਆਂ ਗੱਲਾਂ। ਫਿਰ ਅਸੀਂ ਚਾਚਾ ਜੀਤ ਸਿੰਘ ਦੀ ਉਦਾਹਰਨ ਵੀ ਦਿੰਦੇ ਹਾਂ ਵੀ ਜਦੋਂ ਉਹਨਾਂ ਨੇ ਅੰਗਰੇਜ਼ਾਂ ਨੇ ਕਾਨੂੰਨ ਬਣਾਏ ਸੀ 9 ਮਹੀਨੇ ਉਸ ਵੇਲੇ 1906 ਦੇ ਵਿੱਚ, ਹਾਂ ਤਾਂ ਉਹਨਾਂ ਨੇ ਉਸ ਵੇਲੇ 9 ਮਹੀਨੇ ਐਜੂਕੇਸ਼ਨ ਕੀਤੀ। ਬਿਲਕੁਲ ਸਹੀ ਜੀ, ਬਿਲਕੁਲ ਸਹੀ ਸਾਥੀ ਜੀ, ਬਿਲਕੁਲ ਸਹੀ। ਆਪਾਂ ਤਾਂ 3 ਮਹੀਨੇ ਵੀ ਨਹੀਂ ਹੋਏ ਐਜੂਕੇਸ਼ਨ ਕਰਨ ਨੂੰ, ਪੰਗਾ ਆਪਾਂ ਤੋਂ ਵੱਡਾ ਲਿਆ ਹੈ। ਇੱਕ ਸਾਥੀ ਜੀ ਫਿਰ ਉਹ ਸਮਝ ਲੈਂਦੇ ਆ, ਸਮਝ ਕੇ ਫਿਰ ਉਹ ਗੱਲ ਹਾਂਜੀ ਕਰੋ, ਤੁਸੀਂ ਗੱਲ ਕਰੋ, ਜਾਰੀ ਰੱਖੋ। ਹਾਂਜੀ ਅੱਛਾ ਜੀ, ਹਾਂਜੀ। ਫਿਰ ਜਦੋਂ ਆਪਾਂ ਇਹ ਗੱਲਾਂ ਉਹਨਾਂ ਨੂੰ ਬਾਰ-ਬਾਰ ਸਮਝਾਉਂਦੇ ਆ ਤੇ ਫਿਰ ਆਪਾਂ ਤਾਂ ਗੱਲ ਕਹਿੰਦੇ ਆ ਵੀ ਉਹ ਆਪਾਂ ਨੂੰ ਲੁੱਟ ਰਹੇ ਨੇ। ਆਪਾਂ ਤਾਂ ਗੱਲਾਂ ਇਹ ਵੀ ਕਰਦੇ ਆ ਵੀ ਜਿਹੜੀ ਇੱਥੇ ਜ਼ਮੀਨਾਂ ਦੀ ਕਾਣੀ ਵੰਡ ਹੈ, ਇੱਕ ਕੋਲ ਤਾਂ 4-4 ਕਿੱਲੇ ਵੀ 2-2 ਕਿੱਲੇ ਵੀ ਨਹੀਂ, ਕਿਸੇ ਕੋਲ ਮਰਲਾ ਵੀ ਨਹੀਂ ਹੈਗਾ। ਜਿਹੜੇ ਆਪਣੇ ਮਜ਼ਦੂਰ ਨੇ ਜਾਂ ਜਿਹੜੇ ਕਿਸਾਨ ਨੇ 2-2 ਕਿੱਲੇ ਨੇ ਉਹ ਜ਼ਮੀਨ ਵੇਚ ਕੇ ਵਿਹਲੀ ਹੋ ਗਿਆ। ਪਰ ਸਰਕਾਰ ਦਾ ਇੱਕ ਕਾਨੂੰਨ ਬਣਾਇਆ ਹੋਇਆ ਵੀ 17.5 ਏਕੜ ਤੋਂ ਜ਼ਮੀਨ ਕੋਈ ਵੱਧ ਰੱਖ ਨਹੀਂ ਸਕਦਾ, ਉਹ ਲਾਗੂ ਨਹੀਂ ਕਰ ਰਹੀ। ਇੱਕ ਤਾਂ ਇਹੋ ਜਿਹੇ ਪ੍ਰਧਾਨ ਮੰਤਰੀ ਵੀ ਨੇ, ਇਹੋ ਜਿਹੇ ਲੋਕ ਵੀ ਆਪਾਂ ਜਿਹੜੇ ਬੈਠੇ ਨੇ ਜਿਹਨਾਂ ਕੋਲ 40-40 ਹਜ਼ਾਰ ਏਕੜ ਜ਼ਮੀਨ ਪਈ ਹੈ, ਇਹਨਾਂ ਨੂੰ ਪਤਾ ਨਹੀਂ ਸਾਡੇ ਕੋਲ ਜ਼ਮੀਨ ਕਿੰਨੀ ਹੈ ਜੀ। ਉਹ ਸਰਕਾਰ ਦੇ ਮੁਤਾਬਕ ਜੀ ਉਹ ਵੰਡੀ ਵੀ ਜਾਂਦੀ ਹੈ ਤਾਂ ਹਰ ਇੱਕ ਜਿਹੜੇ ਆਪਣੇ ਪਰਿਵਾਰ ਹੈ ਉਹਨੂੰ 4-4 ਏਕੜ ਜ਼ਮੀਨ ਵੰਡੀ ਆਉਂਦੀ ਹੈ। ਉਹ ਸਰਕਾਰ ਵਾਲਾ ਕਾਨੂੰਨ ਤੁਸੀਂ ਉਹਦਾ ਲਾਗੂ ਕਰ ਦੋ, ਉਹ ਵੀ ਨਹੀਂ ਕਰਦੇ। ਉਹ ਤਾਂ ਜਿਹੜੀ ਆਪਣੀ ਕੋਲ ਜ਼ਮੀਨ ਹੈਗੀ ਉਹ ਵੀ ਖੋਣ ਨੂੰ ਫਿਰਦੇ ਜਾਂ ਕਾਨੂੰਨ ਲੈ ਕੇ ਆਉਂਦੇ ਆ। ਆਪਾਂ ਜਦੋਂ ਇਹ ਗੱਲਾਂ ਲੋਕਾਂ ਨਾਲ ਸਾਂਝੀਆਂ ਕਰਦੇ ਹਾਂ, ਆਪਣੇ ਨੌਜਵਾਨਾਂ ਨਾਲ ਸਾਂਝੀਆਂ ਕਰਦੇ ਹਾਂ ਵੀ ਅਸੀਂ ਤੁਹਾਡੇ ਤੇ 25-25 ਲੱਖ ਰੁਪਇਆ ਲਾ ਕੇ ਪੜਾਉਣੇ ਆ, ਲਿਖਾਉਣੇ ਆ, ਜੇਕਰ ਦੇ ਟੋਟਿਆਂ ਨੂੰ ਫਿਰ ਅਸੀਂ ਬਾਹਰ ਭੇਜਦੇ ਆ, ਸਾਰੀ ਖਾਤਰ ਭੇਜਦੇ ਆ, ਰੁਜ਼ਗਾਰ ਖਾਤਰ ਭੇਜਦੇ ਆ ਜੀ। ਬਿਲਕੁਲ, ਇੱਥੇ ਰੁਜ਼ਗਾਰ ਹੋਵੇ, ਇੱਥੇ ਫੈਕਟਰੀਆਂ ਲੱਗੀਆਂ ਹੋਣ, ਇੱਥੇ ਚੀਜ਼ਾਂ ਸਾਨੂੰ ਸਸਤੀਆਂ ਮਿਲਣ, ਇੱਥੇ ਸਾਡਾ ਕੱਚਾ ਮਾਲ ਵਿਕੇ, ਸਾਡੀਆਂ ਫਸਲਾਂ ਨਾਲ ਰੋਣ, ਸਾਨੂੰ ਭਾਅ ਮਿਲੇ, ਚੀਜ਼ਾਂ ਸਸਤੀਆਂ ਹੋਣ, ਸਾਰੇ ਹੀ ਪਹਿਨਣ, ਸਾਰੇ ਹੀ ਖਾਣ, ਸਾਰੇ ਹੀ ਆਪਣਾ ਜ਼ਿੰਦਗੀ ਵਧੀਆ ਬਸਰ ਕਰਨ। ਇਹ ਤਾਂ ਨਹੀਂ ਠੇਕਾ ਲਿਆ ਹੋਇਆ ਕਿ ਕੁਝ ਕੁ ਬੰਦਿਆਂ ਨੂੰ ਐਸ਼ੋ-ਆਰਾਮ ਦੀਆਂ ਪੂਰੀਆਂ ਸਹੂਲਤਾਂ ਮਿਲਣ। ਸਾਡੇ ਨਹੀਂ ਹੈਗੇ ਚਾਹ, ਸਾਡੇ ਨਹੀਂ ਮਿਲਾ ਰਹੇ ਕਿ ਅਸੀਂ ਪੂਰੀਆਂ ਕਰੀਏ, ਅਸੀਂ ਵੀ ਖਾਈਏ ਪੀਏ ਪਹਿਨੀਏ। ਪਰ ਇਹ ਜਿਹੜਾ ਸਿਸਟਮ ਹੈ, ਇਹ ਸਿਸਟਮ ਦੇ ਵਿੱਚ ਗੜਬੜ ਹੈ, ਕਾਣੀ ਵੰਡ ਹੈ, ਲੁੱਟ ਖਸੁੱਟ ਹੈ। ਇੱਥੇ ਤੱਕ ਅਸੀਂ ਇਹ ਗੱਲਾਂ ਇਹਨਾਂ ਤੱਕ ਲੈ ਕੇ ਜਾਂਦੇ ਆ ਵੀ ਅਸੀਂ ਤਾਂ ਇਹ ਵੀ ਗੱਲ ਕਹਿੰਦੇ ਆ ਵੀ ਜੇ ਖੇਤਰ ਵਾਲੇ ਕਾਨੂੰਨ ਵੀ ਆਪਾਂ ਰੱਦ ਕਰ ਦਿੰਦੇ ਆ ਜੀ, ਫੇਰ ਵੀ ਕਿਸਾਨਾਂ ਦਾ ਭਲਾ ਨਹੀਂ ਹੋ ਸਕਦਾ। ਬਿਲਕੁਲ, ਮੈਂ ਤੁਹਾਡੇ ਕੋਲ ਇਹ ਸਵਾਲ ਪੁੱਛਣਾ ਹੀ ਸੀਗਾ ਜੀ। ਬਿਲਕੁਲ, ਹਾਂਜੀ। ਅੱਛਾ, ਅਸੀਂ ਤਾਂ ਇਹ ਗੱਲ ਕਰਦੇ ਆ ਵੀ ਜਿਹੜੇ ਕੰਪਨੀਆਂ ਦੇ ਮੁਨਾਫੇ ਨੇ ਚਲੋ ਉਹਨਾਂ ਦਾ ਕੱਟ ਨਹੀਂ ਲੱਗਦਾ ਹੈਗਾ। ਤੇ ਇੱਕ ਕਨਫੀਡੈਂਟ ਦਵਾਈ ਆ, ਸਮਝ ਲਓ 100 ਰੁਪਏ ਦੀ ਤਿਆਰ ਹੁੰਦੀ ਆ, ਜੇ ਉਹ ਬੰਬੇ ਤਿਆਰ ਹੁੰਦੀ ਆ, ਪੰਜਾਬ ਚ ਵੀ ਉਹਦੇ 100 ਰੁਪਏ ਦਾ ਭਾੜਾ ਕਰਾਇਆ ਲਾ ਲਓ, 200 ਦੀ ਹੋਊਗੀ, 250 ਦੀ ਹੋਊਗੀ, ਵੱਧ ਤੋਂ ਵੱਧ ਟੈਕਸ ਲਾ ਕੇ ਉਹ 2200 ਨੂੰ ਵੀ ਵੇਚਦੀ ਆ, 1800 ਨੂੰ ਵੀ ਵਿਕਦੀ ਆ, 1700 ਨੂੰ ਵੀ ਵਿਕਦੀ ਆ। ਕੋਈ ਆਏ ਉਹਨਾਂ ਦਾ ਵਾਲੀ ਬਾਤ ਚ ਕਿਸਾਨਾਂ ਦੀ ਲੁੱਟ ਜਿੰਨੀ ਮਰਜ਼ੀ ਕਰੀ ਜਾਓ। ਡੀਜ਼ਲ ਹੈ ਉਹ 35 ਰੁਪਏ 70 ਵੇਚੀ ਜਾਂਦੇ ਹੋ। ਕੋਈ ਇਹ ਅਸੀਂ ਇਹ ਗੱਲ ਵੀ ਬੰਦ ਕਰਦੇ ਆ ਵੀ ਜਿਹੜੇ ਉਹਨਾਂ ਦੇ ਅੰਨੇ ਮੁਨਾਫੇ ਨੇ ਉਹਨਾਂ ਤੇ ਕੱਟ ਲਾਇਆ ਜਾਵੇ।
ਜਿਹੜੀਆਂ ਉਹਨਾਂ ਨੂੰ ਕਰਜ਼ੇ ਦਿੱਤੇ ਜਾਂਦੇ ਨੇ, ਇਹਨਾਂ ਦੇ ਕਰਜ਼ੇ ਮਾਫ ਕੀਤੇ ਜਾਂਦੇ ਨੇ, 5 ਲੱਖ ਕਰੋੜ ਰੁਪਇਆ ਇੱਕ ਸਾਲਾਂ 'ਚ ਮਾਫ ਕੀਤਾ ਜਾਂਦਾ ਉਹਨਾਂ ਦਾ। ਉਹ ਜਿਹੜਾ ਪੰਜਾਬ ਦਾ 1 ਲੱਖ ਕਰੋੜ ਆ ਜਿਹੜਾ ਅੰਨਦਾਤਾ ਕਿਸਾਨ ਆ, ਉਹਦੀ ਤੁਸੀਂ ਕੋਈ ਬਾਤ ਨਹੀਂ ਪੁੱਛਦੇ। ਆਹ ਕੰਪਨੀਆਂ ਦੀਆਂ, ਕਾਰਪੋਰੇਟ ਘਰਾਣਿਆਂ ਦੀਆਂ, ਅਬਾਨੀਆਂ ਜਵਾਨੀਆਂ ਦੀਆਂ, ਜਿਹੜਾ ਇਹਨਾਂ ਦੇ ਖਰਚੇ ਇਹਨਾਂ ਨੂੰ ਬੱਟੇ ਕੱਟੇ ਪਾਉਂਦੇ ਹੋ, ਜਿਵੇਂ ਇਹਨਾਂ ਨੇ ਸ਼ੈਡੋ ਬਣਾਏ ਹੋਏ ਨੇ ਜਾਂ ਹੋਰ ਚੀਜ਼ਾਂ ਬਣਾਈਆਂ ਉਹਨਾਂ ਨੇ, ਤੁਸੀਂ ਲੱਖਾਂ ਕਰੋੜਾਂ ਰੁਪਈਆ ਉਹਨਾਂ ਨੂੰ ਕਿਰਾਇਆ ਉਹੀ ਕਹੀ ਜਾਂਦਾ ਬਿਨਾਂ ਮਤਲਬ ਲਈ ਜੋ ਵਰਤੇ ਚ ਨਹੀਂ ਆਏ। ਇਹ ਜਾਨੀ ਇਹ ਜਿਹੜਾ ਸਿਸਟਮ ਆਪਾਂ ਇਹਦੀ ਗੱਲ ਕਰਦੇ ਆ ਵੀ ਇਹ ਜਿਹੜੀਆਂ ਚੀਜ਼ਾਂ ਨੇ, ਇਹ ਚੀਜ਼ਾਂ ਦੇ ਨਾਲ ਜਿਹੜੀ ਆਪਾਂ ਤੋਂ ਲੁੱਟ ਕੇ ਉਹ ਅੱਗੇ ਬਾਲੋ ਬਾਲ ਹੋਵੇ, ਆਪਾਂ ਤਾਂ ਅਜੇ ਉਹ ਗੱਲ ਕਹਿੰਦੇ ਆ ਵੀ ਉਹਨਾਂ ਦਾ ਪੈਸਾ ਖੋ ਕੇ ਆਹ ਸਰਕਾਰ ਦਾ ਫਰਜ਼ ਬਣਦਾ ਵੀ ਸਾਰੇ ਲੋਕਾਂ 'ਚ ਵੰਡਿਆ ਜਾਵੇ। ਜਿਹੜੀ ਉਹ ਗੱਲ ਕਰਦਾ ਜੀ 15 ਲੱਖ ਰੁਪਏ ਦੀ ਵੀ ਮੈਂ 15 ਲੱਖ ਰੁਪਇਆ ਦਊਂਗਾ, ਉਹ ਇਹੀ 15 ਲੱਖ ਰੁਪਇਆ ਸੀਗਾ। ਬਿਲਕੁਲ ਬਿਲਕੁਲ ਜਿਹੜਾ ਮੁੜ ਕੇ ਕਢਾ ਵੀ ਲਿਆ। ਸਾਡੀਆਂ ਬੀਬੀਆਂ ਭੈਣਾਂ ਦੇ ਜਿਹੜਾ ਚੁੰਨੀਆਂ ਦੇ ਲੜ ਬੰਨ ਕੇ ਸੰਦੂਕਾਂ ਦੇ ਵਿੱਚ ਕੱਪੜੇ ਦੇ ਕੋਲ ਰੱਖੇ ਹੋਏ, 10,000 ਦਾ 5,000, ਉਹ ਵੀ ਬੈਂਕਾਂ 'ਚ ਭਰਾ ਲਿਆ। ਬੈਂਕਾਂ 'ਚ ਭਰਾ ਕੇ ਮੁੜ ਕੇ ਉਹ ਪੈਸਾ ਫੇਰ ਉਹਨਾਂ ਨੂੰ ਵੀ ਦੇਤਾ, ਪਾਨੀ ਜਵਾਨੀ ਕਾਰਪੋਰੇਟ ਘਰਾਣਿਆਂ ਨੂੰ। ਉਹ ਜੇ ਸਾਨੂੰ ਮਿਲਿਆ ਉਹਦਾ ਤਾਂ ਸਾਨੂੰ ਫਾਇਦਾ ਤੇ ਵੀ ਕਾਲਾ ਧਨ ਨਿਕਲ ਗਿਆ, ਉਹਨਾਂ ਦਾ ਕਾਲਾ ਧਨ ਬਣਾ ਲਿਆ, ਉਹ ਚਿੱਟਾ ਬਣ ਗਿਆ। ਉਹ ਸਰਕਾਰ ਜਿਹੜੇ ਸਾਡਾ ਚੂਲ ਭੂਤੀ ਉਹ ਵੀ ਲੈ ਗਈ। ਹੁਣ ਕਹਿੰਦੇ ਜੀ ਤਾਂ ਜੁਮਲੇ ਹੁੰਦੇ ਨੇ ਸਾਡੇ ਜੁਮਲੇ ਦਾ ਰਾਜ ਕੀ ਹੈ? ਜੁਮਲੇ ਦਾ ਰਾਜ ਆਹੀ ਹੈ ਜਿਹੜਾ ਸੜਕਾਂ ਤੇ ਬੈਠੇ ਆ। ਜੀ ਬਿਲਕੁਲ ਬਿਲਕੁਲ ਸਾਥੀ ਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਇਹ ਬਿੱਲ ਰੱਦ ਕਰਾਉਣ ਤੋਂ ਬਾਅਦ ਵੀ ਇਹ ਸੰਘਰਸ਼ ਜਿਹੜੀ ਇਹ ਕਾਣੀ ਵੰਡ ਹੈ ਬਿਲਕੁਲ ਖਤਮ ਨਹੀਂ ਹੋਣੀ ਹੈਗੀ। ਇਹ ਲੜਾਈ ਬਹੁਤ ਜ਼ਿਆਦਾ ਲੰਬੀ ਹੈ। ਇਸ ਸਮਾਜ ਨੂੰ ਇੱਕ ਬਰਾਬਰਤਾ ਵਾਲਾ ਸਮਾਜ, ਇੱਕ ਬਾਬੇ ਨਾਨਕ ਵਾਲਾ ਵੰਡ ਕੇ ਛਕੋ ਵਾਲਾ ਸਮਾਜ ਬਣਾਉਣ ਲਈ ਬਹੁਤ ਮਿਹਨਤ ਕਰਨ ਦੀ ਲੋੜ ਹੈ। ਤੋ ਸਾਥੀ ਜੀ, ਇੱਕ ਹੋਰ ਮੈਂ ਮਸਲਾ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦਾ ਕਿ ਘੱਟੋ ਘੱਟ ਅਸੀਂ ਤੁਹਾਡੀ ਜਥੇਬੰਦੀ ਨਾਲ, ਸਾਡੀ ਜਥੇਬੰਦੀ ਆ ਗੁਰਾਹਾਂ ਜਥੇਬੰਦੀ ਹੈ, ਸਾਡੇ ਕੰਨ ਪੱਕ ਜਾਂਦੇ ਆ ਇੱਕ ਗੱਲ ਸੁਣ ਕੇ। ਇਹ ਜਿਹੜੇ ਬਾਰ-ਬਾਰ ਜਿਹੜੇ ਨੇ ਆਪਣੇ ਪੱਤਰਕਾਰ ਸਵਾਲ ਪੁੱਛਦੇ ਆ ਵੀ ਤੁਸੀਂ ਬਾਕੀ ਯੂਨੀਅਨ ਦੇ ਵਿੱਚ ਸ਼ਾਮਲ ਕਿਉਂ ਨਹੀਂ ਹੋ ਜਾਂਦੇ, ਫਿਰ ਤੁਸੀਂ ਲੱਖੇ ਸਿਧਾਣੇ ਨੂੰ, ਤੁਸੀਂ ਦੀਪ ਸਿੱਧੂ ਨੂੰ ਆਪਣੀ ਸਟੇਜ ਤੇ ਬੋਲਣ ਕਿਉਂ ਨਹੀਂ ਦਿੰਦੇ, ਉਹ ਵਿੱਚ ਉਹਦਾ ਯਾਦਵ ਦਾ ਪੰਗਾ ਪਾ ਕੇ ਬਹਿ ਗਏ। ਇਹ ਮਤਲਬ ਇਹ ਤੁਸੀਂ ਦੋ ਟੁੱਕ ਇਹ ਨਾ, ਇੱਕ ਹੋਰ ਵਿੱਚ ਗੱਲ ਆਉਂਦੀ ਹੈ, ਸਲਾਹਾਂ ਦੇਣ ਆ ਜਾਂਦੇ ਨੇ ਵੀ ਤੁਸੀਂ ਉੱਥੇ ਆਹ ਸੜਕ ਤੇ ਕਿਉਂ ਨਹੀਂ ਤੁਸੀਂ ਆਪਣਾ ਧਰਨਾ ਲਾਇਆ। ਸੋ ਇਹਨਾਂ ਦਾ ਤੁਸੀਂ ਦੋ ਟੁੱਕ ਕੇ ਕੀ ਜਵਾਬ ਦਿਓਗੇ? ਅਸੀਂ ਜੀ ਜਿਹੜਾ ਫੈਸਲਾ ਕਰਦੇ ਨੇ, ਚਾਹੇ ਇਹੀ ਜਥੇਬੰਦੀਆਂ ਫੈਸਲਾ ਕਰਦੀਆਂ ਨੇ, ਅਸੀਂ ਪਹਿਲਾਂ ਵੀ ਪੰਜਾਬ ਦੇ ਵਿੱਚ ਵੀ ਜਦ ਵੀ ਫੈਸਲਾ ਕਰਦੇ ਸੀ, ਉੱਥੇ ਅਸੀਂ ਪਹਿਲਾਂ ਹੀ ਇਹ ਗੱਲ ਕਰਦੇ ਸੀ ਵੀ ਜਿਹੜੀ ਕੋਈ ਆਪਾਂ ਐਕਸ਼ਨ ਕਰਦੇ ਆ, ਉਹ ਐਕਸ਼ਨ ਦੀ ਸਾਡੀ ਸਾਂਝ ਹੋਊਗੀ। ਉਹ ਅਸੀਂ ਕਿਵੇਂ ਕਰਨਾ ਹੈ, ਅਸੀਂ ਆਜ਼ਾਦ ਕਰਨਾ, ਘੱਟ ਕਰਨਾ, ਵੱਧ ਕਰਨਾ। ਇਹ ਜਿਹੜੀਆਂ ਤੁਹਾਡੀਆਂ ਕੋਈ ਬੰਦਸ਼ਾਂ ਨਹੀਂ ਹੋਣਗੀਆਂ, ਇਹ ਮੀਟਿੰਗ ਦੇ ਵਿੱਚ ਬਕਾਇਦਾ ਰੂਪ ਦੇ ਵਿੱਚ ਪਾਸ ਕੀਤਾ ਹੋਇਆ। ਇਹ ਵੀ ਤੁਸੀਂ ਆਜ਼ਾਦ ਕਰ ਸਕਦੇ ਹੋ। ਅਸੀਂ ਇਸ ਕਰਕੇ ਤੁਹਾਡੇ ਨਾਲ ਇਹਦੇ ਵਿੱਚ ਤਾਂ ਨਹੀਂ ਆਉਂਦੇ ਵੀ ਇਹਦੇ ਵਿੱਚ ਕੋਈ ਤੁਹਾਡਾ ਕਾਂਗਰਸੀ ਵੀ ਆ ਜਾਂਦਾ, ਕੋਈ ਅਕਾਲੀ ਵੀ ਆ ਜਾਂਦਾ, ਕੋਈ ਹੋਰ ਵੀ ਲੀਡਰ ਆ ਜਾਂਦਾ, ਤੁਸੀਂ ਆਪ ਵੀ ਬੁਲਾਉਂਦੇ ਹੋ, ਤੁਸੀਂ ਆਪ ਵੀ ਜਾਂਦੇ ਹੋ। ਫਿਰ ਸਾਨੂੰ ਇਹਦਾ ਜਿਹੜਾ ਸਾਹਮਣਾ ਕਰਨਾ ਪੈਂਦਾ, ਅਸੀਂ ਆਪਣੇ ਕਿਸਾਨਾਂ ਨੂੰ ਉਹਦਾ ਜਵਾਬ ਕਿਵੇਂ ਦੇਵਾਂਗੇ। ਜੇ ਕੋਈ ਅਕਾਲੀ ਆ ਗਿਆ ਜਾਂ ਕੋਈ ਐਮਪੀ ਆ ਕੇ ਬੋਲ ਗਿਆ, ਫਿਰ ਤਾਂ ਤੁਸੀਂ ਕਹਿੰਦੇ ਵੀ ਤੂੰ ਸਾਡਾ ਕੋਈ ਸਿਆਸੀ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਇਹ ਤਾਂ ਫਿਰ ਤੁਸੀਂ ਰਲ ਕੱਢ ਹੋਏ ਕਰਦੇ ਆ। ਇਸ ਕਰਕੇ ਅਸੀਂ ਆਪਣੇ ਕਿਸਾਨਾਂ ਨੂੰ ਜਵਾਬ ਦੇਣ ਦੀ ਖਾਤਰ ਜਾਂ ਪੱਤਰਕਾਰਾਂ ਨੂੰ ਅਸੀਂ ਇਹ ਗੱਲ ਸਮਝਾਉਂਦੇ ਆ ਵੀ ਇਹ ਜਿਹੜਾ ਬਾਰ-ਬਾਰ ਫਿਰ ਹੁਣ ਤਾਂ ਉੱਥੇ ਤੂੰ ਮੈਂ ਹੋ ਗਈ, ਉੱਥੇ ਜਾ ਕੇ ਲੱਖੋ ਵਾਲੇ ਬੋਲਣ ਲੱਗਿਆ ਜਾਂ ਕੋਈ ਹੋਰ ਬੋਲਣ ਲੱਗਿਆ। ਅਸੀਂ ਨਹੀਂ ਚਾਹੁੰਦੇ ਵੀ ਸਟੇਜ ਦੇ ਉੱਪਰ ਕੋਈ ਇਹੋ ਜਿਹੀ ਕਾਰਵਾਈ ਹੋਵੇ ਜਿਹਦੇ ਨਾਲ ਕਿਸਾਨਾਂ ਦੇ ਵਿੱਚ ਜਿਹੜਾ ਕਿਸਾਨਾਂ ਦਾ ਰੌਲਾ ਉਹ ਠੰਡਾ ਹੋਵੇ, ਜਾਂ ਕਿਸਾਨਾਂ ਦੇ ਵਿੱਚ ਇਹ ਭਰਮ ਪੈ ਜਾਵੇ ਵੀ ਇਹ ਤਾਂ ਹੁਣ ਇੱਕ ਪਾਸੜ ਹੋ ਗਏ, ਜਾਂ ਕਿਸਾਨਾਂ ਦੇ ਵਿੱਚ ਇਹ ਹੋ ਜਾਵੇ ਵੀ ਇਹ ਸਿਆਸੀ ਬਣ ਗਏ। ਅਸੀਂ ਕਹਿੰਦੇ ਸਾਡੀ ਸਿਆਸਤ ਹੈਗੀ ਆ, ਸਾਡੀ ਸਿਆਸਤ ਕਿਸਾਨੀ ਬਚਾਉਣੀ ਆ, ਜ਼ਮੀਨਾਂ ਬਚਾਉਣੀਆਂ, ਆਪਣੀ ਕਿਸਾਨੀ ਬਚਾਉਣੀ ਆ, ਇਹ ਸਾਡੀ ਸਿਆਸਤ ਹੈ। ਉਹ ਅਸੀਂ ਇਹ ਸਾਨੂੰ ਪੱਤਰਕਾਰ ਵੀ ਕਹਿੰਦੇ ਨੇ ਵੀ ਸਿਆਸਤ ਤੋਂ ਬਿਨਾਂ ਕੋਈ ਗੱਲ ਨਹੀਂ ਹੁੰਦੀ। ਅਸੀਂ ਕਹਿੰਦੇ ਸਿਆਸਤ ਆ, ਇੱਕ ਸਿਆਸਤ ਦਾ ਉਹ ਜਿਹਨਾਂ ਨੇ ਆਪਣੇ ਢਿੱਡ ਭਰਨੇ ਆ, ਆਪਣੀਆਂ ਤਿਜੋਰੀਆਂ ਭਰਨੀਆਂ ਨੇ, ਆਪਣੀਆਂ ਕੰਪਨੀਆਂ ਦੀ ਸੇਵਾ ਕਰਨੀ ਹੈ। ਅਸੀਂ ਆਪਣੇ ਬੱਚੇ ਪਾਲਣੇ ਨੇ, ਆਪਣੀਆਂ ਜ਼ਮੀਨਾਂ ਪਾਲਣੀਆਂ ਨੇ, ਆਪਣੇ ਪਰਿਵਾਰ ਪਾਲਣੇ ਆ। ਅਸੀਂ ਜਿਹੜੀ ਲੁੱਟ ਖਸੁੱਟਾਂ ਖਤਮ ਕਰਾਉਣੀ ਹੈ, ਸਾਡੀ ਸਿਆਸਤ ਹੈ। ਬਿਲਕੁਲ 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 ਸਾਥੀ ਜੀ, ਬਿਲਕੁਲ। ਜਦੋਂ ਇੱਥੇ ਬਾਹਰ ਦੇ ਮੁਲਕਾਂ ਦੇ ਵਿੱਚ ਹੋਰ ਵੀ ਜਿਹੜਾ ਮੀਡੀਆ ਨੇ ਉਹ ਬਾਰ-ਬਾਰ ਕਹਿੰਦੇ ਵੀ ਇਹ ਨਿਰਪੱਖ ਮੀਡੀਆ, ਜਦੋਂ ਅਸੀਂ ਆਪਣੀ ਗੱਲ ਕਰਦੇ ਰੇਡੀਓ ਇਨਕਲਾਬ ਦੀ, ਅਸੀਂ
ਅਸੀਂ ਹਮੇਸ਼ਾ ਠੋਕ ਕੇ ਕਹਿੰਦੇ ਆ ਵੀ ਅਸੀਂ ਪੱਖਪਾਤੀਆਂ, ਅਸੀਂ ਲੋਕ ਪੱਖੀ, ਸਾਡਾ ਅਸੀਂ ਨਿਰਪੱਖ ਨਹੀਂ ਆ, ਅਸੀਂ ਪੱਖ ਆ ਸਾਡਾ, ਇੱਕ ਪਾਸੇ ਸਾਡਾ ਪੱਖ ਵਾ। ਸੋ ਉਸੇ ਤਰੀਕੇ ਨਾਲ ਹੀ ਤੁਸੀਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ। ਮੈਂ ਸਾਥੀ ਜੀ ਉਹੀ ਗੱਲ ਤੇ ਆਉਣਾ ਮੁੜ ਕੇ, ਕਿਉਂਕਿ ਅੱਜ ਹੀ ਮੈਂ ਜੋਗਿੰਦਰ ਸਿੰਘ ਉਗਰਾਹਾਂ ਦੀ ਇੰਟਰਵਿਊ ਸੁਣ ਰਿਹਾ ਸੀ, ਉਹਦੇ ਵਿੱਚ ਵੀ ਮੇਰਾ ਖਿਆਲ ਆ ਵੀ ਅੱਜ 1.5 ਮਹੀਨਾ ਹੋ ਗਿਆ ਉਹੀ ਸਵਾਲ ਬਾਰ-ਬਾਰ ਕਿ ਉਹ ਦੀਪ ਸਿੱਧੂ ਨੂੰ ਨਹੀਂ ਆਉਣ ਦਿੰਦੇ ਤੇ ਲੱਖੇ ਸਿਧਾਣੇ ਨੂੰ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਅਸੀਂ ਵੀ ਇਹੀ ਗੱਲ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਦੂਰ ਅੰਦੇਸ਼ੀ ਵਾਲੇ ਅਸੀਂ ਜਾਣਦੇ ਹਾਂ, ਅਸੀਂ ਉਹ ਕਹਿੰਦੇ ਹਾਂ ਵੀ ਅਸੀਂ ਉਹ ਰਾਹ ਨਹੀਂ ਪੈਣਾ ਹੈਗਾ ਜਿਹੜੇ ਰਾਹ ਦੇ ਵਿੱਚ ਸਾਨੂੰ ਰੁਕਾਵਟਾਂ ਪੈਣ। ਕਿਉਂਕਿ ਦੇਖੋ ਲੱਖਾ ਸਿਧਾਣਾ ਚਾਹੇ ਕੋਈ ਹੋਰ ਹੈ, ਅਸੀਂ ਕਿਸੇ ਦਾ ਵਿਅਕਤੀਗਤ ਕਿਸੇ ਦੇ ਅਸੀਂ ਐ ਨਹੀਂ ਹੈਗੇ। ਅਸੀਂ ਇਹ ਗੱਲ ਕਹਿੰਦੇ ਹਾਂ ਵੀ ਜਿਹੜੀ ਤੁਸੀਂ ਕਹਿਣੀ ਤੇ ਕਰਨੀ ਹੈ ਉਹ ਕਈ ਵਾਰ ਫਰਕ ਆ ਜਾਂਦਾ। ਕਈ ਵਾਰ ਕੋਈ ਇਹੋ ਜਿਹਾ ਵੀ ਤੁਸੀਂ ਮਾਰਕਾ ਮਾਰ ਦਿੰਦੇ ਹੋ, ਉਹ ਤੁਸੀਂ ਇੱਥੇ ਬੈਠੇ ਕੀ ਕਰਨ ਆਏ ਹੋ, ਤੁਸੀਂ ਇੱਥੇ ਰੋਟੀਆਂ ਖਾਣ ਆਏ ਹੋ, ਚਲੋ ਆਪਾਂ ਇਹ ਕੰਮ ਕਰੀਏ, ਆਪਾਂ ਜਿਵੇਂ ਤੁਸੀਂ ਗੱਲ ਕਹਿੰਦੇ ਹੋ ਫਲਾਣੀ ਸੜਕ ਰੋਕੀਏ, ਧਮਕੀ ਰੋਕੀਏ ਜਾਂ ਐਕਸ਼ਨ ਵਾਧੂ ਕਰੀਏ। ਇਹ ਜਿਹੜੀਆਂ ਗੱਲਾਂ ਨੇ ਇਹ ਕਈ ਵਾਰ ਜਿਹੜਾ ਆਪਣੀ ਐਜੂਕੇਸ਼ਨ ਚੱਲ ਰਹੀ ਹੁੰਦੀ ਆ ਉਹਦੇ ਵਿੱਚ ਘਾਤਕ ਸਿੱਧ ਹੋ ਜਾਂਦੀਆਂ ਨੇ। ਤੇ ਦੂਸਰੀ ਗੱਲ ਜਿਵੇਂ ਤੁਸੀਂ ਕਹਿੰਦੇ ਹੋ ਮੋਦੀ ਮੀਡੀਆ ਅੱਜ, ਤਾਂ ਮੋਦੀ ਮੀਡੀਆ ਨਾਲ ਵੀ ਇਹੀ ਅਪੀਲ ਕਰਦੇ ਆ ਬਈ ਜਿਹੜਾ ਮੋਦੀ ਮੀਡੀਆ ਤਾਂ ਉਹਨਾਂ ਦਾ ਹੈ, ਪਰ ਜਿਹੜੇ ਤੁਸੀਂ ਕਰਮਚਾਰੀ ਹੋ ਇਹ ਤਾਂ ਸਾਡੇ ਕਿਸਾਨਾਂ ਚੋਂ, ਮਜ਼ਦੂਰਾਂ ਚੋਂ, ਦਿਹਾੜੀ ਕਰਨ ਵਾਲੇ ਹੋ, ਤੁਸੀਂ ਦਿਹਾੜੀ ਤੇ ਅਸੀਂ ਉਹਨਾਂ ਨੂੰ ਇਹ ਗੱਲ ਸਮਝਾਉਣੇ ਆ ਵੀ ਸਾਡੀ ਗੱਲ ਆ ਜਿਹੜੀ ਇਹ ਗੱਲ ਸਾਡੀ ਜਿੰਨੀ ਕੁ ਹੋ ਸਕਦੀ ਤੁਸੀਂ ਪਹੁੰਚਾਓ। ਜੇ ਤੁਸੀਂ ਨਹੀਂ ਪਹੁੰਚਾ ਸਕਦੇ ਸਾਡੇ ਨਾਲ ਉਲਟੇ ਜਿਹੜੇ ਸਵਾਲ ਨੇ ਉਹ ਜਵਾਬ ਅਸੀਂ ਦੇ ਦਾਂਗੇ ਉਹਨਾਂ ਦਾ। ਹਾਂਜੀ, ਪਰ ਤੁਸੀਂ ਜਿਹੜੇ ਸਾਡੇ ਜਵਾਬ ਆ ਸਾਡੇ ਵਿੱਚ ਜਵਾਬ ਤੁਸੀਂ ਦਿਖਾਉਂਦੇ ਨਹੀਂ ਹੈਗੇ। ਤੁਸੀਂ ਉਹ ਜਿਹੜੇ ਸਾਡੇ ਵਿੱਚ ਕੋਈ ਕਮੀ ਪੇਸ਼ੀ ਆ ਉਹ ਤਾਂ ਤੁਸੀਂ ਲਾਜ਼ਮੀ ਦਿਖਾ ਦਿੰਦੇ ਹੋ, ਪਰ ਜੇ ਸਾਡੇ ਚ ਕੋਈ ਕਈ ਵਾਰ ਘਾਟ ਹੁੰਦੀ ਹੈ ਜਾਂ ਸਾਡੇ ਕਿਸੇ ਵਿਅਕਤੀ ਨੇ ਕਰ ਲਈ ਜਾਂ ਕਿਸੇ ਲੀਡਰ ਨੇ ਕਰ ਲਈ ਜਾਂ ਕੋਈ ਗੱਲ ਵੱਧ ਨਹੀਂ ਘੱਟ ਨਹੀਂ ਆ ਗਈ ਜਾਂ ਕੋਈ ਤਾਲਮੇਲ ਚ ਥੋੜੀ ਮੋਟੀ ਕਮੀ ਰਹਿ ਗਈ, ਉਹ ਤਾਂ ਸਾਡੀਆਂ ਤਰੁੱਟੀਆਂ ਤੁਸੀਂ ਦਿਖਾਉਣੀਆਂ। ਪਰ ਤੁਸੀਂ ਇਹ ਵੀ ਕਹਿ ਦਿਓ ਵੀ ਲੱਖਾਂ ਕਿਸਾਨ ਬੈਠੇ ਆ, 50 ਕਿਸਾਨ ਸ਼ਹੀਦੀਆਂ ਪਾ ਦੇ, ਬੀਬੀਆਂ ਭੈਣਾਂ ਬੈਠੀਆਂ ਨੇ, ਸਰਕਾਰ ਵੱਲੋਂ ਮੋਦੀ ਵੱਲੋਂ ਇੱਕ ਵੀ ਬਿਆਨ ਆਇਆ ਇਹਦੇ ਬਾਰੇ? ਤੁਸੀਂ ਇਹ ਤਾਂ ਮੀਡੀਆ ਪੁੱਛੀ ਉਹਨਾਂ ਨੂੰ ਵੀ ਇਹ ਤਾਂ ਤੁਸੀਂ ਪੁੱਛ ਲਓ। ਤੁਸੀਂ ਸਾਹਮੋ ਸਾਡਾ ਚੌਥਾ ਸਾਹਮੋ ਫਿਰ ਕੀ ਕਰ ਰਿਹਾ ਜੇ ਤੁਸੀਂ ਇਹ ਕਾਰਗੁਜ਼ਾਰੀ ਨਹੀਂ ਕਰਦੀ। ਅਸੀਂ ਤਾਂ ਤੁਹਾਡੇ ਕੋਲ ਇਹੀ ਗੁਜ਼ਾਰਿਸ਼ ਕਰਦੇ ਹਾਂ ਵੀ ਇੰਨੀ ਕੁ ਵੀ ਮਿਹਰਬਾਨੀ ਕਰ ਦਿਆ ਕਰੋ, ਇੰਨਾ ਕੁ ਸਵਾਲ ਉਹਨਾਂ ਨੂੰ ਵੀ ਪੁੱਛ ਦਿਆ ਕਰੋ। ਜੀ ਬਿਲਕੁਲ ਸਾਥੀ ਜੀ ਸਹੀ ਕਿਹਾ। ਉਹਦੇ ਬਾਰੇ ਉਹਨਾਂ ਦਾ ਕੀ ਕਹਿਣਾ ਕੀ ਹੈ, ਸਾਡੇ ਨਾਲ ਸਹਿਮਤ ਹੋ ਜਾਂਦੇ ਆ ਪਰ ਉਹਨਾਂ ਦੀ ਮਜਬੂਰੀ ਆ ਤਾਂ ਸਾਨੂੰ ਵੀ ਪਤਾ। ਹਾਂਜੀ ਬਿਲਕੁਲ ਹੈਗੀਆਂ ਜੀ। ਸਾਥੀ ਜੀ ਹੁਣ ਦਿੱਲੀ ਤੋਂ ਆਪਾਂ ਪੰਜਾਬ ਨੂੰ ਚੱਲੀਏ, ਜਿਹੜਾ ਉੱਥੇ ਜਿਹੜੇ ਸੰਘਰਸ਼ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਵੀ ਜਥੇਬੰਦੀਆਂ ਦੇ ਲਗਾਤਾਰ ਸੰਘਰਸ਼ ਚੱਲ ਰਹੇ ਨੇ ਔਰ ਜਿਹੜੇ SDM ਦੇ ਦਫ਼ਤਰ ਘੇਰੇ ਜਾ ਰਹੇ, ਸੰਗਰੂਰ ਦੇ ਵਿੱਚ ਬਹੁਤ ਵੱਡੇ ਤਰੀਕੇ ਨਾਲ ਲਾਠੀ ਚਾਰਜ ਵੀ ਹੋਇਆ ਆ, ਉਹਦੇ ਬਾਰੇ ਵੀ ਸਰੋਤਿਆਂ ਨੂੰ ਜਾਣਕਾਰੀ ਦਿਓ ਜੀ। ਅਸੀਂ ਐਂ ਗੱਲ ਕਰਦੇ ਹਾਂ ਜੀ 40 ਥਾਵਾਂ ਤੇ ਸਾਡੇ ਉੱਪਰ ਟੋਲ ਪਲਾਜ਼ੀਆਂ ਤੇ ਭਾਜਪਾ ਦੇ ਆਗੂਆਂ ਦੇ ਅੱਗੇ, ਸੈਨਿਕਾਂ ਦੇ ਅੱਗੇ, ਮਾਲ ਦੇ ਅੱਗੇ ਇਹ ਪ੍ਰੋਗਰਾਮ ਚੱਲ ਰਿਹਾ ਆਪਣਾ। ਉਹਦੇ ਵਿੱਚ ਜਿਹੜੀ ਅਸੀਂ ਪਹਿਲਾਂ ਸਾਨੂੰ ਸੀਗਾ ਖਦਸ਼ਾ ਕਿ ਜੇ ਅਸੀਂ ਦਿੱਲੀ ਜਾਵਾਂਗੇ ਤਾਂ ਹੋ ਸਕਦਾ ਵੀ ਸਾਡਾ ਇੱਧਰ ਕੰਮ ਕੁਛ ਫਿੱਕਾ ਪੈ ਜਾਊਗਾ, ਪਰ ਜਿਵੇਂ ਸਾਨੂੰ ਲੋਕਾਂ ਨੇ ਭਰੋਸਾ ਦਿੱਤਾ ਹੈ ਉਹ ਭਰੋਸਾ ਦੇਣ ਦੇ ਨਾਲ ਜਿਹੜੇ ਸਾਡੇ ਟੋਲ ਪਲਾਜ਼ੇ ਆ ਜਾਂ ਹੋਰ ਨੇ ਉਹਨਾਂ ਦੀ ਗਿਣਤੀ ਜਿੱਥੇ ਜਾਂਦੀ ਅੱਗੇ 400 ਸੀਗੀ ਹੁਣ ਉਹ ਹਜ਼ਾਰਾਂ ਦੀ ਗਿਣਤੀ ਚ ਰੋਜ਼ ਵੱਧਦੀ ਆ। ਬੀਬੀਆਂ ਭੈਣਾਂ ਆਪਦੇ ਆਪ ਆ ਰਹੀਆਂ ਨੇ, ਉਹ ਇਸ ਕਰਕੇ ਆ ਰਹੀਆਂ ਨੇ ਵੀ ਜੀ ਸਾਤੋਂ ਦਿੱਲੀ ਨਹੀਂ ਜਾ ਹੁੰਦਾ ਹੈ, ਘੱਟੋ ਘੱਟ ਅਸੀਂ ਨੇੜੇ ਤਾਂ ਜਾਈਏ। ਜੀ ਬਿਲਕੁਲ, ਉਹ ਨੇੜੇ ਜਾਣ ਕਰਕੇ ਉਹ ਵਧਾ ਰਹੇ ਨੇ। ਦੂਜੇ ਪਾਸੇ ਜਿਵੇਂ ਤੁਸੀਂ ਕਹਿੰਦੇ ਵੀ ਕੱਲ ਲਾਠੀ ਚਾਰਜ ਹੋਇਆ, ਇਹ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਰਕੇ ਹਟਿਆ ਵੀ ਭਾਜਪਾ ਵਾਲੇ ਵਿੱਚੋਂ ਵਿੱਚ ਪੂਰੇ ਤੜਫੇ ਪਏ ਆ ਵੀ ਸਾਡਾ ਤਾਂ ਬਾਹਰ ਨਿਕਲਣਾ ਔਖਾ ਹੋਇਆ ਪਿਆ, ਅਸੀਂ ਵਿਆਹ ਸ਼ਾਦੀਆਂ ਚ ਜਾਣਾ ਔਖਾ ਪਿਆ, ਸਾਡਾ ਮਰਨਾ ਪਰਨਾ ਔਖਾ ਹੋਇਆ ਪਿਆ। ਇਹ ਕਹੀ ਜਿਹੀਆਂ ਨੀਤੀਆਂ ਬਣ ਗਈਆਂ ਇਹਦੇ ਨਾਲ। ਉਹ ਬਾਰ-ਬਾਰ ਸਰਕਾਰ ਨੂੰ ਵੀ ਕਹਿੰਦੇ ਤੁਸੀਂ ਸਖਤੀ ਕਰੋ, ਤੁਸੀਂ ਕਿਸਾਨਾਂ ਨੂੰ ਖੁੱਲ੍ਹ ਕਰਦੇ ਦਿੱਤੀ ਆ, ਤੁਸੀਂ ਐ ਨਹੀਂ ਕੁਛ ਕਰਦੇ, ਬੋਲ ਹੀ ਕਰਦੇ। ਉਹ ਕੱਲ ਤੈਨੂੰ ਕਿਹਾ ਵੀ ਬੜੇ ਵੀ ਆ ਸਰਕਾਰ ਤੇ ਵੀ, ਉਹਨਾਂ ਨੇ ਰਾਜਪਾਲ ਨੂੰ ਵੀ ਮਿਲੇ ਆ, ਹੋਰ ਵੀ ਕੁਛ ਕੀਤਾ। ਉਹ ਅਸਲ ਵਿੱਚ ਜਿੰਨੇ ਵੱਧ ਤੜਫ ਰਹੇ ਆ, ਇਹ ਤੜਫਣਾ ਸੁਭਾਵਿਕ ਹੀ ਹੈ। ਜੇ ਕੁਛ ਕਰਾਂਗੇ ਤਾਂ ਕੁਛ ਉਹਨਾਂ ਨੂੰ ਉਹ ਜਿਹੜਾ ਸੇਕ ਉੱਥੇ ਲੱਗਿਆ ਉਹ ਸੇਕ ਵੀ ਮੋਦੀ ਨੂੰ ਲੱਗਣਾ ਆ ਕੇ ਦਿੱਲੀ। ਬਿਲਕੁਲ, ਤਾਂ ਹੀ ਤੇ ਗੱਲ ਆਦੀ ਕਿ ਉਹਦੇ ਮੀਟਿੰਗ ਚ ਵੀ ਆਊਗੀ ਉਹ। ਤੁਸੀਂ ਤਾਂ ਇਹ ਗੱਲ ਕਰ ਰਹੇ ਹੋ ਤੁਸੀਂ ਤਾਂ ਦਿੱਲੀ ਬੈਠੇ ਹੋ, ਅਸੀਂ ਤਾਂ ਪੰਜਾਬ ਆ,
ਅੱਜ ਤਾਂ ਘਰੋਂ ਨਿਕਲਣਾ ਔਖਾ ਹੋਇਆ ਪਿਆ। ਕਿਸਾਨ ਵੀ ਹੁਣ ਅੱਕੇ ਪਏ ਨੇ, ਥੱਕੇ ਪਏ ਨੇ, ਉਹ ਵੀ ਕੀ ਕਰਨ? ਵੀ ਤੁਸੀਂ ਬੋਲੀ ਉਹਨਾਂ ਦੀ ਬੋਲਦੇ ਹੋ, ਤੂੰ ਰਹਿੰਦੇ ਹੋ ਪੰਜਾਬ ਜੀ, ਤੁਸੀਂ ਪੰਜਾਬ ਦੇ ਅਮੈਤੀ ਹੋ, ਕੋਈ ਦਿੱਲੀ ਵਾਲੇ ਹੋ, ਆਬਾਦ ਨਿਗਰਾਨੀ ਦੇ ਅਮੈਤੀ ਹੋ। ਜੀ ਬਿਲਕੁਲ ਬਿਲਕੁਲ ਬਿਲकुल ਹਾਂਜੀ ਬਿਲਕੁਲ ਸਾਥੀ ਜੀ। ਜੇ ਮੈਂ ਜੋਗਿੰਦਰ ਸਿੰਘ ਉਗਰਾਹਾਂ ਦੀ ਇੰਟਰਵਿਊ ਸੁਣ ਰਿਹਾ ਸੀਗਾ, ਜਿਹੜਾ 7 ਤਰੀਕ ਦਾ ਪ੍ਰੋਗਰਾਮ ਆ ਮਜ਼ਦੂਰਾਂ ਨਾਲ ਮਿਲ ਕੇ, ਉਹ ਤੇ ਹੈ ਹੀ ਹੈ ਆ, ਤੇ ਬਾਕੀ ਜਥੇਬੰਦੀਆਂ ਨੇ 26 ਦਾ ਪ੍ਰੋਗਰਾਮ ਰੱਖਿਆ ਤੇ ਉਹਦੇ ਵਿੱਚ ਉਗਰਾਹਾਂ ਮੇਰੇ ਖਿਆਲ ਆਪਸ ਦੇ ਵਿੱਚ ਜਿਹੜੀਆਂ ਮੀਟਿੰਗਾਂ ਕਰ ਰਹੀ ਹੈ, ਕੀ ਸਟ੍ਰੈਟਜੀ ਕੀ ਹੋਵੇ ਗਾਹਾਂ ਦੀ। ਸੋ ਤੁਸੀਂ ਮੀਟਿੰਗਾਂ ਦੇ ਵਿੱਚ ਸ਼ਾਮਲ ਹੁੰਦੇ ਹੋ, ਸੋ ਕੀ ਅਗਲਾ ਜਿਹੜਾ ਪ੍ਰੋਗਰਾਮ ਹੈ ਆ ਹਜੇ ਤੱਕ ਡਿਸਕਸ਼ਨ ਚੱਲ ਰਹੀ ਹੈ ਜਾਂ ਕੋਈ ਪ੍ਰੋਗਰਾਮ ਬਣ ਚੁੱਕਿਆ? ਹਾਲੇ ਤਾਂ ਡਿਸਕਸ਼ਨ ਚੱਲ ਰਹੀ ਹੈ ਜੀ, ਅਜੇ ਕੋਈ ਪ੍ਰੋਗਰਾਮ ਨਹੀਂ ਬਣਿਆ ਹੈਗਾ। ਵੈਸੇ ਸੁਝਾਅ ਆ ਰਹੇ ਨੇ, ਆਏ ਹੋਣਾ ਚਾਹੀਦਾ, ਉਹ ਅਜੇ ਠੋਸ ਰੂਪ ਦੇ ਵਿੱਚ ਅੱਜ ਦੀ ਜਿਹੜੀ ਮੀਟਿੰਗ ਆ ਉਹ ਤੋਂ ਬਾਅਦ ਬਕਾਇਦਾ ਰੂਪ ਦੇ ਵਿੱਚ ਕੋਈ ਤੈਅ ਹੋਊਗਾ। ਯਾਨੀ ਗੱਲ ਜਿਵੇਂ ਜਿੱਥੇ ਬੰਦਿਆਂ ਦੇ ਵਿਚਾਰ ਆ ਰਹੇ ਆ, ਜਾਂ ਕੋਈ ਆਪਦੇ ਤੌਰ ਤੇ ਕਰ ਸਕਦਾ, ਉਹ ਕੋਈ ਕਰ ਸਕਦਾ, ਜਿਵੇਂ ਆਪਾਂ ਕੀਤਾ ਟਰੈਕਟਰ ਮਾਰਚ ਹਰਿਆਣੇ ਵਿੱਚ, ਆਪਾਂ ਕਿਸਾਨਾਂ ਨੂੰ ਜਾਗਰੂਕ ਕੀਤਾ ਤੇ ਆਪਾਂ ਉਹ ਇਲਾਕੇ ਤੇ ਵੀ ਗਏ ਆ, ਐ ਵੀ ਕਰ ਸਕਦੇ ਆ ਆਪਾਂ ਲਾਭਬੰਦੀ ਕਰਨ ਖਾਤਰ, ਦਿੱਲੀ ਦੇ ਆਲੇ ਵਾਲੇ ਘੁੰਮਣ ਖਾਤਰ, ਦਿੱਲੀ ਨੂੰ ਹਿਲਾਉਣ ਖਾਤਰ, ਜਾਂ ਜਿਹੜੇ ਸਾਡੇ ਕਿਸਾਨ ਵੀਰ ਕਹਿੰਦੇ ਨੇ ਕੁਛ ਕਰੋ, ਉਹ ਆਪਾਂ ਕਰਦੇ ਵੀ ਆ ਜੀ। ਤੇ ਇਹ ਜਿਹੜੀ ਗੱਲ ਹੈ, ਇਹ ਗੱਲ ਵੈਸੇ ਅੱਜ ਜਿਹੜੀ ਹੋਊਗੀ ਮੀਟਿੰਗ, ਉਹ ਤੋਂ ਬਾਅਦ ਆਪਣੀ ਸਾਰੀਆਂ ਜਥੇਬੰਦੀਆਂ ਨੇ ਉਹਦੇ ਵਿੱਚ ਤੈਅ ਹੋਊਗੀ ਜੀ। ਬਿਲਕੁਲ ਸਾਥੀ ਜੀ, ਮੇਰੇ ਖਿਆਲ ਅਸੀਂ ਲਗਭਗ ਅਖੀਰ ਦੇ ਪ੍ਰੋਗਰਾਮ ਦੇ ਪੜਾਅ ਦੇ ਵਿੱਚ ਆ ਚੁੱਕੇ ਹਾਂ। ਤੁਸੀਂ ਆਪਣੇ ਵੱਲੋਂ, ਆਪਣੀ ਜਥੇਬੰਦੀ ਵੱਲੋਂ ਹੋਰ ਜਿਹੜੇ ਉੱਥੇ ਲੜ ਰਹੇ ਲੋਕ ਨੇ, ਉਹਨਾਂ ਵੱਲੋਂ ਤੁਸੀਂ ਆਖਰੀ ਸੁਨੇਹਾ ਜਿਹੜੇ ਨਿਊਜ਼ੀਲੈਂਡ ਦੇ ਵਿੱਚ ਸੁਣ ਰਹੇ ਨੇ ਜਾਂ ਬਾਅਦ ਦੇ ਵਿੱਚ YouTube ਦੇ ਉੱਪਰ ਬਾਕੀ ਜਿਹੜੇ ਦੁਨੀਆ ਭਰ ਦੇ ਸਰੋਤੇ ਦੇਖਣਗੇ, ਸੁਣਨਗੇ, ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਇਸ ਸੰਘਰਸ਼ ਦੇ ਮਾਮਲੇ ਦੇ ਵਿੱਚ? ਅਸੀਂ ਤਾਂ ਪਹਿਲਾ ਸੁਨੇਹਾ ਉਹਨਾਂ ਨੂੰ ਇਹ ਦੇਣਾ ਚਾਹੁੰਦੇ ਹਾਂ ਵੀ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ ਜੀ। ਧੰਨਵਾਦੀ ਇਸ ਕਰਕੇ ਹੈ ਕਿ ਜਿਹੜੇ ਸਾਨੂੰ 7 ਸਮੁੰਦਰੋਂ ਪਾਰ ਲਲਕਾਰਾ ਮਾਰਦੇ ਆ ਵੀ ਤੁਸੀਂ ਡਟੇ ਰਹੋ, ਤੁਸੀਂ ਖੜੇ ਰਹੋ, ਅਸੀਂ ਤੁਹਾਨੂੰ ਕਿਸੇ ਕਿਸਮ ਦੀ ਆਸ ਨਹੀਂ ਆਉਣ ਦਿੰਦੇ ਜੀ, ਤੇ ਕੋਈ ਨਾ ਫੰਡਾਂ ਦੀ, ਨਾ ਰਾਸ਼ਨ ਦੀ, ਨਾ ਪਾਣੀ ਦੀ, ਇਹ ਵੀ ਛੱਡੋ ਵੀ ਜਿਹੜਾ ਤੁਸੀਂ ਆਪਦੇ ਤੌਰ ਤੇ ਹੀ ਸਾਡੇ ਮੁਕਾਬਲੇ 'ਚ ਉਹ ਦੇਸ਼ਾਂ ਨੂੰ ਹਿਲਾ ਰਹੇ ਹੋ ਜਿੱਥੇ ਉਹ ਧਨਾਟ ਦੇਸ਼ ਬੈਠੇ ਆ ਜੀ, ਜਿੱਥੇ ਸਾਡੀ ਗੱਲ ਨਹੀਂ ਪਹੁੰਚਦੀ, ਤੁਸੀਂ ਆਸਾਨੀਆਂ ਪਹੁੰਚਾਉਣੀਆਂ ਉੱਥੇ ਉਹਨਾਂ ਦੇ ਨਾਲ ਵਾਈਟ ਹਾਊਸਾਂ ਦੇ ਵਿੱਚ ਬਹਿ ਕੇ, ਜਾਂ ਤੁਸੀਂ ਆਪਣੇ ਨਿਊਜ਼ੀਲੈਂਡ, ਆਸਟ੍ਰੇਲੀਆ ਜਾਂ ਇੰਗਲੈਂਡ ਜਿੱਥੇ ਵੀ ਬੈਠੇ ਹੋ ਆਪਾਂ ਵੱਖ-ਵੱਖ ਥਾਵਾਂ ਤੇ, ਉਹ ਜਿਹੜਾ ਹੈਗਾ ਇਹ ਇਕੱਲੇ ਹੋਣਾ ਹਿੰਦੁਸਤਾਨ ਦੀ ਮੂਵਮੈਂਟ ਨਹੀਂ ਬਣਦੀ, ਇਹਦੇ ਨਾਲ ਇੰਟਰਨੈਸ਼ਨਲ ਮੂਵਮੈਂਟ ਬਣ ਗਈ ਹੈ ਸਾਰੀ ਆਪਣੀ। ਇਸ ਕਰਕੇ ਅਸੀਂ ਇਹ ਗੱਲ ਕਹਿੰਦੇ ਹਾਂ ਵੀ ਜਿਵੇਂ ਸਾਨੂੰ ਬਾਹਰੋਂ ਸਹਿਯੋਗ ਮਿਲ ਰਿਹਾ ਤੇ ਸਾਨੂੰ ਦੇਸ਼ ਵਿੱਚ ਸਹਿਯੋਗ ਮਿਲ ਰਿਹਾ, ਤੇ ਅਸੀਂ ਉਹਨਾਂ ਸਾਰੇ ਵੀਰਾਂ ਦਾ, ਕਿਸਾਨਾਂ ਦਾ, ਮਜ਼ਦੂਰਾਂ ਦਾ, ਮੁਲਾਜ਼ਮਾਂ ਦਾ, ਬੁੱਧੀਜੀਵੀਆਂ ਦਾ, ਕਲਾਕਾਰਾਂ ਦਾ ਰੰਗ ਕਰਨੀ ਆ, ਤੁਹਾਡੇ ਵਰਗੇ ਵੀਰਾਂ ਦਾ, ਹੋਰਾਂ ਦਾ, ਸਾਰਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਵੀ ਜਿਨ੍ਹਾਂ ਨੇ ਸਾਨੂੰ ਪੂਰਾ ਹੌਸਲਾ ਦਿੱਤਾ ਤੇ ਸਾਨੂੰ ਲੜਨ ਦਾ ਹੋਰ ਜਿਹੜਾ ਹੈਗਾ ਇਰਾਦਾ ਸਾਡਾ ਪੱਕਾ ਕੀਤਾ। ਅਸੀਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਥੀ ਜੀ, ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਹੈ। ਤੁਹਾਡੀ ਅਣਥੱਕ ਮਿਹਨਤ ਨੂੰ ਅਸੀਂ ਸਲਾਮ ਕਰਦੇ ਹਾਂ, ਕੋਟ-ਕੋਟ ਪ੍ਰਣਾਮ ਕਰਦੇ ਹਾਂ, ਤੇ ਆਉਂਦੇ ਸਮੇਂ ਦੇ ਵਿੱਚ ਵੀ ਅਸੀਂ ਤੁਹਾਡੇ ਕੋਲੋਂ ਜਾਂ ਹੋਰ ਜਥੇਬੰਦੀਆਂ ਦੇ ਸਾਥੀਆਂ ਕੋਲੋਂ ਚੱਲਦੇ ਸੰਘਰਸ਼ ਦੇ ਬਾਰੇ ਡਿਸਕਸ਼ਨ ਕਰਦੇ ਰਹਾਂਗੇ। ਸਾਥੀ ਜੀ, ਇਨਕਲਾਬ ਜ਼ਿੰਦਾਬਾਦ, ਜਿੱਤ ਲੜਦੇ ਲੋਕਾਂ ਦੀ ਜੀ। ਜ਼ਿੰਦਾਬਾਦ, ਜ਼ਿੰਦਾਬਾਦ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ। ਇਹ ਸਨ ਸਾਥੀ ਸੁਦਾਗਰ ਸਿੰਘ ਕੁਡਾਣੀ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਕਮੇਟੀ ਮੈਂਬਰ ਔਰ ਜਨਰਲ ਸਕੱਤਰ ਨੇ ਲੁਧਿਆਣਾ ਜ਼ਿਲ੍ਹਾ ਦੇ। ਬਿਲਕੁਲ ਅਨੂ ਜੀ, ਜਿਹੜੀ ਉਹਨਾਂ ਨੇ ਖਾਸ ਇੱਕ ਸੰਘਰਸ਼ ਵੱਲ ਜਿਹੜਾ ਇਸ਼ਾਰਾ ਕੀਤਾ, ਜਿਹੜਾ ਬਹੁਤ ਆਪਣੇ ਆਪ ਦੇ ਵਿੱਚ ਇੰਪੋਰਟੈਂਟ ਹੈ, ਜਿਹੜਾ ਉਹਨਾਂ ਨੇ ਇੱਕ ਜਿਹੜਾ ਇਹ ਨਾ ਬਰਾਬਰੀ ਵਾਲਾ ਸਮਾਜ ਹੈ, ਸੋ ਇਹ ਲੱਗ ਰਿਹਾ ਹੈ ਕਿ ਨੌਜਵਾਨ ਜਿਹੜੇ ਆਪ ਮੁਹਾਰੇ ਆਏ ਨੇ ਵੀ ਸ਼ਾਇਦ ਇਹ 1.5 ਮਹੀਨੇ ਦੇ ਵਿੱਚ ਉਹ 99 ਤੋਂ ਲੱਗੇ ਹੋਏ ਨੇ, ਵੇਖ ਲਓ, ਉਹ 99 ਤੋਂ ਪਹਿਲਾਂ ਦੂਸਰੇ ਜਥੇਬੰਦੀ ਦੇ ਨਾਲ। ਹਾਂ, ਨੌਜਵਾਨਾਂ ਨੂੰ ਮੈਂ ਇੱਕ ਦਰਖਾਸਤ ਕਰਨਾ ਚਾਹੁੰਦੀ ਹਾਂ। ਸ਼ਹੀਦ ਭਗਤ ਸਿੰਘ ਨਾਇਕ ਨੇ, ਸਾਰਿਆਂ ਦੇ ਨਾਇਕ ਨੇ ਉਹ, ਡਿਸਪਾਈਟ ਕਿ ਤੁਸੀਂ ਖੱਬੇ ਪੱਖੀ ਹੋ, ਧਾਰਮਿਕ ਹੋ, ਕੀ ਹੋ, ਸਾਰਿਆਂ 'ਚ ਉਹਨਾਂ ਦੀ ਇੱਕ ਜਗ੍ਹਾ ਬਣੀ ਹੋਈ ਹੈ। ਤਾਂ ਉਹਨਾਂ ਦਾ ਇੱਕ ਲੇਖ ਆ ਵਿਸ਼ਵ ਪ੍ਰੇਮ, ਮੈਂ ਬਹੁਤ ਵਾਰੀ ਪਹਿਲਾਂ ਪੜ੍ਹਿਆ, ਮੇਰੇ ਖਿਆਲ ਇਸੇ ਰੇਡੀਓ ਪ੍ਰੋਗਰਾਮ ਤੋਂ ਵੀ ਸ਼ਾਇਦ ਸਾਂਝਾ ਕੀਤਾ, ਪਰ ਉਹ ਜਿਹੜੀ ਨਾ ਜਿੰਨੀ ਵਾਰੀ ਵੀ ਕਿਸੇ ਚੀਜ਼ ਨੂੰ ਪੜ੍ਹੋ ਉਹਦੀ ਇੱਕ ਨਵੀਂ
ਸਮਝ ਹੋਰ ਕੁਛ ਨਾ ਕੁਛ ਉਹਦੇ ਚੋਂ ਨਵਾਂ ਨਿਕਲਦਾ ਆ। ਤੋ ਆ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਬਰਾਬਰਤਾ ਵਾਲਾ ਸਮਾਜ, ਤੋ ਸਾਥੀ ਜੀ ਨੇ ਵੀ ਕਿਹਾ ਕਿ ਸਾਡੀ ਇਹ ਜਿਹੜੀ ਹੁਣ ਇਹ ਅੰਦੋਲਨ ਆ ਇਹ ਸਿਰਫ ਭਾਰਤ ਲੈਵਲ ਤੱਕ ਨਹੀਂ ਰਹਿ ਗਿਆ, ਇੰਟਰਨੈਸ਼ਨਲ ਬਣ ਚੁੱਕਿਆ। ਸੋ ਉਸ ਲੇਖ ਵਿੱਚ ਉਹ ਨੌਜਵਾਨਾਂ ਨੂੰ ਹੀ ਪ੍ਰੇਰਿਤ ਕਰ ਰਹੇ ਨੇ। ਇੱਕ ਹੋਰ ਵੀ ਉਹਨਾਂ ਦਾ ਲੇਖ ਹੈ ਕਿ ਨੌਜਵਾਨਾਂ ਦਾ ਰਾਜਨੀਤੀ 'ਚ ਆਉਣਾ ਕਿਉਂ ਮਹੱਤਵਪੂਰਨ ਹੈ। ਰਾਜਨੀਤੀ ਮਤਲਬ ਉਹ ਜਿਹੜੀ ਗੰਦੀ ਪੋਲੀਟਿਕਸ ਨਹੀਂ ਗੱਲ ਅਸੀਂ ਉਹ ਕਰ ਰਹੇ। ਸੋ ਉਸ ਸਮੇਂ ਜਦੋਂ ਕਿ ਇਹ 47 ਤੋਂ ਪਹਿਲਾਂ ਦੀਆਂ ਗੱਲਾਂ ਨੇ, 1931 ਤੋਂ ਪਹਿਲਾਂ ਦਾ ਲਿਖਿਆ ਹੋਇਆ ਓਬਵੀਅਸਲੀ, ਕਿਉਂਕਿ ਉਹਨਾਂ ਨੂੰ 1931 ਵਿੱਚ ਫਾਂਸੀ ਦਿੱਤੀ ਗਈ ਹੈ। ਉਹ ਕਿਉਂਕਿ ਬਾਰ-ਬਾਰ ਇਹ ਵੀ ਅਸੀਂ ਦੇਖਦੇ ਹਾਂ ਕਿ ਗੋਰੇ ਭਜਾਏ ਸੀਗੇ, ਗੋਰੇ ਖੰਗੇ ਸੀ ਤੇ ਟੰਗੇ ਸੀ। ਉਸ ਲੇਖ ਵਿੱਚ ਸ਼ਹੀਦ ਭਗਤ ਸਿੰਘ ਇਹ ਲਿਖ ਰਹੇ ਨੇ ਕਿ ਇਹੋ ਜਿਹਾ ਇੱਕ ਬਰਾਬਰਤਾ ਵਾਲਾ ਸਮਾਜ ਕਿ ਇਸੇ ਦੇਸ਼ ਵਿੱਚ ਜਿਹਨੂੰ ਅਸੀਂ ਭਾਰਤ ਕਹਿੰਦੇ ਆ, ਗੋਰੇ ਤੇ ਕਾਲੇ ਇਕੱਠੇ ਰਹਿਣਗੇ ਔਰ ਉਹਨਾਂ ਨੂੰ ਬਰਾਬਰ ਜਿਹੜੀਆਂ ਓਪਰਚੁਨਿਟੀਜ਼ ਹੋਣਗੀਆਂ। ਮਤਲਬ ਉਹ ਲੇਖ 'ਚ ਕਿ ਵਿਸ਼ਵ ਪ੍ਰੇਮ ਕੇ ਵਿਸ਼ਵ ਭਰ ਵਿੱਚ ਇਹੋ ਜਿਹੀ ਇੱਕ ਬਰਾਬਰਤਾ ਆਵੇ, ਉਹ ਉਹਨਾਂ ਦਾ ਮਤਲਬ ਉਹ ਸੁਪਨਾ ਆ ਉਹ ਸਾਰੇ ਸਾਥੀਆਂ ਦਾ ਉਸ ਵਕਤ, ਜਿਹੜਾ ਕਿ ਅਜੇ ਵੀ ਸਾਕਾਰ ਨਹੀਂ ਹੋਇਆ। ਸੋ ਉਹ ਗੋਰੇ ਭਜਾਉਣ ਦੀ ਗੱਲ ਇੱਕ ਪਾਸੇ ਦੁਨੀਆ ਕਰਦੀ ਹੈ ਜਿਨ੍ਹਾਂ ਨੂੰ ਸਮਝ ਨਹੀਂ ਆ ਪੂਰੀ, ਔਰ ਉਹ ਇਹ ਲਿਖ ਰਹੇ ਨੇ ਕਿ ਦੁਨੀਆ ਭਰ ਵਿੱਚ ਇਹੋ ਜਿਹੀ ਬਰਾਬਰ ਦਾ ਸਿਸਟਮ ਹੋਵੇ ਕਿ ਇਸ ਭਾਰਤ ਵਿੱਚੋਂ ਸਾਨੂੰ ਗੋਰਿਆਂ ਨੂੰ ਭਜਾਉਣ ਦੀ ਲੋੜ ਨਹੀਂ ਆ। ਉਹ ਇੱਕ ਜਿਹੜੇ ਨਿਜ਼ਾਮ ਆ ਜਿਹੜਾ ਉਹ ਇਹੋ ਜਿਹਾ ਹੋਵੇ, ਉਹਨੂੰ ਅਸੀਂ ਬਦਲੀਏ ਕਿ ਬਰਾਬਰਤਾ ਦੇ ਮੌਕੇ ਹੋਣ, ਤਾਂ ਕਿ ਜਿਹੜੇ ਕਿਰਤੀ ਲੋਕ ਨੇ, ਚਾਹੇ ਉਹ ਗੋਰੇ ਨੇ, ਕਾਲੇ ਨੇ, ਭੂਰੇ ਨੇ, ਉਹ ਇੱਥੇ ਹੀ ਰਹਿ ਕੇ ਉਹਨਾਂ ਨੂੰ ਹਰ ਇੱਕ ਮੌਕਾ ਜਿਹੜਾ ਉਹ ਅਵੇਲੇਬਲ ਹੋਵੇ ਇੱਕ ਖੁਸ਼ਹਾਲ ਜ਼ਿੰਦਗੀ ਜੀਣ ਦਾ। ਸੋ ਮੈਂ ਖਾਸ ਕਰਕੇ ਨੌਜਵਾਨਾਂ ਨੂੰ ਜਿਹੜੇ ਇਸ ਵਕਤ ਕਾਲੇ ਪੈ ਰਹੇ ਨੇ ਕਿ ਅਸੀਂ ਕਿੰਨਾ ਕੁ ਟਾਈਮ ਬਾਰਡਰਾਂ ਤੇ ਬੈਠੇ ਰਵਾਂਗੇ, ਅਸੀਂ ਦਿੱਲੀ 'ਚ ਐਂਟਰ ਕਿਉਂ ਨਹੀਂ ਹੋ ਜਾਂਦੇ। ਕੱਲ ਵੀ ਇੱਕ ਇੱਥੇ ਉਹ ਵੀ ਹੈ ਇੰਡੀਅਨ ਨੌਜਵਾਨੀ ਸੀਗੇ, ਉਹ ਵੀ ਇਹ ਕਹਿ ਰਹੇ ਸੀਗੇ ਕਿ ਪਾਰਲੀਮੈਂਟ ਘੇਰ ਲੈਣੀ ਚਾਹੀਦੀ ਹੈ ਨਾ, ਹੁਣ ਅਸੀਂ ਸਮਾਂ ਵੇਸਟ ਕਰ ਰਹੇ ਹਾਂ। ਤਾਂ ਉਹਨਾਂ ਨੂੰ ਮੇਰੀ ਦਰਖਾਸਤ ਹੈ ਕਿ ਇਹ ਪੜ੍ਹੇ ਜਾਣ ਲੇਖ। ਔਰ ਜਿਹੜਾ ਕਿ ਤੁਸੀਂ ਪੁੱਛ ਰਹੇ ਸੀਗੇ ਸਾਥੀ ਜੀ ਨੂੰ ਕਿ ਉਹ ਡਿਸਪਲਿਨ ਕਿੱਦਾਂ ਬਣਾ ਕੇ ਰੱਖਦੇ ਆ, ਜ਼ਾਬਤੇ 'ਚ ਕਿੱਦਾਂ ਰਹਿੰਦੇ ਆ, ਕਿਉਂਕਿ ਉਹ ਅਗਰ ਨਹੀਂ ਡਿਸਪਲਿਨ ਰਹਿੰਦਾ ਤਾਂ ਉਹ ਮੈਨੂੰ ਲੱਗਦਾ 1-2 ਦਿਨ ਹੀ ਲੱਗਣਗੇ ਸਾਰੀ ਚੀਜ਼ ਨੂੰ ਅਸ਼ਾਂਤੀ ਪੂਰਵਕ ਬਣਨ ਦੇ ਔਰ ਹਿੰਸਾ ਵੱਲ ਨੂੰ ਜਾਣ ਦੇ। ਤਾਂ ਉਹ ਮੈਂ 1-2 ਕੋਟ ਨੇ ਭਗਤ ਸਿੰਘ ਹੋਰਾਂ ਦੇ ਉਹ ਹਿੰਸਾ ਬਾਰੇ ਉਹ ਮੈਂ ਪੜ੍ਹਨਾ ਚਾਹੂੰਗੀ। ਸੋ ਉਹ ਔਰ ਖਾਸ ਕਰਕੇ ਜਿਹੜਾ ਹੁਣ ਇੱਥੇ ਸਾਡੇ ਦੇਸ਼ 'ਚ ਵੀ ਇੱਕ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਹਦੇ ਤੇ ਵੀ ਟੁੱਕਦੀ ਹੈ ਗੱਲ। ਸੋ ਭਗਤ ਸਿੰਘ ਕਹਿ ਰਹੇ ਨੇ ਕਿ ਹਿੰਸਾ ਕਿਸੇ ਬਹੁਤ ਹੀ ਖਾਸ ਹਾਲਾਤ ਵਿੱਚ ਜਾਇਜ਼ ਹੋ ਸਕਦੀ ਹੈ, ਪਰ ਅਹਿੰਸਾ ਜਨ ਅੰਦੋਲਨਾਂ ਦਾ ਮੁੱਖ ਹਥਿਆਰ ਹੋਵੇਗੀ। ਸੋ ਇਹ ਜਨ ਅੰਦੋਲਨ ਹੈ ਇਸ ਵਕਤ, ਜਿੰਨੇ ਉੱਥੇ ਲੋਕ ਬੈਠੇ ਨੇ, ਜਿੰਨੀ ਆਮ ਲੋਕਾਈ ਦੁਨੀਆ ਭਰ ਤੋਂ ਨਾਲ ਜੁੜੀ ਹੈ, ਜਨ ਅੰਦੋਲਨ। ਸੋ ਉਹ ਕਹਿ ਰਹੇ ਨੇ ਕਿ ਜਨ ਅੰਦੋਲਨਾਂ ਦਾ ਮੁੱਖ ਹਥਿਆਰ ਨੌਨ ਵਾਇਲੈਂਸ ਹੀ ਆ, ਸ਼ਾਂਤਮਈ ਰਹੂਗਾ। ਔਰ ਅੱਗੇ ਜਾ ਕੇ ਉਹ ਆਪਣੀ ਗੱਲ ਕਰਦੇ ਨੇ, ਕਹਿੰਦੇ ਕਿ ਮੈਂ ਆਪਣੀ ਸਾਰੀ ਤਾਕਤ ਨਾਲ ਇਹ ਕਹਿਣਾ ਚਾਹਾਂਗਾ ਕਿ ਨਾ ਮੈਂ ਦਹਿਸ਼ਤ ਪਸੰਦ ਹਾਂ ਅਤੇ ਨਾ ਹੀ ਸਾਂ, ਸਿਰਫ ਇਨਕਲਾਬੀ ਜੀਵਨ ਦੇ ਸ਼ੁਰੂ ਦੇ ਚੰਦ ਦਿਨਾਂ ਦੇ ਸਿਵਾਏ। ਉਸ ਤੋਂ ਬਾਅਦ ਕਹਿੰਦੇ ਨੇ ਕਿ ਮੈਨੂੰ ਪੂਰੀ ਤਰ੍ਹਾਂ ਯਕੀਨ ਹੈ ਕਿ ਅਸੀਂ ਇਹਨਾਂ ਤਰੀਕਿਆਂ ਰਾਹੀਂ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ, ਮਤਲਬ ਕਿ ਦਹਿਸ਼ਤ ਵਾਲੇ ਔਰ ਹਿੰਸਾ ਵਾਲੇ ਤਰੀਕਿਆਂ ਰਾਹੀਂ ਅਸੀਂ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ। ਔਰ ਅੱਗੇ ਇੱਕ ਹੋਰ ਥਾਂ ਤੇ ਉਹ ਕਹਿੰਦੇ ਨੇ ਦਹਿਸ਼ਤ ਪਸੰਦੀ ਸਾਡੇ ਅੰਦਰ ਇਨਕਲਾਬੀ ਸੋਚ ਦੀ ਪਕੜ ਦੇ ਅਭਾਵਾਂ ਦਾ ਪ੍ਰਗਟਾਵਾ ਹੈ। ਅਭਾਵ ਮਤਲਬ ਕਮੀ। ਸੋ ਕਹਿੰਦੇ ਕਿ ਦਹਿਸ਼ਤ ਪਸੰਦੀ ਦਾ ਮਤਲਬ ਹੈ ਕਿ ਸਾਡੇ ਅੰਦਰ ਇਨਕਲਾਬੀ ਸੋਚ ਦੀ ਕਮੀ ਹੈ ਔਰ ਅਸੀਂ ਉਹਦਾ ਪ੍ਰਗਟਾਵਾ ਕਰ ਰਹੇ ਹਾਂ ਜੀ, ਬਿਲਕੁਲ ਦਹਿਸ਼ਤ ਪੈਦਾ ਕਰਕੇ। ਸੋ ਇਹ ਨੌਜਵਾਨਾਂ ਨੂੰ ਉੱਥੇ ਜਗ੍ਹਾ ਜਗ੍ਹਾ ਲਾਇਬ੍ਰੇਰੀਆਂ ਬਣੀਆਂ ਹੋਈਆਂ ਨੇ ਬਾਰਡਰਾਂ ਤੇ, ਸੋ ਇਹ ਸਾਰਾ ਲਿਟਰੇਚਰ ਜਿਹੜਾ ਮੁਹੱਈਆ ਵੀ ਹੈ। ਵੈਸੇ ਵੀ ਅੱਜ ਕੱਲ ਤਾਂ ਆਨਲਾਈਨ ਵੀ ਕਾਫੀ ਕੁਝ ਮਿਲ ਜਾਂਦਾ ਆ, ਹਰ ਇੱਕ ਦੇ ਹੱਥ ਵਿੱਚ ਸਮਾਰਟਫੋਨ ਆ, ਤੁਸੀਂ ਫਟਾਫਟ ਸਰਚ ਕਰ ਸਕਦੇ ਹੋ। ਜਿਸ ਤਰ੍ਹਾਂ ਕਿ ਅਸੀਂ ਪਿਛਲੇ ਮਹੀਨੇ 1.5 ਮਹੀਨੇ 'ਚ ਦੇਖਿਆ ਸਾਡੇ ਗੀਤਾਂ ਦੀ ਨੁਹਾਰ ਵੀ ਬਦਲ ਗਈ ਹੈ, ਪੰਜਾਬੀ ਗੀਤਾਂ ਦੀ, ਔਰ ਉਹ ਬਹੁਤ ਖੂਬਸੂਰਤ ਗੱਲ ਆ ਜੀ ਕਿ ਉਹਨਾਂ ਵਿੱਚ ਵੀ ਚੰਗੇ ਮੈਸੇਜ ਆਉਣ ਲੱਗ ਗਏ ਆ। ਸੋ ਨੌਜਵਾਨਾਂ ਨੂੰ ਖਾਸ ਤੌਰ ਤੇ ਦਰਖਾਸਤ ਹੈ ਕਿ ਇਹ ਜਿਹੜਾ ਅੰਦੋਲਨ ਹੈ ਇਕੱਲੇ ਜੋਸ਼ ਨਾਲ ਕਿਸੇ ਸਿਰੇ ਨਹੀਂ ਲੱਗਣਾ, ਹੋਸ਼ ਵੀ ਨਾਲ ਉਨੀ ਹੀ ਜ਼ਰੂਰੀ ਹੈ, ਜੋਸ਼ ਔਰ ਹੋਸ਼ ਬਰਾਬਰ। ਸੋ ਇਹ ਜਿਹੜੇ ਸਾਡੇ ਸੀਨੀਅਰ ਸਾਥੀ ਨੇ ਜਿਨ੍ਹਾਂ ਉਮਰਾਂ ਹੀ
ਲਾਈਆਂ ਨੇ ਇਸ ਇਹਨਾਂ ਸੰਘਰਸ਼ਾਂ 'ਚ। 1999 ਕਹਿ ਰਹੇ ਨੇ, ਮਤਲਬ 20-21 ਸਾਲ ਹੋ ਗਏ ਨੇ, 22ਵਾਂ ਸਾਲ ਸ਼ੁਰੂ ਹੋ ਗਿਆ ਉਹਨਾਂ ਉਸ ਤੋਂ ਪਹਿਲਾਂ। ਹਾਂ, ਉਸ ਤੋਂ ਪਹਿਲਾਂ ਹਾਂ ਉਹ ਵੀ ਅਗਰ ਜਿਹੜੀਆਂ ਜਦੋਂ ਆਪਣੇ ਲੱਖੋਵਾਲ ਦੀ ਗੱਲ ਲੱਖੋਵਾਲ ਨਾਲੋਂ ਅਲੱਗ ਹੋਏ ਨੇ। ਹਾਂ, ਤੋ ਉਹਨਾਂ ਨੇ ਉਮਰਾਂ ਲਾਈਆਂ ਨੇ ਇਸ ਚੀਜ਼ 'ਚ। ਸੋ ਉਹ ਜਿਹੜੇ ਹੋਸ਼ ਹੈ ਉਹਦਾ ਬਰਾਬਰ ਚੱਲਣਾ ਲਾਜ਼ਮੀ ਆ ਜੋਸ਼ ਦੇ ਨਾਲ ਨਾਲ, ਨਹੀਂ ਤਾਂ ਇਹਨੂੰ ਸੰਘਰਸ਼ ਨੂੰ ਖਿੰਡਦਿਆਂ ਦਿਨ ਹੀ ਲੱਗਣਗੇ, ਕੁਝ ਦਿਨਾਂ 'ਚ ਖਤਮ ਹੋ ਜਾਏਗਾ ਜਿਹੜਾ ਇੰਨੀਆਂ ਉਮਰਾਂ ਲਗਾ ਕੇ ਇੱਥੋਂ ਤੱਕ ਪਹੁੰਚਾਇਆ ਗਿਆ ਹੈ ਸਾਰਾ ਕੰਮ। ਵੇਖੋ ਉਹਨੂੰ ਜੋ ਜਿਹੜੀ ਮਤਲਬ ਖੁਦਕਸ਼ੀਆਂ ਦਿੱਲੀ ਦੇ ਵਿੱਚ ਹਾਲੇ ਵੀ ਹੋ ਰਹੇ ਨੇ, ਸੋ ਇਹਨੂੰ ਇਹ ਬਿਲਕੁਲ ਵੀ ਜਿਹੜੇ ਇਹ ਬਿੱਲ ਰੱਦ ਕਰਾਉਣਾ ਆ, ਇਹ ਇੱਕ ਕੋਰਪੋਰੇਟ ਘਰਾਣਿਆਂ ਨੂੰ ਇੱਕ ਬਹੁਤ ਵੱਡੀ ਵੰਗਾਰ ਹੈ ਔਰ ਉਹਨਾਂ ਨੂੰ ਇੱਕ ਰੋਕ ਲਾਈ ਗਈ ਹੈ। ਇਸ ਤੋਂ ਪਹਿਲਾਂ ਕਿ ਉਹ ਜਿਹੜੀ ਪਹਿਲੀ ਵੱਧ ਤੋਂ ਬੱਤਰ ਜਿਹੜੀ ਸਿਚੁਏਸ਼ਨ ਨਾ ਬਣੇ, ਪਰ ਇੱਕ ਜਿਹੜਾ ਇਹ ਸਮਾਜ ਜਿਹੜਾ ਬਰਾਬਰ ਤੋਲਾ ਸਿਰਜਣਾ, ਇਹ ਬਹੁਤ ਸੰਘਰਸ਼ ਉਹਦੇ ਵਾਸਤੇ ਬਾਕੀ ਹੈ। ਇਕੱਲੀ ਹਿੰਦੁਸਤਾਨ ਦੀ ਗੱਲ ਨਹੀਂ, ਇਹ ਦੁਨੀਆ ਦੇ ਵਿੱਚ ਲਾਗੂ ਹੁੰਦੀ ਹੈ। ਸੋ ਅਨੂ ਜੀ, ਮੈਂ ਇਹਦੇ ਵਿੱਚ ਕੁਝ ਹੋਰ ਐਡ ਕਰਨਾ ਚਾਹੁੰਦਾ ਸੀ, ਮੇਰੇ ਦਿਮਾਗ ਚੋਂ ਨਿਕਲ। ਅਸੀਂ ਜਿਹੜਾ ਗੀਤ ਸ਼ੁਰੂ ਕੀਤਾ ਸੀ ਉਹਨਾਂ ਹਾਂਜੀ, ਮੈਂ ਕਹਿਣਾ ਚਾਹੁੰਦਾ ਸੀ ਕੱਲ ਹੀ ਆਪਣਾ ਜਿਹੜਾ ਰੈਲੀ ਹੋਈ ਹੈ ਉਹਦੇ ਵਿੱਚ ਵੇਖੋ ਇਹ ਸੰਘਰਸ਼ ਨੇ ਜ਼ਮੀਨਾਂ ਦੇ ਉੱਪਰ ਇੱਕ ਨੌਜਵਾਨ ਨੇ ਮਾਈਕਰੋਫੋਨ ਤੇ ਗੱਲਬਾਤ ਮੈਗਾਫੋਨ ਤੇ ਕੀਤੀ ਸੀਗੀ, ਬੰਦਾ ਸਿੰਘ ਬਹਾਦਰ ਹੁਣਾਂ ਦੀ, ਕੀ ਜ਼ਮੀਨਾਂ ਸਾਨੂੰ ਬਖਸ਼ਾਈਆਂ, ਜਿਹੜੀ ਜ਼ਮੀਨ ਹਲਵਾਹਕ ਦੀ। ਸੋ ਇਹੋ ਜਿਹੇ ਜਿਹੜੀਆਂ ਡਿਸਕਸ਼ਨ ਆ ਰਹੀਆਂ ਨੇ ਸਾਹਮਣੇ, ਬਿਲਕੁਲ ਬਹੁਤ ਵਧੀਆ ਗੱਲ ਆ। ਹਾਂਜੀ ਹਾਂਜੀ। ਔਰ ਸਾਡੀ ਅਸੀਂ ਕਿੰਨੇ ਸਭ ਤੋਂ ਪਹਿਲਾਂ ਪ੍ਰੋਟੈਸਟ ਕਿਸਾਨਾਂ ਦੇ ਸਮਰਥਨ ਵਿੱਚ ਅਕਤੂਬਰ ਦੇ ਸ਼ੁਰੂ ਵਿੱਚ ਕੀਤਾ ਸੀਗਾ। ਉਦੋਂ ਹਾਲੇ ਰੇਲਾਂ ਰੋਕ ਕੇ ਬੈਠੇ ਹੋਏ ਸੀਗੇ ਸਾਥੀ, ਔਰ 25 ਸਪਟੈਂਬਰ ਵਾਲਾ ਜਿਹੜਾ ਉਹ ਬੰਦ ਸੀਗਾ ਪੰਜਾਬ ਦਾ, ਉਹ ਹੋ ਚੁੱਕਿਆ ਸੀ। ਦਿੱਲੀ ਬਾਰਡਰ ਤੇ ਹਾਲੇ ਉਹ ਸਲਾਹਾਂ ਹੋ ਰਹੀਆਂ ਸੀਗੀਆਂ ਕਿ ਇਸ ਤਰ੍ਹਾਂ ਕਰੀਏ, ਹੋਇਆ ਨਹੀਂ ਸੀ। ਉਹ ਸਭ ਤੋਂ ਪਹਿਲਾਂ ਸੀ। ਉਸ ਤੋਂ ਬਾਅਦ ਅਸੀਂ 13 ਦਸੰਬਰ ਦੇ ਸ਼ੁਰੂ ਹੋਏ ਹਾਂ। ਹਰ ਐਤਵਾਰ ਅਸੀਂ ਉੱਥੇ ਜਾਂਦੇ ਹਾਂ ਓਨੀਹੰਗਾ, ਜਿਹੜਾ ਇੰਡੀਅਨ ਐਮਬੈਸੀ ਦੀ ਬ੍ਰਾਂਚ ਹੈ ਇੱਥੇ ਆਕਲੈਂਡ 'ਚ। ਤੋ ਕੱਲ ਵੀ ਅਸੀਂ ਗਏ, ਤੋ ਉੱਥੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹ ਨੌਜਵਾਨ ਇੱਕ ਗੱਲ ਕਰ ਰਹੇ ਸੀਗੇ, ਹਰ ਵਾਰੀ ਸਾਡੀ ਬਹੁਤ ਹੀ ਮੈਂ ਕਹਾਂਗੀ ਕਿ ਸੁਲਝੇ ਹੋਏ ਖੂਬਸੂਰਤ ਖਿਆਲਾਂ ਵਾਲੇ ਲੋਕਾਂ ਨਾਲ ਮੁਲਾਕਾਤ ਹੁੰਦੀ ਹੈ ਸਾਡੀ ਹਰ ਵਾਰ। ਇਸ ਰੇਡੀਓ ਮਾਧਿਅਮ ਤੇ ਅਸੀਂ ਬਹੁਤ ਵਾਰੀ ਇਹ ਗੱਲ ਕੀਤੀ ਤੇ ਉਹਨੇ ਉਸ ਨੌਜਵਾਨ ਨੇ ਰਿਪੀਟ ਕੀਤੀ, ਮੈਨੂੰ ਬਹੁਤ ਚੰਗਾ ਲੱਗਿਆ ਕਿ ਚਾਹੇ ਉਹ ਰੂਸ ਦਾ ਇਨਕਲਾਬ ਹੋਵੇ, ਚਾਹੇ ਫਰਾਂਸ ਦਾ ਹੋਵੇ, ਪਰ ਸਾਡੇ ਜਿਹੜੇ ਨਾਇਕ ਨੇ ਲੋਕ ਪੱਖੀ, ਪਹਿਲਾਂ ਉਸ ਤੋਂ ਬਹੁਤ ਪਹਿਲਾਂ ਬੰਦਾ ਸਿੰਘ ਬਹਾਦਰ ਜੀ ਨੇ ਜਿਹੜੀ ਕਾਣੀ ਵੰਡ ਉਹਨੂੰ ਖਤਮ ਕੀਤੀ, ਬਕਾਇਦਾ ਖਾਲਸਾ ਰਾਜ, ਚਾਹੇ ਉਸ ਥੋੜੇ ਸਮੇਂ ਦੇ ਵਾਸਤੇ ਸੀਗਾ, ਪਰ ਇੱਕ ਦੁਨੀਆ ਦੇ ਵਿੱਚ ਮਿਸਾਲ ਕਾਇਮ ਕਰ ਗਿਆ। ਇਹ ਗੱਲਾਂ ਬਹੁਤ ਜ਼ਰੂਰੀ ਨੇ ਜੀ ਕਰਨੀਆਂ। ਔਰ ਇਸ ਜਿਵੇਂ ਬਾਰ-ਬਾਰ ਕਹਿੰਦੇ ਆ ਕਿ ਕਰਤਾਰ ਸਿੰਘ ਸਰਾਭਾ ਕਹਿੰਦੇ ਨੇ ਵੀ ਇਹ ਸੰਘਰਸ਼ ਜਿਹੜੇ ਨੇ ਇਹ ਇੱਕ ਨਵੀਆਂ ਚੀਜ਼ਾਂ ਸਿੱਖਣ ਲਈ ਇੱਕ ਐਜੂਕੇਸ਼ਨ ਦਾ ਇੱਕ ਮਾਧਿਅਮ ਹੁੰਦੇ ਨੇ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਜਿਹੜੀ ਰੈਲੀਆਂ ਅਸੀਂ ਕਰਦੇ ਹਾਂ ਉਹਦੇ ਵਿੱਚ ਘੱਟੋ ਘੱਟ ਇਹੋ ਜਿਹੀਆਂ ਜਿਹੜੇ ਵਿਚਾਰ ਨੇ ਉਹ ਡਿਸਕਸ਼ਨ ਹੋਏ। ਔਰ ਆਲਮੋਸਟ ਹਰ ਵਾਰੀ ਬੁੱਕ ਸਟਾਲ ਵੀ ਹੁੰਦਾ ਆ ਸਾਡਾ, ਜਿੱਥੇ ਕਿ ਇਸ ਤਰ੍ਹਾਂ ਦਾ ਲਿਟਰੇਚਰ ਜਿਹੜਾ ਲੋਕ ਲਿਜਾ ਸਕਦੇ ਨੇ। ਅਗਰ ਉਹਦੇ 'ਚ ਬੁੱਕ ਸਟਾਲ 'ਚ ਕੁਛ ਮਿਸਿੰਗ ਆ, ਉਹ ਸਾਨੂੰ ਤੁਸੀਂ ਸਲਾਹ ਵੀ ਦੇ ਸਕਦੇ ਹੋ ਕਿ ਕਿਹੜੀਆਂ ਚੀਜ਼ਾਂ ਤੁਸੀਂ ਪੜ੍ਹਨਾ ਚਾਹੁੰਦੇ ਹੋ, ਤਾਂ ਉਹ ਸਾਡੇ ਸਾਥੀ ਮਨਦੀਪ ਸਿੰਘ ਨੇ ਆਜ਼ਾਦ ਰੰਗਮੰਚ ਤੋਂ, ਉਹ ਮੁਹੱਈਆ ਵੀ ਕਰਵਾ ਦੇਣਗੇ ਤੁਹਾਨੂੰ ਲਿਟਰੇਚਰ ਜੋ ਵੀ ਤੁਹਾਡੀ ਜ਼ਰੂਰਤ ਹੈ। ਤਾਂ ਆਉਂਦੇ ਐਤਵਾਰ ਅਸੀਂ ਫਿਰ ਉੱਥੇ ਹੀ ਹੋਵਾਂਗੇ 1:30 ਵਜੇ। ਹਾਂਜੀ, 1:30 ਵਜੇ ਦੁਪਹਿਰੇ ਆਉਂਦੇ ਐਤਵਾਰ, ਯਾਨੀ ਕਿ 10 ਜਨਵਰੀ 2021 ਦੁਪਹਿਰ 1:30 ਵਜੇ 133 ਓਨੀਹੰਗਾ ਮਾਲ, ਓਨੀਹੰਗਾ ਆਕਲੈਂਡ ਵਿਖੇ ਅਸੀਂ ਹੋਵਾਂਗੇ, ਚਾਹੇ ਜੋ ਵੀ ਮੌਸਮ ਹੋਵੇ। ਬੀਤੇ ਕੱਲ ਐਕਚੁਅਲੀ ਬਾਰਿਸ਼, ਕਾਫੀ ਮੂਸਲਾਧਾਰ ਬਾਰਿਸ਼ ਦਾ ਫੋਰਕਾਸਟ ਸੀ, ਤਾਂ ਮੈਨੂੰ ਪਰਸਨਲੀ ਲੱਗ ਰਿਹਾ ਸੀਗਾ ਅੱਜ ਤੇ ਕੋਈ ਵੀ ਨਹੀਂ ਆਊਗਾ, ਅਸੀਂ ਹੋਵਾਂਗੇ ਜਿਹੜੇ ਆਰਗੇਨਾਈਜ਼ਰ ਆ। ਪਰ ਕੱਲ ਬਹੁਤ ਜ਼ਿਆਦਾ ਲੋਕ ਆਏ ਐਕਚੁਅਲੀ, ਔਰ ਬੱਚੇ, ਛੋਟੇ ਬੱਚੇ ਆਏ, ਪਰਿਵਾਰ ਆਏ। ਤਾਂ ਬੱਚੇ ਵੀ, ਇੱਕ ਤਾਂ ਛੋਟਾ ਬੱਚਾ ਮੇਰਾ ਖਿਆਲ ਪ੍ਰੀ ਸਕੂਲਰ ਹੀ ਹੋਊਗਾ, ਛੋਟਾ ਕਾਕਾ, ਉਹ ਘਰ ਜਾਣਾ ਨਹੀਂ ਸੀ ਚਾਹੁੰਦਾ। ਉਹਦੇ ਮੇਰੇ ਖਿਆਲ ਦਾਦੀ ਮਾਂ ਜਾਂ ਨਾਨੀ ਮਾਂ ਸੀਗੇ ਨਾਲ, ਉਹ ਕਹਿੰਦੇ ਜਾਣਾ ਨਹੀਂ ਚਾਹੁੰਦਾ ਘਰ, ਕਹਿੰਦਾ ਇੱਥੇ ਹੀ ਰਹਿਣਾ ਹੈ। ਤਾਂ ਸਾਡੇ ਸਾਰਿਆਂ ਦੇ ਰੁਝੇਵੇਂ ਕੁਛ ਇਸ ਕਿਸਮ ਦੇ ਨੇ ਕਿ ਅਸੀਂ ਜਿਸ ਤਰ੍ਹਾਂ ਸਾਡੇ ਕਿਸਾਨ ਉੱਥੇ ਬਾਰਡਰਾਂ ਤੇ ਲਗਾਤਾਰਤਾ ਨਾਲ ਮੋਰਚੇ ਲਾ ਕੇ ਬੈਠੇ ਹੋਏ ਆ, ਅਸੀਂ ਇਸ ਤਰ੍ਹਾਂ ਹਾਲੇ ਤੱਕ ਸਾਡਾ ਮੇਰਾ ਖਿਆਲ ਹੀ ਨਹੀਂ ਪੈਂਦਾ ਕਿ ਅਸੀਂ ਵੀ ਉਸੇ ਤਰਜ਼ ਤੇ 24/7 ਇੱਥੇ ਬੈਠੀਏ। ਸ਼ਾਇਦ ਇਹ ਵੀ ਸਾਨੂੰ ਡਿਸਕਸ਼ਨ ਕਰਨੀ ਚਾਹੀਦੀ ਆਪਸ 'ਚ ਕਿ ਉਹ ਰੋਟੇਸ਼ਨਲ ਬੇਸਿਸ ਤੇ ਵੀ ਹੋ ਸਕਦਾ, ਅਗਰ ਇਹੋ ਜਿਹਾ ਕੋਈ ਸਥਾਨ ਸਾਡੇ ਕੋਲ ਹੋਵੇ ਜਿੱਥੇ ਉਹ ਸਾਰੇ ਲੋਕ ਸੇਫ ਮਹਿਸੂਸ ਕਰਨ ਕਿ ਟੈਂਟ ਇੱਕ ਦੋ ਲਗਾਏ
ਸਕਦੇ ਨੇ ਕਿ ਰੋਟੇਸ਼ਨਲ ਬੇਸਿਸ ਤੇ ਰਾਤ ਵੀ ਉੱਥੇ ਸੋਇਆ ਜਾਵੇ। ਮੈਂ ਤੇ ਚਾਹਾਂਗੀ ਕਿ ਉਹ ਜਿਹੜੀ ਐਮਬੈਸੀ ਹੈ ਉਹਦੇ ਬਿਲਕੁਲ ਸਾਹਮਣੇ ਬਰਾਬਰ ਉੱਥੇ ਲੱਗੇ ਤੰਬੂ ਇੱਕ। ਪਰ ਐਨੀਵੇ ਉਹ ਫਿਊਚਰ 'ਚ ਅਸੀਂ ਇਹ ਡਿਸਕਸ਼ਨ ਕਰ ਸਕਦੇ ਹਾਂ। ਫਿਲਹਾਲ ਤਾਂ ਹਰ ਐਤਵਾਰ ਅਸੀਂ 1-2 ਘੰਟੇ ਲਈ ਯੋਗਦਾਨ ਜਿੰਨਾ ਵੀ ਅਸੀਂ ਪਾ ਸਕਦੇ ਹਾਂ ਪਾਉਂਦੇ ਹਾਂ। ਤਾਂ ਸਾਰਿਆਂ ਨੂੰ ਇਹ ਗੁਜ਼ਾਰਿਸ਼ ਹੈ ਕਿ ਤੁਸੀਂ ਆਓ। ਅਸੀਂ ਆਪਣੇ ਤੌਰ ਤੇ ਜਿੰਨੀ ਕੁ ਵੀ ਉਹਦੀ ਜਾਣਕਾਰੀ ਸਾਰਿਆਂ ਤੱਕ ਪਹੁੰਚਾ ਸਕਦੇ ਹੁੰਦੇ ਹਾਂ, ਪਹੁੰਚਾਉਂਦੇ ਹਾਂ। ਤਰਾਸਦੀ ਵਾਲੀ ਗੱਲ ਆ ਕਿ ਇੱਥੇ ਜਿਹੜਾ ਮੀਡੀਆ ਆ ਉਹ ਆਵਾਜ਼, ਜਿਸ ਤਰ੍ਹਾਂ ਉਹ ਸਾਥੀ ਕਹਿ ਕੇ ਗਏ ਆ ਕਿ ਉਹ ਜਿਹੜਾ ਮੋਦੀ ਦਾ ਉਹਨਾਂ ਦਾ ਕਾਰਪੋਰੇਟਸ ਦਾ ਮੀਡੀਆ ਆ ਉਹ ਗੱਲ ਤੇ ਸੁਣ ਲੈਂਦਾ ਆ, ਪਰ ਉਹਨਾਂ ਦੀ ਮਜਬੂਰੀ ਆ ਕਿ ਉਹ ਗੱਲ ਨੂੰ ਅੱਗੇ ਨਹੀਂ ਪਹੁੰਚਾਉਂਦਾ। ਇੱਥੇ ਵਾਲਿਆਂ ਦੀ ਵੀ ਮਜਬੂਰੀ ਆ, ਤਰਸ ਵੀ ਆਉਂਦਾ ਉਹਨਾਂ ਤੇ ਕਿ ਇੱਥੇ ਵਾਲਿਆਂ ਦੀ ਵੀ ਉਹ ਮਜਬੂਰੀ ਆ ਕਿ ਉਹ ਜਿਹੜੇ ਹੋਰ ਜਿਹੜੀਆਂ ਰੈਲੀਆਂ ਹੋ ਰਹੀਆਂ ਉਹ ਠੀਕ ਨੇ, ਪਰ ਜਿਹੜੀ ਭਾਰਤੀ ਕੌਂਸੂਲੇਟ ਜਿਹੜੀ ਸਾਹਮਣੇ ਹੋ ਰਹੀ ਹੈ, ਪਤਾ ਨਹੀਂ ਕੀ ਇਹਨਾਂ ਦੀਆਂ ਮਜਬੂਰੀਆਂ ਨੇ, ਕਿੱਥੇ ਜਾ ਕੇ ਇਹਨਾਂ ਨੇ ਉਹਨਾਂ ਦੇ ਕੋਲੋਂ ਪਤਾ ਨਹੀਂ ਕਿਹੜੇ ਫਾਇਦੇ ਲੈਣੇ ਆ, ਕੀ ਸਹਿਮ ਆ, ਡਰ ਆ ਇਹਨਾਂ ਦਾ, ਕਿਹੋ ਜਿਹੀਆਂ ਕੋਲੈਬੋਰੇਸ਼ਨ ਇਹਨਾਂ ਦੀ ਆਪਸ ਦੇ ਵਿੱਚ ਗੱਠਜੋੜ ਹੋਣਗੇ ਅੰਦਰ, ਸੋ ਉਹਦੇ ਵਿੱਚੋਂ ਨਿਕਲ ਕੇ ਇਹ ਗੱਲਾਂ ਆ ਰਹੀਆਂ ਨੇ ਜੀ। ਗੋਦੀ ਮੀਡੀਆ ਇੱਥੇ ਵੀ ਪੂਰੇ ਜ਼ੋਰਾਂ ਸ਼ੋਰਾਂ ਤੇ ਕੰਮ ਕਰ ਰਿਹਾ ਕਿ ਜਿਹੜੇ ਸਰਕਾਰ ਨੂੰ ਸਿੱਧੀ ਵੰਗਾਰ ਦੇ ਜਿਹੜੇ ਇੱਥੇ ਜਿੰਨੀ ਕੁ ਅਸੀਂ ਕਰ ਸਕਦੇ ਹਾਂ ਦੇ ਸਕਦੇ ਹਾਂ ਵੰਗਾਰ ਚੈਲੰਜ ਦੇ ਸਕਦੇ ਹਾਂ, ਉਹ ਸਾਡੇ ਪ੍ਰੋਟੈਸਟ ਇਸੇ ਕਰਕੇ ਉਸ ਦਫ਼ਤਰ ਦੇ ਸਾਹਮਣੇ ਹੁੰਦੇ ਨੇ। ਕਾਫੀ ਸਾਰੇ ਲੋਕੀ ਸਾਨੂੰ ਇਹ ਵੀ ਕਹਿੰਦੇ ਨੇ ਕਿ ਐਤਵਾਰ ਨੂੰ ਤੇ ਦਫ਼ਤਰ ਉਹਨਾਂ ਦਾ ਬੰਦ ਆ, ਤੁਸੀਂ ਐਤਵਾਰ ਨੂੰ ਕਿਉਂ ਪ੍ਰੋਟੈਸਟ ਕਰਦੇ ਹੋ? ਉਹਨਾਂ ਦਾ ਦਫ਼ਤਰ ਬੇਸ਼ੱਕ ਬੰਦ ਆ, ਕੱਲ ਵੀ ਅਸੀਂ ਮਾਈਕ ਤੋਂ ਇਹ ਗੱਲ ਕਹੀ ਸੀ, ਪਰ ਉਹਨਾਂ ਦੀਆਂ ਨਜ਼ਰਾਂ ਜਿੰਨੇ ਵੀ ਮੁਜ਼ਾਹਰਾ ਕਰਦੇ ਸਾਰਿਆਂ ਤੇ ਬੜੀਆਂ ਹੋਈਆਂ। ਦਫ਼ਤਰ ਬੇਸ਼ੱਕ ਬੰਦ ਆ, ਪਰ ਉੱਥੇ ਅੰਦਰ ਹਮੇਸ਼ਾ ਕੋਈ ਨਾ ਕੋਈ ਹੁੰਦਾ ਆ। ਸਾਨੂੰ ਉਹ ਖਿੜਕੀਆਂ ਚੋਂ ਪਰਦਿਆਂ ਦੀ ਹਿਲਜੁਲ ਵੀ ਨਜ਼ਰ ਆਉਂਦੀ ਆ ਸਾਹਮਣੇ, ਸੋ ਉੱਥੇ ਕੋਈ ਨਾ ਕੋਈ ਹੁੰਦਾ ਆ। ਪਬਲਿਕ ਵਾਸਤੇ ਦਫ਼ਤਰ ਬੰਦ ਆ। ਅਗਰ ਦਫ਼ਤਰ ਖੁੱਲਾ ਵੀ ਹੋਵੇ ਤਾਂ ਅਸੀਂ ਉੱਥੇ ਉਹਨਾਂ ਨਾਲ ਕੋਈ ਮਿੰਨਤਾਂ ਪਾਉਣ ਨਹੀਂ ਜਾਂਦੇ ਕਿ ਸਾਡੀ ਗੱਲ ਸੁਣੋ ਜਾਂ ਸਰਕਾਰ ਤੱਕ ਸਾਡੀ ਗੱਲ ਪਹੁੰਚਾਓ। ਜਦੋਂ ਸਾਨੂੰ ਪਤਾ ਆ ਕਿ ਉਹ ਜਿਹੜੀਆਂ 30-32 ਕਿਸਾਨ ਜਥੇਬੰਦੀਆਂ ਔਰ ਜਿਹੜਾ ਨੈਸ਼ਨਲ ਲੈਵਲ ਤੇ ਜਿਹੜਾ ਉਹ ਸੰਯੁਕਤ ਮੋਰਚਾ ਆ, ਉਹਨਾਂ ਦੀ ਹੁਣ ਇਹ ਅੱਜ ਜਿਹੜੀ ਆ ਮੇਰੇ ਖਿਆਲ 6ਵੀਂ ਜਾਂ 7ਵੀਂ ਮੀਟਿੰਗ ਆ, ਜਦੋਂ ਉਹ ਸਿੱਧੀ ਡਾਇਰੈਕਟ ਗੱਲ ਕਰਦੇ ਨੇ ਮੰਤਰੀ ਨਾਲ, ਸਰਕਾਰ ਨਾਲ, ਤੋ ਉਹਨਾਂ ਦਾ ਤੁਹਾਨੂੰ ਪਤਾ ਹੀ ਹੈ ਕਿ ਕਿੱਥੋਂ ਤੱਕ ਉਹ ਗੱਲ ਪਹੁੰਚਦੀ ਹੈ, ਬੇਸਿੱਟਾ ਨਿਕਲਦੀ ਹੈ। ਤੋ ਅਸੀਂ ਤਾਂ ਕਿਸੇ ਗਿਣਤੀ 'ਚ ਨਹੀਂ ਮੈਂ ਸਮਝਦੀ ਆਪਣੇ ਆਪ ਨੂੰ। ਸੋ ਸਾਡੀ ਇੱਥੋਂ ਦੇ ਜਿਹੜੇ ਬਿਊਰੋਕਰੈਟ ਨੇ ਭਾਰਤ ਸਰਕਾਰ ਦੇ ਇੱਥੇ ਬੈਠੇ, ਉਹਨਾਂ ਨਾਲ ਗੱਲ ਕਰਨ ਦਾ ਕੋਈ ਮਤਲਬ ਬਣਦਾ ਹੀ ਨਹੀਂਗਾ। ਤੇ ਨਾਲੇ ਉਹ ਇੱਥੇ ਉਹਨਾਂ ਨੂੰ ਪਟੀਸ਼ਨ ਦੇਣਾ, ਆਹ ਕਰਨਾ, ਉਹ ਕਰਨਾ, ਅਸੀਂ ਮਿੰਨਤਾਂ ਪਾਉਣ ਨਹੀਂ ਉਹਨਾਂ ਦੇ ਜਾਂਦੇ। ਅਸੀਂ ਬਿਲਕੁਲ ਸਾਹਮਣੇ ਖੜੇ ਹੋ ਕੇ ਉਹਨਾਂ ਨੂੰ ਇਹ ਕਹਿੰਦੇ ਆ ਕਿ ਤੁਸੀਂ ਗਲਤ ਹੋ, ਤੁਹਾਡੀ ਸਰਕਾਰ ਜਿਹੜੀ ਆ ਗਲਤ ਆ। ਸੋ ਇੱਥੇ ਉਹ ਸਰਕਾਰ ਦੇ ਕਰਿੰਦੇ ਨੇ, ਰਿਪਰੈਜ਼ੈਂਟੇਟਿਵ ਨੇ, ਇਸ ਲਈ ਉਹਨਾਂ ਨੂੰ ਅਸੀਂ ਇਹ ਬਾਰ-ਬਾਰ ਅਹਿਸਾਸ ਕਰਾਉਣ ਜਾਂਦੇ ਹਾਂ ਕਿ ਤੁਸੀਂ ਕਿਸਾਨਾਂ ਨਾਲ ਧੱਕਾ ਕਰ ਰਹੇ ਹੋ, ਤੁਸੀਂ ਗਲਤ ਹੋ। ਮਿੰਨਤਾਂ ਪਾਉਣ ਨਹੀਂ ਅਸੀਂ ਜਾਂਦੇ। ਸੋ ਇਸ ਲਈ ਕੋਈ ਫਰਕ ਨਹੀਂ ਪੈਂਦਾ ਕਿ ਉਹਨਾਂ ਦਾ ਦਫ਼ਤਰ ਖੁੱਲਾ ਹੈ ਜਾਂ ਬੰਦ ਹੈ। ਜੀ ਬਿਲਕੁਲ ਜੀ। ਅਨੂ ਜੀ, ਲੋਕਲ ਜਿਹੜੇ ਮਸਲੇ ਨੇ ਉਹਦੇ ਆਉਣ ਤੋਂ ਪਹਿਲਾਂ ਇਸੇ ਹੀ ਕਿਸਾਨੀ ਸੰਘਰਸ਼ ਨਾਲ 1-2 ਹੋਰ ਮੁੱਦੇ ਨੇ, ਉਹਨਾਂ ਤੇ ਅਸੀਂ, ਕਿਉਂਕਿ ਜਿਹੜੇ ਵਿਰੋਧੀਆਂ ਦੇ ਅਟੈਕ ਨੇ ਉਹ ਲਗਾਤਾਰ ਜਾਰੀ ਨੇ। ਸੋ ਜਿਵੇਂ ਸਾਥੀ ਦੱਸ ਕੇ ਗਏ ਆ ਕਿ 7 ਤਰੀਕ ਤੋਂ ਜਿਹੜਾ ਮਜ਼ਦੂਰਾਂ ਦੇ ਨਾਲ ਮਿਲ ਕੇ ਜਿਹੜੀ ਟਰਾਲੀ ਮਾਰਚ ਹੋ ਕੇ ਹਟੀ ਹੈ ਉਗਰਾਹਾਂ ਦੇ ਵੱਲੋਂ, ਟਰੈਕਟਰ ਮਾਰਚ, ਸੌਰੀ, 26 ਜਨਵਰੀ ਜਿਹੜੀਆਂ ਬਾਕੀ ਜਥੇਬੰਦੀਆਂ ਨੇ ਉਹਨਾਂ ਨੇ ਫੈਸਲਾ ਲਿਆ ਕਿ ਉਹਨਾਂ ਨੇ ਅੰਦਰ ਤੱਕ ਦਿੱਲੀ ਦੇ ਵਿੱਚ ਜਾ ਕੇ ਮਾਰਚ ਕਰਨਾ। ਔਰ ਉਹਦੇ ਵਿੱਚ ਕਿਉਂਕਿ ਉਹਦੇ ਵਿੱਚ 450 ਜਥੇਬੰਦੀਆਂ ਨੇ ਪੂਰੇ ਭਾਰਤ ਦੀਆਂ, ਠੀਕ ਹੈ, ਤੇ ਉਹਦੇ ਵਿੱਚ ਇੱਕ ਉਹਨਾਂ ਨੇ ਵੀ ਕਿਹਾ ਹੈ ਕਿ ਤੁਸੀਂ ਤਿਰੰਗੇ ਲੈ ਕੇ ਟਰੈਕਟਰਾਂ ਤੇ ਤਿਰੰਗੇ ਤੁਸੀਂ ਇਹ ਹੁਣ ਇੱਕ ਇਸ਼ੂ ਚੱਲ ਪਿਆ, ਬਹੁਤ ਵੱਡਾ ਇਸ਼ੂ ਬਣਾ ਲਿਆ ਗਿਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇਹ ਐਕਚੁਅਲੀ ਤਿਰੰਗੇ ਦਾ ਮਤਲਬ ਕੀ ਹੈ ਨਾ, ਉਹ ਵੀ ਦੱਸਦੇ ਆ ਕਿ ਇੱਥੇ ਮੇਰੇ ਖਿਆਲ 5-6 ਸਾਲ ਪਹਿਲਾਂ ਦੀ ਗੱਲ ਹੋਈ, ਅਸੀਂ ਰੇਡੀਓ ਤੇ ਮਾਧਿਅਮ ਤੇ ਗੱਲ ਕੀਤੀ ਸੀ। ਮੈਂ ਇੱਕ ਸਪੋਰਟਿੰਗ ਦੇ ਇਵੈਂਟ ਤੇ ਸੀਗਾ ਆਪਣੇ ਪੰਜਾਬੀ ਭਾਈਚਾਰੇ ਦਾ, ਤੇ ਉੱਥੇ ਵੀ ਉਹ ਤਿਰੰਗੇ ਝੰਡੇ ਲੱਗੇ ਹੋਏ ਸੀ, ਤੇ ਖੁਸ਼ ਜਿਹੜੇ ਗਰਮ ਖਿਆਲੀ ਬੰਦੇ, ਉਹਨਾਂ ਨੇ ਉਹ ਝੰਡੇ ਲਾ ਕੇ ਤੇ ਉੱਥੋਂ ਜੋ ਵੀ ਉਹਨਾਂ ਨੇ ਕਰਨਾ ਸੀ ਕੀਤਾ। ਇਹੀ ਆਪਣੇ ਭਾਰਤ ਦਾ ਜਿਹੜਾ ਤਿਰੰਗਾ ਝੰਡਾ ਹੈ। ਸੋ ਉਦੋਂ ਵੀ ਅਸੀਂ ਇਹ ਗੱਲ ਕੀਤੀ ਸੀ, ਤੇ ਹੁਣ ਵੀ ਉਹੀ ਮੈਨੂੰ ਲੱਗਦਾ ਉਹੋ ਜਿਹੇ ਲੋਕ ਨੇ ਜਿਹੜੇ ਇਹੋ ਜਿਹੀਆਂ ਸਟੇਟਮੈਂਟ ਦੇ ਰਹੇ ਨੇ। ਸੋ ਦੋਸਤੋ, ਬੜਾ ਅਫਸੋਸ ਹੁੰਦਾ ਹੈ ਇਹ, ਕਿਉਂਕਿ ਜਿਹੜਾ ਤਿਰੰਗਾ ਝੰਡਾ, ਜਿਹੜਾ ਭਾਰਤ ਦਾ ਝੰਡਾ ਆ, ਇਹ ਪਹਿਲੀ ਗੱਲ ਤੇ ਜਦੋਂ ਵੀ ਉਹ ਤਿਰੰਗਾ ਝੰਡਾ ਦੇਖ ਲੈਂਦਾ ਇੱਕਦਮ ਕਾਂਗਰਸ, ਹਾਂ ਠੀਕ, ਉਹ ਤਾਂ ਹੈਗੀ ਆ ਸਾਡੀ ਦੁਸ਼ਮਣ, ਇਹਦੇ ਵਿੱਚ ਕੋਈ ਸ਼ੱਕ ਨਹੀਂਗਾ। ਇਹਦੇ ਨਾਲ ਉਹ ਕਾਂਗਰਸ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਹੈ। ਔਰ ਬਹੁਤ ਜ਼ਿਆਦਾ ਜ਼ੋਰ ਲੱਗਿਆ ਸੀਗਾ ਲੋਕਾਂ ਦਾ, ਕਿਉਂਕਿ ਜਦੋਂ ਆਜ਼ਾਦੀ ਤੋਂ ਬਾਅਦ ਜਿਹੜੇ
ਜਿਹੜੀ ਕਾਂਗਰਸ ਜਾਂ ਜਿਹੜੇ ਗਾਂਧੀਵਾਦੀ ਸੀਗੇ ਉਹ ਉਹਦੇ ਵਿੱਚ ਚਰਖਾ ਲਾਉਣਾ ਚਾਹੁੰਦੇ ਸੀ ਤਿਰੰਗੇ ਦੇ ਵਿੱਚ। ਅਸ਼ੋਕ ਚੱਕਰ ਆ ਹੁਣ ਉਹਦੇ ਵਿੱਚ, ਹੁਣ ਉਹਦੇ ਵਿੱਚ ਅਸ਼ੋਕ ਚੱਕਰ ਹੈ। ਉਹਦੇ ਵਿੱਚ ਮਿੱਤਰੋ ਜਿਹੜਾ ਕੇਸਰੀ ਰੰਗ ਆ ਉਹ ਚੜ੍ਹਦੀ ਕਲਾ ਦਾ ਰੰਗ ਹੈ, ਜਿਹੜਾ ਚਿੱਟਾ ਰੰਗ ਉਹ ਅਮਨ ਦਾ ਰੰਗ ਹੈ, ਅਮਨ ਦਾ ਰੰਗ ਹੈ, ਔਰ ਹਰਾ ਜਿਹੜਾ ਹੈ ਉਹ ਆਬਵੀਅਸਲੀ ਖੁਸ਼ਹਾਲੀ ਦਾ, ਖੇਤੀਬਾੜੀ ਦਾ, ਸਾਡੀ ਕੁਦਰਤ ਦਾ। ਔਰ ਜਿਹੜਾ ਅਸ਼ੋਕ ਚੱਕਰ ਆ ਉਹ ਕਿ ਖੜੋਤ ਨਾ ਆਵੇ, ਸਾਰਾ ਬੁੱਧ ਉਹਦੇ ਵਿੱਚ ਸਮਾਇਆ ਹੋਇਆ ਜੀ। ਕਿਉਂਕਿ ਜਿਹੜਾ ਅਸ਼ੋਕ ਚੱਕਰ ਆ ਉਹ ਬੁੱਧ ਦੀ ਗੱਲ ਹੈ ਕਿ ਜਿਹੜਾ ਸਾਡਾ ਜ਼ਿੰਦਗੀ ਦਾ ਜਿਹੜਾ ਡਾਇਨਾਮਿਕ ਕਿਵੇਂ ਜ਼ਿੰਦਗੀ ਚੱਲਦੀ ਹੈ ਉਹ ਬਹੁਤ ਉਹਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਨਾ ਉਹ ਮਨਮੋਹਨ ਸਿੰਘ ਦਾ ਝੰਡਾ ਹੈ ਨਾ ਉਹ ਮੋਦੀ ਦਾ ਝੰਡਾ ਹੈ, ਉਹ ਸਾਰੇ ਦੇਸ਼ ਵਾਸੀਆਂ ਦਾ ਝੰਡਾ ਹੈ। ਆਪਾਂ ਨੂੰ ਥੋੜਾ ਜਿਹਾ ਇਸ ਮਾਮਲੇ ਦੇ ਵਿੱਚ ਵੀ ਥੋੜਾ ਪ੍ਰੋਗਰੈਸਿਵ ਹੋਣਾ ਪੈਣਾ ਕਿ ਉਹ ਸਾਡੀ ਝੰਡੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੋਣੀ ਚਾਹੀਦੀ, ਕਿਉਂਕਿ ਉਹ ਕਿਸੇ ਪੋਲੀਟੀਕਲ ਪਾਰਟੀ ਦਾ ਉਹ ਝੰਡਾ ਨਹੀਂ ਹੈਗਾ। ਕਿਉਂਕਿ ਅਨੂ ਜੀ ਇਹ ਮੈਨੂੰ ਯਾਦ ਆਇਆ, ਇਹ ਉਦੋਂ ਵੀ ਮਸਲਾ ਛਿੜਿਆ ਸੀਗਾ ਜਦੋਂ ਉਗਰਾਹਾਂ ਵਾਲੇ ਸਾਥੀ ਸ਼ਾਹੀਨ ਬਾਗ 'ਚ ਗਏ ਸੀਗੇ ਤੇ ਬਹੁਤ ਹੀ ਖੂਬਸੂਰਤ ਪੇਂਟਿੰਗ ਬਣਾ ਕੇ ਦਿੱਤੀ ਸੀਗੀ ਸਾਥੀ ਝੰਡਾ ਸਿੰਘ ਜੇਟੂਕੇ ਦੀ ਤਿਰੰਗੇ ਦੇ ਨਾਲ। ਸੋ ਉਹ ਵੀ ਉਦੋਂ ਵੀ ਵਿਵਾਦ ਛੜਿਆ ਸੀਗਾ ਵੀ ਇਹ ਕਿੱਦਾਂ, ਪਰ ਉਦੋਂ ਵੀ ਇਹਨਾਂ ਗੱਲਾਂ ਦੇ ਜਵਾਬ ਦਿੱਤੇ ਗਏ ਸੀਗੇ। ਔਰ ਉਹ ਕਿਉਂਕਿ ਅਨੂ ਜੀ ਜੋ ਭਾਰਤ ਇੱਕ ਸੋਸ਼ਲਿਸਟ ਡੈਮੋਕ੍ਰੈਟਿਕ ਰਿਪਬਲਿਕ ਹੈ, ਉਸ ਝੰਡੇ ਦੇ ਹੇਠਾਂ ਜਿਹੜੀਆਂ ਸੰਵਿਧਾਨ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕਈ ਕੁਝ ਬਦਲਿਆ ਗਿਆ, ਉਹ ਜਿਹੜੀਆਂ ਸਹੀ ਹੈਗੀਆਂ ਨੇ ਉਹ ਤੇ ਕਦੀ ਉਸ ਝੰਡੇ ਵਾਲੀਆਂ ਗੱਲਾਂ ਤੇ ਲਾਗੂ ਹੀ ਨਹੀਂ ਹੋਈਆਂ ਅੱਜ ਤੱਕ, ਹਨਾ। ਸੋ ਇਸ ਕਰਕੇ ਇਹ ਬਿਲਕੁਲ ਵੀ ਇਹ ਕਿਸੇ ਵੀ ਤਰੀਕੇ ਦੇ ਨਾਲ ਇੱਕ ਕੰਟਰੋਵਰਸ਼ੀਅਲ ਮਸਲਾ ਨਹੀਂ ਹੋਣਾ ਨਹੀਂ ਚਾਹੀਦਾ। ਕਿਉਂਕਿ ਅਗਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਉਹ 450 ਜਾਂ ਜਿੰਨੀਆਂ ਵੀ ਜਥੇਬੰਦੀਆਂ ਭਾਰਤ ਭਰ ਦੀਆਂ, ਉਹ ਮੇਰਾ ਖਿਆਲ ਹੈ ਕਿ ਅਗਰ ਇਹਨੂੰ ਅਸੀਂ ਸਾਰਿਆਂ ਨੂੰ ਇੱਕ ਹੋਰ ਵੀ ਵੱਡਾ ਅੰਦੋਲਨ ਬਣਾਉਣਾ ਕਿ ਪੂਰਾ ਭਾਰਤ ਭਰ ਦੇ ਜਿਹੜੇ ਕਿਸਾਨ ਨੇ ਉਹ ਪੰਜਾਬ ਹਰਿਆਣਾ ਦੇ ਕਿਸਾਨਾਂ ਦੇ ਹੱਕ 'ਚ ਆਉਣ, ਤਾਂ ਉਹ ਤਿਰੰਗੇ ਨੂੰ ਫਟਾਫਟ ਸਾਰੇ ਪਛਾਣਨਗੇ। ਠੀਕ ਹੈ, ਉਹਨਾਂ ਨੇ ਕਈ ਜਥੇਬੰਦੀਆਂ ਨੇ ਤੇ ਇਹ ਵੀ ਉਸ ਵਾਰ ਕਿ ਵੀ ਤੁਸੀਂ ਆਪਣੀ ਜਥੇਬੰਦੀ ਦਾ ਵੀ ਝੰਡਾ ਲਗਾਓ, ਉਹਦੇ ਤੇ ਜਥੇਬੰਦੀ ਦਾ ਲੈ ਆਓ, ਕੋਈ ਸਾਰੀਆਂ ਜਥੇਬੰਦੀਆਂ ਮਿਲ ਕੇ ਕੋਈ ਇੱਕ ਝੰਡਾ ਹੋਰ ਡਿਜ਼ਾਈਨ ਕਰ ਦਿੰਦੇ, ਹਾਂ ਜਿਹੜਾ ਕਿ ਕਿਸਾਨਾਂ ਦਾ ਝੰਡਾ, ਉਹਦੇ ਨਾਲ ਦੀ ਨਾਲ ਤਿਰੰਗਾ ਵੀ ਲਿਆਉਣਾ ਉਹਦੇ ਵਿੱਚ ਕੋਈ ਦੇਸ਼ ਨਾਲ ਉਹਨਾਂ ਨੂੰ ਸਗੋਂ ਤੇ ਚੈਲੰਜ ਆ ਇਹ ਵੀ ਕਿ ਤੁਸੀਂ ਉਹ ਦੁਰਵਰਤੋਂ ਕਰਦੇ ਹੋ ਉਹ ਦੇਸ਼ ਦੇ ਝੰਡੇ ਦੀ, ਉਹਨੂੰ ਆਪਣੇ ਪੋਲੀਟੀਕਲ ਗੇਨ ਵਾਸਤੇ ਵਰਤਦੇ ਹੋ। ਇੱਥੇ ਇਹ ਲੋਕਾਂ ਦਾ ਝੰਡਾ ਆ, ਲੋਕ ਆਪਣੇ ਹੱਕ ਲੈਣ ਦੀ ਖਾਤਰ ਆਪਣੇ ਝੰਡੇ ਨੂੰ ਉੱਚਾ ਲਹਿਰਾਉਣਗੇ। ਇਹ ਹੋਣਾ ਚਾਹੀਦਾ ਮੈਸੇਜ ਨਾ ਸਾਡਾ। ਬਿਲਕੁਲ ਜੀ। ਔਰ ਜਿਹੜਾ ਗਦਰੀ ਬਾਬਿਆਂ ਦਾ ਝੰਡਾ ਉਹ ਵੀ ਉਹਦਾ ਦੇ ਹੀ ਰੰਗ ਮਿਲਦੇ ਜੁਲਦੇ ਨੇ। ਅਸੀਂ ਇੱਛਾ ਕਰਦੇ ਹਾਂ ਵੀ ਉਹੀ ਹੋਣਾ ਚਾਹੀਦਾ ਸੀਗਾ। ਮੇਰੇ ਖਿਆਲ ਕੋਈ ਰੋਕ ਨਹੀਂ ਹੈ, ਉਹ ਇੱਕ ਕਮਲ ਵਗੈਰਾ ਤੇ ਪੰਜਿਆਂ ਨੂੰ ਜਿਹੜੇ ਪੋਲੀਟੀਕਲ ਝੰਡੇ ਉਹਨਾਂ ਨੂੰ ਛੱਡ ਕੇ ਮੈਨੂੰ ਲੱਗਦਾ ਕਿ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਹਰ ਕੋਈ ਝੰਡਾ ਆਪਣੇ ਤਰੀਕੇ ਦਾ ਲਗਾ ਸਕਦਾ ਹੈ, ਐਸ ਲੌਂਗ ਐਜ਼ ਉਹ ਮਤਲਬ ਕਿ ਲੋਕਾਂ ਨੂੰ ਡਿਵਾਈਡ ਨਹੀਂ ਕਰਦੀ, ਚੀਜ਼ ਯੂਨਾਈਟ ਕਰਦੀ ਹੈ। ਕਿਸੇ ਨੇ ਸੁਜੈਸਟ ਕੀਤਾ ਸੀ ਵੀ ਕਾਲੇ ਝੰਡੇ ਲਗਾਉਣੇ ਚਾਹੀਦੇ ਆ, ਰੋਸ ਦਾ ਉਹ ਪ੍ਰਤੀਕ ਹੁੰਦਾ ਆ, ਹਾਂ ਉਹ ਵੀ ਲਗਾਏ ਜਾ ਸਕਦੇ ਨੇ, ਪਰ ਉਹਦੇ 'ਚ ਵੀ ਕੋਈ ਹਰਜ਼ ਨਹੀਂ ਆ। ਪਰ ਜਿਹੜੀ ਤੁਸੀਂ ਇਸ ਮੈਂ ਵੀ ਇਹੋ ਸੋਚ ਰਹੀ ਸੀਗੀ ਕਿ ਜਾਂ ਤੇ ਫਿਰ ਇਹ ਹੋਏ ਕਿ ਕੋਈ ਇੱਕ ਝੰਡਾ ਇਹੋ ਜਿਹਾ ਡਿਜ਼ਾਈਨ ਹੋ ਜਾਵੇ ਜਿਹੜਾ ਕਿ ਸਾਰੀ ਕਿਸਾਨੀ ਦਾ ਪ੍ਰਤੀਕ ਹੋਵੇ। ਹਾਂਜੀ, ਪਰ ਜਿਹੜਾ ਆਲਰੇਡੀ ਹੈ ਹਰ ਕਿਸਾਨ ਜਥੇਬੰਦੀ ਦੇ ਆਪਣੇ ਝੰਡੇ, ਉਹ ਮੋਦੀ ਸਰਕਾਰ ਦਾ ਰਿਪਰੈਜ਼ੈਂਟੇਟਿਵ ਨਹੀਂ ਹੈਗਾ। ਉਹ ਸਾਡੇ ਜਿਹੜੇ ਬਜ਼ੁਰਗਾਂ ਨੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ, ਗਦਰੀ ਬਾਬੇ ਭਗਤ ਸਿੰਘ ਸਰਾਭੇ, ਉਹ ਤੇ ਬੜਾ ਜ਼ੋਰ ਲੱਗਿਆ ਉਸ ਨਾ, ਉਹ ਕੋਈ ਕਿਸੇ ਤਰੀਕੇ ਦੇ ਨਾਲ ਉਹ ਰਾਸ਼ਟਰਵਾਦ ਦਾ ਪ੍ਰਤੀਕ ਹੈ। ਸੋ ਇਹ ਤੇ ਵੈਸੇ ਜੇ ਬੀਜੇਪੀ ਵਾਲੇ ਚਾਹਣਗੇ ਇਹ ਤੇ ਕੋਸ਼ਿਸ਼ਾਂ ਕਰਦੇ ਹੋਣਗੇ ਵੀ ਵਿੱਚੋਂ ਬਾਕੀ ਰੰਗ ਛੱਡ ਕੇ ਤੈਨੂੰ ਭਗਵਾਨ ਕੀਤਾ ਜਾਵੇ। ਸੋ ਉਹ ਐਕਸਟ੍ਰੀਮ ਕੰਮ ਹੋਊਗਾ। ਸੋ ਇਸ ਮਸਲੇ ਨੂੰ ਵੀ ਆਪਾਂ ਨੂੰ ਬਿਲਕੁਲ ਕਿਸੇ ਤਰੀਕੇ ਨਾਲ ਵਾਲੀ ਜਿਹੜੀ ਹੈ ਉਹ ਟੂਲ ਜਿਹੜੀ ਨਹੀਂ ਦੇਣੀ ਚਾਹੀਦੀ। ਬੀਜੇਪੀ ਨੇ ਪਹਿਲਾਂ ਵੀ ਉਹ ਜਿਹੜਾ ਸਾਡੇ ਕਨਸਟੀਟਿਊਸ਼ਨ ਚ ਪ੍ਰੀਐਮਬਲ ਚ ਸੋਸ਼ਲਿਸਟ ਵਰਡ ਉਤਾਰਨ ਦੀ ਨਾਲੋਂ ਲਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿ ਇਹਨੂੰ ਸਿਰਫ ਡੈਮੋਕ੍ਰੈਟਿਕ ਰਿਪਬਲਿਕ ਰੱਖਿਆ ਜਾਵੇ, ਸੋਸ਼ਲਿਸਟ ਨਾਲੋਂ ਲਾ ਦਿੱਤਾ ਜਾਵੇ। ਸੋ ਉਹ ਕੋਸ਼ਿਸ਼ਾਂ ਤੇ ਉਹ ਕਰਦੇ ਰਹਿੰਦੇ ਆ ਕਈ ਕਿਸਮ ਦੀਆਂ। ਜੀ ਜੀ। ਇੱਕ ਗੱਲ ਹੋਰ ਸੀ ਜੀ ਮੇਰੇ ਦਿਮਾਗ ਚ ਇਸੇ ਮਸਲੇ ਨੂੰ ਲੈ ਕੇ ਸ਼ਾਇਦ ਠੀਕ ਹੈ, ਮੈਂ ਜਿਹੜਾ ਜੈਮਲ ਪੱਡਾ ਹੋਰਾਂ ਦਾ ਗੀਤ ਸ਼ੁਰੂ ਕੀਤਾ ਸੀਗਾ ਮੈਂ ਉਹ ਨਾਲੇ ਪੂਰਾ ਕਰ ਦਿੰਦੀ ਹਾਂ, ਨਾਲੇ ਸਾਡੇ ਜਿਹੜੇ ਕੋਈ ਮਿਸ ਹੋ ਰਹੀਆਂ ਗੱਲਾਂ ਸਕਿਪ ਹੋ ਰਹੀਆਂ ਉਹ ਵੀ ਸਾਨੂੰ ਦੁਬਾਰਾ ਯਾਦ ਆ ਜਾਣਗੀਆਂ। ਜੀ ਹੁਸਨ ਦੇ ਪੈਰਾਂ 'ਚ ਪਾਵੇਂ ਬੇੜੀਆਂ, ਹੁਸਨ ਦੇ ਪੈਰਾਂ 'ਚ
ਪਾਵੇ ਬੇੜੀਆਂ ਉਸ ਦੀ ਪਰ ਮਟਕ ਨੇ ਮਰਨਾ ਨਹੀਂ ਸੱਚ ਦੇ ਸੰਗਰਾਮ ਨੇ ਹਰਨਾ ਨਹੀਂ ਜ਼ੁਲਮ ਦੀ ਚੱਕੀ ਚ ਪਿਸਦੇ ਕਾਮਿਓ ਜ਼ੁਲਮ ਦੀ ਚੱਕੀ ਚ ਪਿਸਦੇ ਕਾਮਿਓ ਜ਼ੁਲਮ ਦੀ ਚੱਕੀ ਚ ਪਿਸਦੇ ਕਾਮਿਓ ਪਾਪ ਦੀ ਮੁਕਤੀ ਬਿਨਾ ਸਰਨਾ ਨਹੀਂ ਸੱਚ ਦੇ ਸੰਗਰਾਮ ਨੇ ਹਰਨਾ ਨਹੀਂ ਮੰਜ਼ਿਲਾਂ ਨੂੰ ਕਦਮ ਵੱਧਦੇ ਰਹਿਣਗੇ ਮੰਜ਼ਿਲਾਂ ਨੂੰ ਕਦਮ ਵੱਧਦੇ ਰਹਿਣਗੇ ਮੰਜ਼ਿਲਾਂ ਨੂੰ ਕਦਮ ਵੱਧਦੇ ਰਹਿਣਗੇ ਰਾਜਨਾਮਾ ਵਕਤ ਨਾਲ ਕਰਨਾ ਨਹੀਂ ਸੱਚ ਦੇ ਸੰਗਰਾਮ ਨੇ ਹਰਨਾ ਨਹੀਂ ਸਰੋਤਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ ਮੈਂ ਲਾਸਟ ਜਿਹੜੀਆਂ ਲਾਈਨਾਂ ਚੱਲ ਰਹੀਆਂ ਸੀਗੀਆਂ ਸਾਥੀ ਜੈਮਲ ਸਿੰਘ ਪੱਡਾ ਹੋਰਾਂ ਦੀਆਂ ਕਿ ਰਾਜ਼ੀਨਾਮਾ ਵਕਤ ਨਾਲ ਕਰਨਾ ਨਹੀਂ ਸੋ ਉਹ ਕਿਰਤੀ ਕਿਸਾਨ ਯੂਨੀਅਨ ਚ ਸੀਗੇ ਆਗੂ ਸਾਥੀ ਜੀ ਹਾਂ ਉਹ ਕਿਰਤੀ ਕਿਸਾਨ ਯੂਨੀਅਨ ਹੁਣ ਵੀ ਬਰਕਰਾਰ ਆ ਜਿਨ੍ਹਾਂ ਦੇ ਮੇਰੇ ਸੂਬਾ ਮੀਤ ਪ੍ਰਧਾਨ ਨੇ ਰਜਿੰਦਰ ਸਿੰਘ ਜਿਹੜੇ ਪਹਿਲਾਂ PSU ਚ ਵੀ ਸੀਗੇ ਡਟ ਕੇ ਕੰਮ ਕਰ ਰਹੇ ਨੇ ਜੀ ਹਾਂ ਔਰ ਕਹਿਣੀ ਕਰਨੀ ਦੇ ਇੱਕ ਜਿਹੜੇ ਲੋਕ ਵਕਤ ਨਾਲ ਰਾਜ਼ੀਨਾਮਾ ਨਹੀਂ ਕੀਤਾ ਬਿਲਕੁਲ ਸ਼ਹੀਦ ਹੋ ਗਏ ਤੋ ਇਹ ਘੱਟ ਨੇ ਲੋਕ ਦੁਨੀਆ ਚ ਬਹੁਤ ਇਹੋ ਜਿਹੇ ਜਿਹੜੇ ਸਿਰ ਆਪਣਾ ਤਲੀ ਤੇ ਰੱਖ ਕੇ ਤੁਰੇ ਹੁੰਦੇ ਆ ਤੋ ਐਨੀਵੇ ਜਿਹੜੀ ਸਾਡੀ ਗੱਲ ਕੋਈ ਸਕਿਪ ਹੋ ਰਹੀ ਸੀਗੀ ਸਾਨੂੰ ਯਾਦ ਤਾਂ ਨਹੀਂ ਆਈ ਪਰ ਆਪਾਂ ਉਹ ਦੂਸਰੇ ਜਿਹੜਾ ਹਾਂਜੀ ਪ੍ਰੋਗਰਾਮ ਕਿਉਂਕਿ ਇੰਨਾ ਕੁਝ ਚੱਲਣ ਡਿਆ ਜੀ ਉੱਥੇ ਸੰਘਰਸ਼ ਦੇ ਵਿੱਚ ਸੋ ਅਨੂ ਜੀ ਦੂਸਰਾ ਮਸਲਾ ਇਹ ਹੈ ਕਿ ਜਿਹੜੇ ਸਾਡੇ ਕਿਉਂਕਿ ਪ੍ਰਵਾਸੀ ਕਾਮਗਾਰ ਯੂਨੀਅਨ ਚਲਾ ਰਹੇ ਆ ਮਾਈਗ੍ਰੈਂਟ ਵਰਕਰ ਐਸੋਸੀਏਸ਼ਨ ਚਲਾ ਰਹੇ ਆ ਤੇ ਨਿਊਜ਼ੀਲੈਂਡ ਦੇ ਵਿੱਚ ਤੇ ਜਿਹੜੇ ਸਾਡੇ ਕਾਮੇ ਨੇ ਖਾਸ ਕਰਕੇ ਟੈਂਪਰੇਰੀ ਕਾਮੇ ਜਿਹੜੇ ਭਾਰਤ ਤੋਂ ਖਾਸ ਕਰਕੇ ਇੱਥੇ ਆਏ 5-6-7 ਸਾਲ ਰਹੇ ਬੱਚੇ ਇੱਥੇ ਪੈਦਾ ਹੋਏ ਇੱਥੇ ਸਕੂਲਾਂ 'ਚ ਗਏ ਕੋਵਿਡ ਦੇ ਦੌਰਾਨ ਉਹ ਵਾਪਸ ਨਹੀਂ ਆ ਸਕਦੇ ਕਿਉਂਕਿ ਗਏ ਉੱਥੇ ਇੰਡੀਆ ਦੇ ਵਿੱਚ ਗਏ ਨਹੀਂ ਕੋਵਿਡ ਸ਼ੁਰੂ ਹੋਣ ਤੋਂ ਪਹਿਲਾਂ ਤੇ ਗਏ ਹੋਏ ਸੀਗੇ ਕੋਵਿਡ ਸ਼ੁਰੂ ਹੋਣ ਤੋਂ ਪਹਿਲਾਂ ਦੇ ਗਏ ਹਾਂ ਫਸ ਗਏ ਉੱਥੇ ਪਰ ਉਸ ਤੋਂ ਵੀ ਪਹਿਲਾਂ ਜਿਹੜਾ ਇੱਕ ਵੀਜ਼ਾ ਡਿਲੇ ਦਾ ਸੀਗਾ ਉਹ ਵੀ ਸੰਘਰਸ਼ ਸੀਗਾ ਸੋ ਇਹ ਲੰਬੇ ਸਮੇਂ ਦੇ ਵਿੱਚੋਂ ਇਹ ਸਾਡੇ ਜਿਹੜੇ ਸੰਘਰਸ਼ ਆ ਯੂਨੀਅਨ ਦੇ ਜਿਹੜੇ ਸੰਘਰਸ਼ ਵਾ ਉਹ ਚੱਲਦੇ ਆ ਰਹੇ ਆ ਉਹਨਾਂ ਨੂੰ ਰਾਹਤ ਦੇਣ ਵਾਸਤੇ ਵੀਜ਼ਾ ਡਿਲੇ ਦਾ ਮਸਲਾ ਹੋਵੇ ਤੇ ਚਾਹੇ ਜਿਹੜੇ ਇੱਥੇ ਨੇ ਜਿਹੜੇ ਕੋਵਿਡ ਦੇ ਦੌਰਾਨ ਨਹੀਂ ਉੱਥੇ ਫਸੇ ਉਹਨਾਂ ਨੂੰ ਬਿਨਾਂ ਸ਼ਰਤ ਤੇ ਉਹਨਾਂ ਨੂੰ ਰੈਜ਼ੀਡੈਂਸੀ ਦਿੱਤੀ ਜਾਵੇ ਉਹਨਾਂ ਨੂੰ ਇੱਥੇ ਦੀ ਨਾਗਰਿਕਤਾ ਦਿੱਤੀ ਜਾਵੇ ਉਹ ਸੰਘਰਸ਼ ਚੱਲ ਰਿਹਾ ਹੈ ਤੇ ਦੂਸਰੇ ਜਿਹੜੇ ਆਫਸ਼ੋਰ ਨੇ ਫਸੇ ਹੋਏ ਉਹਨਾਂ ਦੇ ਵਾਸਤੇ ਲਗਾਤਾਰ ਸੰਘਰਸ਼ ਜਾਰੀ ਹੈ ਸੋ ਉਹਦੇ ਵਿੱਚ ਅਨੂ ਜੀ ਇੱਕ ਨਵਾਂ ਜਿਹੜਾ ਅਸੀਂ ਟ੍ਰੈਂਡ ਵੇਖਿਆ ਕੱਲ ਦੀ ਗੱਲ ਹੈ ਕਿ ਪਹਿਲਾਂ ਥੋੜਾ ਜਿਹਾ ਵੀ ਕਲੀਅਰ ਕਰ ਦਈਏ ਕਿ ਜਸਟ ਕ੍ਰਿਸਮਸ ਦੀਆਂ ਛੁੱਟੀਆਂ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਮਾਈਕਲ ਵੁੱਡ ਜਿਹੜੇ ਕਿ ਮਾਊਂਟ ਰੋਸਕਿਲ ਤੋਂ ਲੇਬਰ ਪਾਰਟੀ ਦੇ MP ਨੇ ਔਰ ਹੁਣ ਕੈਬਨਿਟ ਮਿਨਿਸਟਰ ਵੀ ਨੇ ਉਹ ਵਰਕਪਲੇਸ ਰਿਲੇਸ਼ਨਸ ਦੇ ਮੰਤਰੀ ਨੇ ਹੋਰ ਵੀ ਉਹਨਾਂ ਦੇ ਪੋਰਟਫੋਲੀਓ ਨੇ ਬਾਕੀ ਮੈਨੂੰ ਯਾਦ ਨਹੀਂ ਸ਼ਾਇਦ ਟਰਾਂਸਪੋਰਟ ਹੈ ਉਹਨਾਂ ਕੋਲ ਪਰ ਕਿਉਂਕਿ ਅਸੀਂ ਯੂਨੀਅਨਸ ਨਾਲ ਕੰਮ ਕਰਦੇ ਹਾਂ ਇਸ ਲਈ ਉਹ that's our person to go to workplace the minister ਨੇ ਸੋ ਉਹਨਾਂ ਨਾਲ ਮੀਟਿੰਗ ਹੋਈ ਯੂਨਾਈਟ ਯੂਨੀਅਨ ਦੇ ਥਰੂ ਕਿਉਂਕਿ ਉਹ ਯੂਨੀਅਨਸ ਨਾਲ ਮਿਲਦੇ ਨੇ ਬਿਕੋਜ਼ ਉਹਨਾਂ ਦੇ ਜੌਬ ਦਾ ਹਿੱਸਾ ਆ ਮਾਈਕਲ ਵੁੱਡ ਦਾ ਤੋ ਉੱਥੇ ਇਹ ਜਿਹੜਾ ਮਾਈਗ੍ਰੈਂਟਸ ਦੇ ਮਸਲੇ ਰੱਖੇ ਗਏ ਕਿਉਂਕਿ ਉਹ ਮਾਈਗ੍ਰੈਂਟ ਵਰਕਰਸ ਨੇ ਕਿਉਂਕਿ ਕਈ ਵਾਰੀ ਉਹ ਲੋਕ ਸੋਚਦੇ ਕਿ ਉਹ ਤਾਂ ਇਮੀਗ੍ਰੇਸ਼ਨ ਦਾ ਮਸਲਾ ਹੈ ਪਰ ਉਹ ਸਾਰੇ
ਕੰਮੇ ਨੇ, ਦੇ ਆਰ ਵਰਕਰਸ। ਸੋ ਉਹ ਜਿਹੜਾ ਵਰਕਪਲੇਸ ਮਿਨਿਸਟਰ ਹੈ ਉਹਦੀ ਰਿਸਪੌਂਸਿਬਿਲਿਟੀ ਹੈ ਉਹ ਡੀਲ ਕਰਨਾ। ਸੋ ਉਹਨਾਂ ਨੂੰ ਇਹ ਸਾਰਾ ਐਕਸਪਲੇਨ ਕੀਤਾ ਗਿਆ ਕਿ ਜਿਹੜਾ ਸਾਡਾ ਉਹ ਪਾਥਵੇਜ਼ ਟੂ ਰੈਜ਼ੀਡੈਂਸੀ ਦੀ ਜਿਹੜੇ ਸਾਡੀ ਮੰਗ ਹੈ, ਔਰ ਨਾਲ ਹੀ ਜਿਹੜੇ ਸਟਕ ਨੇ ਆਫਸ਼ੋਰ। ਇਹਦੇ ਵਿੱਚ ਅਨੂ ਜੀ ਇੱਕ ਹੋਰ ਮੈਂ ਸਰੋਤਿਆਂ ਨਾਲ ਗੱਲ ਸਾਂਝੀ ਕਰਨਾ ਚਾਹੁੰਦਾ, ਖਾਸ ਕਰਕੇ ਜਿਹੜੇ ਆਪਣੇ ਭਾਰਤ ਦੇ ਵਿੱਚ ਫਸੇ ਹੋਏ ਨੇ, ਕਿ ਉਸ ਮੀਟਿੰਗ ਦਾ ਜਿਹੜਾ ਮੁੱਦਾ ਸੀ ਉਹ ਹੋਰ ਵੀ ਮੁੱਦੇ ਸੀਗੇ। ਇਹ ਸੈਕੰਡਰੀ ਪਰ ਉਹਦੇ ਵਿੱਚ ਹੋਇਆ ਕਿ ਸਾਥੀ ਮਾਈਕ ਟ੍ਰੀਨ, ਬਾਕੀ ਜਿਹੜੇ ਸਾਥੀ ਸ਼ਿਕਾਇਤ ਕਰਦੇ ਸੀਗੇ ਵੀ ਉਹਨਾਂ ਨੇ ਹੋਰ ਕੋਈ ਗੱਲ ਹੀ ਨਹੀਂ ਕਰਨ ਦਿੱਤੀ, ਸਿਰਫ ਤੇ ਸਿਰਫ ਜਿਹੜਾ ਇਹ ਮਸਲੇ ਨੂੰ ਇਹ ਤੁਸੀਂ ਇਹ ਸੋਚੋ ਕਿ ਉਹਨਾਂ ਦੀ ਕਿੰਨਾ ਉਹਨਾਂ ਨੂੰ ਇਹ ਚੀਜ਼ ਦਾ ਆਪਣੇ ਦਿਲੋਂ ਦਿਮਾਗ ਦੇ ਵਿੱਚ ਸਾਥੀ ਨੂੰ ਦਰਦ ਹੈ। ਔਰ ਉਹ ਜਿਹੜਾ ਇਹ ਰੈਜ਼ੀਡੈਂਸੀ ਵਾਲਾ ਪਾਥਵੇ ਟੂ ਰੈਜ਼ੀਡੈਂਸੀ, ਉਹ ਇੱਕ ਬਜ਼ੁਰਗ ਮੇਰੇ ਖਿਆਲ ਸੁਦਾਗਰ ਸਿੰਘ ਘੁਨਾਣੀ, ਉਹਨਾਂ ਦੀ ਉਮਰ ਵੀ ਲਗਭਗ ਇੰਨੀ ਹੋਊਗੀ। ਉਹ ਇਕੱਲੇ ਵਿੱਚ ਸਵੇਰੇ ਜਾ ਕੇ ਕਿਵੇਂ ਟਰੱਕ ਤੇ ਜਾ ਕੇ ਪਹਿਲਾਂ ਪੋਸਟਰ ਲਾਉਂਦੇ ਨੇ, ਕਿੰਨੀ ਮਿਹਨਤ ਕਰਦੇ ਨੇ ਉਹਦੇ ਵਿੱਚ, ਔਰ ਉਹ 45 ਮਿੰਟ ਦੀ ਮੀਟਿੰਗ ਦੇ ਵਿੱਚ ਹੋਰ ਕੋਈ ਗੱਲ ਹੀ ਨਹੀਂ ਕਰਨ ਦਿੱਤੀ, ਸਿਰਫ ਤੇ ਸਿਰਫ ਸਾਥੀ ਮਾਈਕ ਨੇ ਇਹੀ ਹੀ ਮਸਲਾ ਜਿਹੜੇ ਔਨ ਸ਼ੋਰ ਤੇ ਆਫ ਸ਼ੋਰ ਵਾਲੇ ਉਹੋ ਹੀ ਮਸਲਾ ਰੱਖਿਆ। ਔਰ ਜਿਹੜੇ ਆਫਸ਼ੋਰ ਸਟਕ ਨੇ ਉਹ ਗਰੁੱਪ ਇੱਕ ਪੰਜਾਬ ਤੋਂ ਬਾਹਰ ਦੇ ਵੀ ਉਹਦੇ 'ਚ ਹੈਗੇ ਨੇ, ਸਾਡੇ ਨਾਲ ਉਹ ਕਨੈਕਟਡ ਨੇ। ਤਾਂ ਉਹਨਾਂ ਦੀ 3-4 ਪੇਜ ਦੀ ਜਿਹੜੀ ਰਿਕੁਐਸਟ ਲੈਟਰ ਸੀਗੀ ਉਹ ਪ੍ਰੈਜ਼ੈਂਟ ਕੀਤੀ ਗਈ ਮਾਈਕਲ ਵੁੱਡ ਨੂੰ, ਔਰ ਨਾਲ ਉਹਨਾਂ ਨੇ 600 ਤੋਂ ਵੱਧ ਨਾਵਾਂ ਦੀ ਲਿਸਟ ਭੇਜੀ ਸੀਗੀ ਕਿ ਜਿਹੜੇ ਸਟਕ ਨੇ, ਤਾਂ ਉਹ ਵੀ ਉਹਨਾਂ ਨੂੰ ਨਾਮ ਪਾਸ ਔਨ ਕੀਤੇ ਗਏ। ਤਾਂ ਉਸ ਤੋਂ ਬਾਅਦ ਉਹਨਾਂ ਨੇ ਮਾਈਕਲ ਵੁੱਡ ਨੇ ਸਾਨੂੰ ਇਹ ਐਡਵਾਈਸ ਕੀਤਾ ਕਿ ਤੁਸੀਂ ਇਮੀਗ੍ਰੇਸ਼ਨ ਮਿਨਿਸਟਰ ਜਿਹੜੇ ਕ੍ਰਿਸ ਫਾਇਫੋਈ ਨੇ ਉਹਨਾਂ ਨਾਲ ਡਾਇਰੈਕਟਲੀ ਮਿਲੋ। ਸੋ ਉਹ ਜਸਟ ਛੁੱਟੀਆਂ ਸ਼ੁਰੂ ਹੋਣ ਤੋਂ 2-4 ਦਿਨ ਪਹਿਲਾਂ ਦੀ ਗੱਲ ਸੀ। ਸੋ ਉਹ ਯੂਨਾਈਟ ਯੂਨੀਅਨ ਨੇ ਜਿਹੜੀ ਰਿਕੁਐਸਟ ਆ ਉਹ ਭੇਜ ਦਿੱਤੀ ਹੋਈ ਹੈ ਉਹਨਾਂ ਨੂੰ, ਕ੍ਰਿਸ ਫਾਇਫੋਈ ਨੂੰ ਕਾਫੀ ਡਿਟੇਲ 'ਚ ਈਮੇਲ ਲਿਖੀ ਗਈ ਹੈ ਸਾਰਾ ਐਕਸਪਲੇਨ ਕਰਕੇ। ਤਾਂ ਉਹ ਹੁਣ ਜਿਸ ਤਰ੍ਹਾਂ ਹੀ ਛੁੱਟੀਆਂ ਖਤਮ ਹੁੰਦੀਆਂ ਨੇ ਅਸੀਂ ਉਹ ਫੋਲੋ ਅਪ ਕਰਾਂਗੇ। ਅਸੀਂ ਕਾਫੀ ਕੌਨਫੀਡੈਂਟ ਹਾਂ ਕਿ ਸਾਡੀ ਮੀਟਿੰਗ ਹੋਊਗੀ। ਔਰ ਉਸ ਤੋਂ ਬਾਅਦ ਜਿਹੜਾ ਪਾਥਵੇ ਟੂ ਰੈਜ਼ੀਡੈਂਸੀ ਵਾਲਾ, ਹਾਂਜੀ, ਉਹ ਵੀ ਮੂਵਮੈਂਟ ਨੂੰ ਬਿਲਕੁਲ, ਹਾਂ, ਕਿਉਂਕਿ ਜਿੰਨਾ ਚਿਰ ਛੁੱਟੀਆਂ ਨੇ ਉਹ ਸਾਡਾ ਜਿਹੜਾ ਉਹ ਜਗ੍ਹਾ ਜਾ ਕੇ ਪਟੀਸ਼ਨ ਸਾਈਨ ਕਰਵਾਉਣ ਦਾ ਔਰ ਪੁਆਇੰਟ ਰੱਖਣ ਦਾ ਮਤਲਬ ਹੁੰਦਾ ਇੱਕ ਤਾਂ ਲੋਕ ਜਿਹੜੇ ਨੇ ਉਹ ਨਾਲ ਜੁੜਨ, ਔਰ ਦੂਸਰਾ ਜਿਹੜਾ ਆ ਉਹ ਗੱਲ ਜਨਤਕ ਹੋਵੇ, ਸਰਕਾਰ ਦੇ ਕੰਨਾਂ 'ਚ ਗੱਲ ਪੈਂਦੀ ਰਵੇ ਲਗਾਤਾਰ। ਤਾਂ ਛੁੱਟੀਆਂ 'ਚ ਉਹ ਲੋਕ ਵੀ ਸਵਿਚ ਆਫ ਹੋ ਜਾਂਦੇ ਨੇ, ਹਰ ਇੱਕ ਨੂੰ ਬ੍ਰੇਕ ਚਾਹੀਦਾ ਹੈ। ਔਰ ਪਾਰਲੀਮੈਂਟ ਵੀ ਇਸ ਵੇਲੇ ਸਿਟਿੰਗ ਨਹੀਂ ਹੈਗੀ, ਤਾਂ ਮੰਤਰੀ ਜਿਹੜੇ ਉਹਨਾਂ ਦੇ ਵੀ ਜਨਵਰੀ ਦੇ ਐਂਡ ਤੱਕ ਛੁੱਟੀਆਂ ਨੇ। ਸੋ ਉਸ ਕਰਕੇ ਅਸੀਂ ਉਹ ਜਿਹੜਾ ਉਹ ਸੰਘਰਸ਼ ਹੈ ਜਸਟ ਥੋੜਾ ਜਿਹਾ ਉਹਦੇ 'ਚ ਰੈਸਟ ਪੀਰੀਅਡ ਆਇਆ, ਹੋਰ ਕੁਛ ਨਹੀਂ ਹੈ। ਉਹ ਵੀ ਸਾਨੂੰ ਰੈਸਟ ਨਹੀਂ ਚਾਹੀਦੀ ਉਹਦੇ ਲਈ, ਅਸੀਂ ਤਾਂ ਲਗਾਤਾਰ ਅਸੀਂ ਸੋਚਿਆ ਸੀਗਾ ਕਿ ਹਰ ਸ਼ਨੀਚਰਵਾਰ ਜਿਹੜਾ ਇਹਦੇ ਪਰ ਕਿਉਂਕਿ ਕੋਈ ਅਟੈਂਸ਼ਨ ਨਹੀਂ ਕਿਸੇ ਪਾਸਿਓਂ ਮਿਲਣੀ, ਸੋ ਇਸ ਕਰਕੇ ਉਹ એનર્ਜੀ ਜਿਹੜੀ ਹੈ ਉਹ ਸਾਨੂੰ ਜ਼ਾਇਆ ਕਰਨ ਦੀ ਜ਼ਰੂਰਤ ਨਹੀਂ ਹੈ। ਪਰ ਅਗਲੇ ਵਿਦਨ ਫਿਊ ਡੇਜ਼ ਹੀ ਦੁਬਾਰਾ ਉਹ ਰੀਸਟਾਰਟ ਹੋ ਜਾਊਗਾ, ਕਿਉਂਕਿ ਛੁੱਟੀਆਂ ਕਾਫੀ ਲੋਕ ਜਿਹੜੇ ਉਹ ਵਾਪਸ ਕੰਮਾਂ ਤੇ ਕੱਲ ਨੂੰ ਜਾ ਰਹੇ ਨੇ। ਬਾਕੀ ਆਲਮੋਸਟ ਸਾਰੇ ਲੋਕ ਫੋਲੋਇੰਗ ਵੀਕ ਰਿਟਰਨ ਹੋ ਹੀ ਜਾਣੇ ਨੇ, ਮੀਡੀਆ ਵੀ ਰੀਸਟਾਰਟ ਹੋਏਗਾ। ਡਿਸਪਾਈਟ ਦੈਟ ਮੀਡੀਆ 'ਚ ਫਿਰ ਵੀ 2 ਦਿਨ ਪਹਿਲਾਂ ਆਰਟੀਕਲ ਲੱਗਿਆ ਆ ਦਲੀਪਾ ਫੋਨਸੇਕਾ, ਜਿਹੜੇ ਕਿ ਸਟਾਫ ਨਾਲ ਕੰਮ ਕਰਦੇ ਨੇ, ਹੁਣ ਪਹਿਲੇ ਵੀ ਸਟਾਫ ਨਾਲ ਸੀਗੇ, ਵਿੱਚ ਥੋੜਾ ਟਾਈਮ ਨਿਊਜ਼ ਰੂਮ ਸੀਗੇ। ਸੋ ਉਹਨਾਂ ਨੇ ਬਕਾਇਦਾ ਜਿਹੜੇ ਸਫਰ ਕਰ ਰਹੇ ਨੇ ਔਨ ਸ਼ੋਰ ਆਫ ਸ਼ੋਰ, ਉਹਨਾਂ ਦੀ ਇੰਟਰਵਿਊ ਕਰਕੇ ਉਹਨਾਂ ਨੇ ਬੜਾ ਵਧੀਆ ਆਰਟੀਕਲ ਲਗਾਇਆ। ਇੱਕ ਜਿਹੜੇ ਭੈਣ ਜੀ ਤੇ ਉਹਨਾਂ ਦੀ ਬੱਚੀ ਸਾਡੇ ਰੈਲੀਆਂ ਦੇ ਵਿੱਚ ਆਉਂਦੇ, ਉਹਨਾਂ ਦੀ ਇੰਟਰਵਿਊ ਆ, ਉਹ ਬੇਟੀ ਉਹਨਾਂ ਦੀ ਛੋਟੀ, ਉਹਨੇ ਬਹੁਤ ਵਧੀਆ, ਉਹਨਾਂ ਦੇ ਫਾਦਰ ਫੈਮਿਲੀ 'ਚ ਮੇਰੇ ਖਿਆਲ ਬਜ਼ੁਰਗ ਬਿਮਾਰ ਸੀਗੇ, ਉਹਨਾਂ ਨੂੰ ਸਡਨਲੀ ਜਾਣਾ ਪਿਆ, ਉਹਨਾਂ ਬਜ਼ੁਰਗ ਦੀ ਡੈਥ ਵੀ ਫਿਰ ਉਸ ਤੋਂ ਬਾਅਦ ਹੋ ਗਈ, ਅਫਸੋਸ ਨਾਲ ਕਹਿਣਾ ਪੈਂਦਾ। ਪਰ ਉਹ ਉਹਨਾਂ ਨੂੰ ਹੁਣ ਵਾਪਸ ਨਹੀਂ ਆਉਣ ਦਿੱਤਾ ਜਾ ਰਿਹਾ, ਕਿਉਂਕਿ ਉਹ ਰੈਜ਼ੀਡੈਂਟ ਜਾਂ ਸਿਟੀਜ਼ਨ ਨਹੀਂ ਹੈਗੇ, ਪਰ ਉਹਨਾਂ ਦੀ ਬੱਚੀ, ਉਹਨਾਂ ਦੀ ਵਾਈਫ ਇੱਥੇ ਨੇ। ਸੋ ਇਸ ਤਰ੍ਹਾਂ ਦੇ ਬਹੁਤ ਕੇਸਿਸ ਨੇ। ਤਾਂ ਕਹਿਣ ਤੋਂ ਭਾਵੇਂ ਹੈ ਕਿ ਇੱਕ ਲਗਾਤਾਰ ਇਹਦੇ ਵਿੱਚ ਮੈਂ ਹੋਰ ਵੀ ਐਡ ਕਰਨਾ ਚਾਹੁੰਦਾ ਕਿ ਇਹ ਜਿਹੜੇ ਅਖਬਾਰਾਂ ਦੇ ਵਿੱਚ ਜਿਹੜੇ ਇਹੋ ਜਿਹੇ ਆਰਟੀਕਲ ਨੇ ਮਿੱਤਰੋ, ਉਹਨਾਂ ਦੇ ਪਿੱਛੇ ਵੀ ਮਿਹਨਤ ਬਹੁਤ ਕਰਨੀ ਪੈਂਦੀ ਹੈ। ਹਾਂਜੀ, ਸੋ ਐਵੇਂ ਨਹੀਂ ਸਾਰੀਆਂ ਉਹ ਇੰਟਰਵਿਊ ਹੋ ਜਾਂਦੀਆਂ, ਅਸੀਂ ਸਾਰੀਆਂ ਗੱਲਾਂ ਤੇ ਪਬਲਿਕ ਨਹੀਂ ਕਰ ਸਕਦੇ, ਪਰ ਉਹਦੇ ਪਿੱਛੇ ਵੀ ਇੱਕ ਸਾਡੀ ਮਿਹਨਤ ਜਿਹੜੀ ਆ ਉਹ ਖਾਸ ਕਰਕੇ ਤੁਹਾਡੀ। ਅਸੀਂ ਸ਼ਾਇਦ ਜੇ ਇਸ ਤਰ੍ਹਾਂ ਕਿਸੇ ਨੂੰ ਲੱਗਦਾ ਹੋਵੇ ਕਿ ਅਸੀਂ ਸ਼ਾਇਦ ਸਿਰਫ ਉਹ ਲੋਕ ਸਪਲਾਈ ਕਰਦੇ ਹਾਂ ਮੀਡੀਆ ਨੂੰ ਕਿ ਉਹਨਾਂ ਦੀ ਇੰਟਰਵਿਊ ਕਰ ਲਓ, ਇਸ ਤਰ੍ਹਾਂ ਨਹੀਂ ਹੁੰਦਾ। ਅਸੀਂ ਸਾਡਾ ਇੱਕ ਪਹਿਲਾਂ ਜਾਣ ਪਛਾਣ ਹੁੰਦੀ ਹੈ ਲੋਕਾਂ ਨਾਲ, ਉਹ ਪ੍ਰੋਟੈਸਟ 'ਚ ਆਉਂਦੇ ਨੇ ਜਾਂ ਸਾਡੀਆਂ ਮੀਟਿੰਗਸ 'ਚ ਆਉਂਦੇ ਨੇ, ਉਹ ਲਗਾਤਾਰਤਾ ਨਾਲ ਜਿਹੜੇ ਹੁੰਦੇ ਨੇ ਉਹਨਾਂ ਨਾਲ ਸਾਡਾ ਇੱਕ ਕਹਾਂਗੇ ਕਿ ਕਨੈਕਸ਼ਨ ਬਣਦਾ, ਅਟੈਚਮੈਂਟ ਬਣਦੀ ਉਹਨਾਂ ਨਾਲ। ਜਿਹੜੇ ਲੋਕ ਅਸੀਂ ਮਹਿਸੂਸ ਕਰਦੇ ਹਾਂ ਕਿ ਹਾਂ ਇਹ ਕੌਨਫੀਡੈਂਸ ਨਾਲ ਗੱਲ ਕਰਨਾ ਚਾਹੁੰਦੇ ਨੇ, ਹਾਂ ਅਸੀਂ ਉਹਨਾਂ ਨੂੰ ਫਿਰ ਮੀਡੀਆ ਨਾਲ ਡਾਇਰੈਕਟਲੀ ਕਨੈਕਟ ਅਪ ਕਰਦੇ, ਉਹ ਵੀ ਉਹਨਾਂ ਦੀ ਮਰਜ਼ੀ ਮੁਤਾਬਕ। ਜੀ ਦੂਸਰਾ ਮੀਡੀਆ ਨੂੰ ਪਹਿਲਾਂ ਲਿਖ ਕੇ ਭੇਜਣਾ
ਸਾਰਾ ਕੁਝ ਕਿ ਉਹ ਉਹਦੇ ਵਿੱਚ ਇਸ ਮਸਲੇ ਦੇ ਵਿੱਚ ਇੰਟਰਸਟਿਡ ਹੋਣ। ਮੀਡੀਆ ਨੂੰ ਸਾਰੀਆਂ ਚੀਜ਼ਾਂ ਤੇ ਮਿਹਨਤ ਲੱਗਦੀ ਹੈ। ਔਰ ਉਹ ਜਿਹੜੇ ਜਰਨਲਿਸਟ ਨੇ ਉਹ ਬਕਾਇਦਾ ਫਿਜ਼ੀਕਲੀ ਦੇ ਕਮ ਆਊਟ ਟੂ ਆਰ ਆਫਿਸਿਸ ਜੀ। ਇਹ ਨਹੀਂ ਆ ਕਿ ਇਧਰੋਂ ਉਧਰੋਂ ਗੱਲ ਚੁੱਕੀ ਦੇਖ ਕੇ ਕਿਤੋਂ ਕਾਪੀ ਪੇਸਟ ਕਰਤਾ ਜਾਂ ਅੱਧ ਅਧੂਰੀ ਟ੍ਰਾਂਸਲੇਸ਼ਨ ਕਰਕੇ ਲਗਾ ਦਿੱਤੀ, ਇਦਾਂ ਨਹੀਂ ਕਰਦੇ। ਉਹ ਬਕਾਇਦਾ ਇਨਵੈਸਟੀਗੇਟਿਵ ਜਰਨਲਿਸਟ ਨੇ, ਉਹ ਆ ਕੇ ਗੱਲਬਾਤ ਕਰਦੇ ਨੇ ਸਾਡੇ ਨਾਲ, ਲੰਬੀ ਗੱਲ ਕਰਦੇ ਨੇ। ਔਰ ਜਿਸ ਤਰ੍ਹਾਂ ਅਸੀਂ ਉਹ ਸਵਾਲ ਪੁੱਛਦੇ ਨੇ ਜਿੱਥੇ ਉਹ ਸਰਟਨ ਨਹੀਂ ਹੁੰਦੇ, ਉਹ ਬਾਰ-ਬਾਰ ਪੁੱਛਦੇ ਨੇ। ਸੋ ਉਹਨਾਂ ਨੂੰ ਇਹੋ ਜਿਹੜਾ ਆਰਟੀਕਲ 2 ਦਿਨ ਪਹਿਲਾਂ ਲੱਗਿਆ, ਮੇਰੇ ਸ਼ਾਇਦ ਉਹਦੇ 'ਚ 1-2 ਸੈਂਟੈਂਸ ਲੱਗੇ ਨੇ। 2-3 ਘੰਟੇ ਲੰਬੀ ਗੱਲਬਾਤ ਦਲੀਪਾ ਨਾਲ ਹੋਈ। ਸੋ ਉਹਦੇ ਵਿੱਚੋਂ ਉਹਨਾਂ ਨੂੰ ਜੋ ਲੱਗਦਾ ਅਪਰੋਪਰੀਏਟ ਹੈ ਉਹ ਪ੍ਰਿੰਟ ਕਰਦੇ ਨੇ। ਬਿਲਕੁਲ, ਪਰ ਉਹ ਆਰਟੀਕਲ ਦੀ ਜਿਸਟ ਉਹ ਡਿਸਕਸ਼ਨ ਦੇ ਵਿੱਚੋਂ ਬਣਾਉਂਦੇ ਨੇ ਨਾ। ਉਹ ਜਿਹੜੀ 2-3 ਘੰਟੇ ਲੰਬੀ ਗੱਲ ਹੁੰਦੀ ਆ, ਉਹ ਬਕਾਇਦਾ ਆਪਣੀ ਸਮਝ ਬਣਾਉਂਦੇ ਨੇ ਉਹਦੇ ਪ੍ਰਤੀ। ਜਿੱਥੇ ਉਹਨਾਂ ਨੂੰ ਕੋਈ ਗੈਪ ਲੱਗਦਾ, ਸ਼ੋਰ ਨਹੀਂ ਹੁੰਦੇ, ਉਹ ਪੁੱਛਦੇ ਨੇ। ਸੋ ਇਹ ਲੋਕ ਵਾਕਈ ਪੱਤਰਕਾਰ ਨੇ, ਇਹਨਾਂ ਨੇ ਜਰਨਲਿਜ਼ਮ ਪੜ੍ਹਿਆ ਔਰ ਉਹਨੂੰ ਪ੍ਰੈਕਟਿਸ ਵੀ ਕਰਦੇ ਨੇ ਉਹਨਾਂ ਨੂੰ। ਦੂਸਰੇ ਪਾਸੇ ਹੋਰ ਵੀ ਹੈਗੇ ਕੱਲੇ ਦਲੀਪਾ ਦੀ ਗੱਲ, ਹੋਰ ਵੀ ਬਹੁਤ ਜਰਨਲਿਸਟ ਨੇ। ਤਾਂ ਮੈਂ ਇਸ ਆਰਟੀਕਲ ਦੇ ਸੰਦਰਭ ਵਿੱਚ ਮਤਲਬ ਇੱਥੇ ਕੋਈ ਕਿਸੇ ਇੱਕ ਜਰਨਲਿਸਟ ਨੂੰ ਪ੍ਰਮੋਟ ਕਰਨ ਦਾ ਮੰਤਵ ਨਹੀਂ ਜੀ, ਨਹੀਂ ਬਿਲਕੁਲ। ਆਪਣੇ ਉਹ ਲੰਬੇ ਬਾਈ ਜੀ, ਕੀ ਨਾਮ ਨਾ ਭੁੱਲ ਜਾਣਾ, ਮਾਈਕਲ ਮੋਰਾ, ਹਾਂਜੀ, ਬਹੁਤ ਜ਼ਬਰਦਸਤ। ਸੋ ਇਹਦੇ ਚੋਂ ਪੁਆਇੰਟ ਇਹ ਹੈ ਕਿ ਕੰਮ ਲਗਾਤਾਰਤਾ ਨਾਲ ਬਿਹਾਈਂਡ ਦ ਸੀਨਸ ਹੁੰਦਾ ਰਹਿੰਦਾ ਆ। ਜਿਸ ਤਰ੍ਹਾਂ ਅਸੀਂ ਕੋਈ ਇਹੋ ਜਿਹਾ ਦਿਨ ਨਹੀਂ ਲੰਘਦਾ ਕਿ ਅਸੀਂ ਆਪਣੇ ਕਿਸਾਨਾਂ ਬਾਰੇ ਨਹੀਂ ਸੋਚ ਰਹੇ ਹੁੰਦੇ, ਇਸ ਤਰ੍ਹਾਂ ਹੀ ਕੋਈ ਵੀ ਇਹੋ ਜਿਹਾ ਦਿਨ ਨਹੀਂ ਜਾਂਦਾ ਜਦੋਂ ਅਸੀਂ ਆਪਣੇ ਮਾਈਗ੍ਰੈਂਟਸ, ਚਾਹੇ ਉਹ ਔਨਸ਼ੋਰ ਸਫ਼ਰ ਕਰ ਰਹੇ ਨੇ ਚਾਹੇ ਆਫਸ਼ੋਰ, ਉਹਨਾਂ ਬਾਰੇ ਅਸੀਂ ਸੋਚ ਨਹੀਂ ਰਹੇ ਹੁੰਦੇ। ਜਿਸ ਤਰ੍ਹਾਂ ਤੁਸੀਂ ਕਿਹਾ, ਕਾਫੀ ਸਾਰੀਆਂ ਅਸੀਂ ਵੀ ਡੋਂਟ ਲਿਵ ਆਰ ਲਾਈਵਸ ਔਨ ਫੇਸਬੁੱਕ। ਸੋ ਹਰ ਇੱਕ ਗੱਲ ਅਸੀਂ ਉਹ ਫੇਸਬੁੱਕ ਤੇ ਵੀ ਨਹੀਂ, ਉਹ ਅਪਰੋਪਰੀਏਟ ਨਹੀਂ ਹੁੰਦੀ। ਜਿਹੜੀ ਸਾਨੂੰ ਲੱਗਦਾ ਹੈ ਕਿ ਹੋਣੀ ਚਾਹੀਦੀ ਹੈ, ਉਹੀ ਅਸੀਂ ਕਰਦੇ ਹਾਂ। ਕਿਉਂਕਿ ਇਹ ਜਿਹੜਾ ਸੰਘਰਸ਼ ਹੈ ਜਾਂ ਸਾਰਾ ਜਿੰਨੀ ਕਾਰਗੁਜ਼ਾਰੀ ਹੈ, ਇਹਦਾ ਮਕਸਦ ਇਹ ਹੈ ਕਿ ਜਿਹੜੇ ਸਫ਼ਰ ਕਰ ਰਹੇ ਨੇ ਉਹਨਾਂ ਦੀ ਸਿਚੁਏਸ਼ਨ ਬਿਹਤਰ ਹੋਵੇ, ਉਹ ਸਫਰਿੰਗ ਚੋਂ ਨਿਕਲਣ। ਬਿਲਕੁਲ, ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਆਪਣੇ ਆਪ ਨੂੰ ਹਾਈਲਾਈਟ ਕਰਦੇ ਰਹੀਏ। ਜੇ ਉਹ ਸਾਡਾ ਮਕਸਦ ਹੋਏ, ਫਿਰ ਤਾਂ ਮੈਨੂੰ ਲੱਗਦਾ ਕਿ ਐਵਰੀ ਮਿੰਟ ਆਫ ਦਾ ਡੇ ਅਸੀਂ ਕੁਛ ਨਾ ਕੁਛ ਫੇਸਬੁੱਕ ਤੇ ਪਾਈ ਸਕਦੇ ਹੁੰਦੇ ਆ। ਜੀ ਬਿਲਕੁਲ। ਅਨੂ ਜੀ, ਇਸੇ ਮਸਲੇ ਦੇ ਵਿੱਚ ਜਿਹੜੇ ਆਫਸ਼ੋਰ ਸਾਡੇ ਪ੍ਰਵਾਸੀ ਕਾਮੇ ਫਸੇ ਹੋਏ ਨੇ ਕੋਵਿਡ ਦੇ ਦੌਰਾਨ, ਜਿਹੜੇ ਸਰਕਾਰ ਉਹਨਾਂ ਨੂੰ ਨਹੀਂ ਅਲਾਉ ਕਰ ਰਹੀ, ਉਹਨਾਂ ਦੀ ਸਿਚੁਏਸ਼ਨ ਬਹੁਤ ਬਦ ਤੋਂ ਬਦਤਰ ਹੈ ਔਰ ਬਹੁਤ ਡੈਸਪਰੇਟ ਨੇ। ਔਰ ਉਸੇ ਡੈਸਪਰੇਸ਼ਨ ਦੇ ਵਿੱਚ ਉਹ ਹਰ ਇੱਕ ਕੋਸ਼ਿਸ਼ ਕਰ ਰਹੇ ਨੇ ਕਿ ਕਿਸੇ ਤਰੀਕੇ ਦੇ ਨਾਲ ਉਹ ਇੱਥੇ ਆ ਸਕਣ। ਕਰਨੀ ਚਾਹੀਦੀ ਵੀ ਹੈ। ਉਹਦੇ ਵਿੱਚ ਜਿਹੜੀ ਰੀਸੈਂਟਲੀ ਗੱਲ ਸਾਹਮਣੇ ਆਈ ਹੈ ਕਿ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਇੱਥੇ ਦੇ ਇੱਕ ਕਮਿਊਨਿਟੀ ਲੀਡਰ, ਜੋ ਵੀ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ, ਉਹਨਾਂ ਨੂੰ ਚਿੱਠੀ ਲਿਖੀ ਆ ਵੀ ਇਹਨਾਂ ਦਾ ਕੁਝ ਕੀਤਾ ਜਾਵੇ। ਤੇ ਬਾਕੀ ਜਿਹੜੇ ਗੁਰਦੁਆਰਾ ਸਾਹਿਬ ਨੇ ਔਰ ਸੰਸਥਾਵਾਂ ਨੇ, ਬਾਕੀ ਸੰਸਥਾਵਾਂ ਦੇ ਵਿੱਚ ਖੈਰ ਨਹੀਂ ਆਈਆਂ, ਉਹਨਾਂ ਨੇ ਲਿਖਿਆ ਇਸ ਤਰ੍ਹਾਂ ਕਿ ਬਾਕੀ ਸੰਸਥਾਵਾਂ ਔਰ ਸਿੱਖ ਸੰਸਥਾਵਾਂ ਜਿਹੜੀਆਂ ਨੇ ਉਹਨਾਂ। ਸੋ ਅਸੀਂ ਬਿਲਕੁਲ ਉਹ ਜੇ ਇਹ ਸਾਰੀ ਇਹ ਸੁਲਝਾ ਸਕਦੇ ਮਸਲੇ ਨੂੰ, ਬੜੀ ਚੰਗੀ ਗੱਲ ਹੋਊਗੀ, ਸਾਨੂੰ ਬਹੁਤ ਖੁਸ਼ੀ ਹੋਊਗੀ। ਪਰ ਅਸੀਂ ਕੁਝ ਆਪਣੇ ਜਿਹੜੇ ਸ਼ੰਕੇ ਨੇ ਉਹ ਉਹਦੇ ਵਿੱਚ ਜ਼ਰੂਰ ਸਰੋਤਿਆਂ ਨਾਲ ਸਾਂਝੇ ਕਰਨਾ ਚਾਹਾਂਗੇ ਔਰ ਪ੍ਰਵਾਸੀ ਕਾਮੇ ਜਿਹੜੇ ਫਸੇ ਹੋਏ ਨੇ ਉਹਨਾਂ ਨਾਲ ਸਾਂਝੇ ਕਰਨੇ ਚਾਹਾਂਗੇ। ਖਾਸ ਕਰਕੇ ਉਹ ਜਿਹੜਾ ਗਰੁੱਪ ਜਿਹਨਾਂ ਨੂੰ ਚਿੱਠੀ ਲਿਖੀ ਗਈ ਹੈ, ਇਹਨਾਂ ਦਾ ਜਿਹੜਾ ਇਤਿਹਾਸ ਹੈ ਪੁਰਾਣੇ ਸਮੇਂ ਦੇ ਵਿੱਚ ਕਈ ਸਾਲਾਂ ਦਾ, ਜਿਹਦੇ ਵਿੱਚ ਚਾਹੇ ਉਹ ਵਿਦਿਆਰਥੀ ਡਿਪੋਰਟ ਹੋਏ ਨੇ, ਉਹਨਾਂ ਨੂੰ ਵਾਪਸ ਲਿਆਉਣ ਦਾ, ਇਨ ਜਨਰਲ ਜਿਹੜੀ ਐਕਸਪਲੋਇਟੇਸ਼ਨ ਹੋ ਰਹੀ ਹੈ ਵਿਦਿਆਰਥੀਆਂ ਦੀ, ਉਸ ਮਾਮਲੇ ਨੂੰ ਲੈ ਕੇ, ਔਰ ਈਵਨ ਜਨਰਲ ਜਦੋਂ ਅਸੀਂ ਮੁਜ਼ਾਹਰੇ ਕਰਦੇ ਸੀਗੇ, ਪ੍ਰੈਸ਼ਰ ਪਾਉਂਦੇ ਸੀਗੇ, ਉਹਦੇ ਵਿੱਚ ਜਿਹੜੀ ਇੱਕ ਭੰਡੀ ਪ੍ਰਚਾਰ ਕੀ ਇਹ ਇਹਨਾਂ ਦੇ ਮੁਜ਼ਾਹਰਿਆਂ ਕਰਕੇ ਉਹ ਕੰਮ ਔਖਾ ਹੁੰਦਾ, ਲਾਭ ਬਦਲਦੇ ਹੈ, ਹੋਰ ਖੁਦ ਨਹੀਂ ਕਰਦੇ ਤੇ ਆਪਣੇ ਜਿਹੜੇ ਇਹਨਾਂ ਨੇ ਹੋਰ ਚਿੱਲੇ ਚਪਾਟੇ ਰੱਖੇ ਹੋਏ ਆ ਉਹਨਾਂ ਦੇ ਕੋਲੋਂ ਅਖਬਾਰਾਂ ਦੇ ਵਿੱਚ ਆਰਟੀਕਲ ਵੀ ਲਾਉਂਦੇ ਆ ਵਿਰੋਧ ਦੇ ਵਿੱਚ। ਇਹ ਵੀ ਕਹਿੰਦੇ ਵੀ ਇਹ ਮੁਜ਼ਾਹਰਿਆਂ ਦੇ ਨਾਲ ਬਕਾਇਦਾ ਇੱਕ ਬਿਆਨ ਦਿੱਤਾ ਗਿਆ ਸੀਗਾ। ਔਰ ਹੁਣ ਉਹੀ ਜਿਹੜੇ ਲੋਕ ਨੇ ਉਹ ਕਿਸਾਨੀ ਮਸਲੇ ਦੇ ਵਿੱਚ ਮੁਜ਼ਾਹਰਿਆਂ ਦੇ ਵਿੱਚ ਚੰਗੀ ਗੱਲ ਹੈ, ਪੋਜ਼ਿਟਿਵ ਚੇਂਜ ਹੈ। ਜੇ ਪੋਜ਼ਿਟਿਵ ਚੇਂਜ ਹੈ, ਜੇ ਉਹਨਾਂ ਨੂੰ ਲੱਗਦਾ ਕਿ ਮੁਜ਼ਾਹਰੇ ਕਰਨਾ ਠੀਕ ਹੈ, ਵਾਜਬ ਹੈ, ਤਾਂ ਇਟਸ ਅ ਗੁੱਡ ਟਰਨ ਅਰਾਊਂਡ। ਬਿਲਕੁਲ। ਸੋ ਅਸੀਂ ਇੱਦਾਂ ਸਮਝਦੇ ਹਾਂ ਕਿ ਜੋ ਪਿਛਲੇ ਕਈ ਸਾਲਾਂ ਤੋਂ ਇਹਨਾਂ ਮਸਲਿਆਂ ਨੂੰ ਲੈ ਕੇ ਔਰ ਜਿਹੜਾ ਦੁੱਖ ਦਰਦ ਹੈ ਪ੍ਰਵਾਸੀ ਕਾਮਿਆਂ ਦਾ, ਉਹ ਇੱਕ ਬੜਾ ਸਿੱਧੇ ਤਰੀਕੇ ਨਾਲ ਉਹਨੂੰ
ਦੇਖਿਆ ਜਾ ਸਕਦਾ, ਉਹਨੂੰ ਮਹਿਸੂਸ ਕੀਤਾ ਜਾ ਸਕਦਾ। ਮੀਡੀਆ ਦੇ ਵਿੱਚ ਕਈ ਕੁਛ ਆ ਰਿਹਾ, ਉਹਦੇ ਵਿੱਚ ਇੱਕ ਜਥੇਦਾਰ ਸਾਹਿਬ ਦੀ ਜਿਹੜੀ ਆ ਉਹ ਚਿੱਠੀ ਦੀ ਜਿਹੜੀ ਲੋੜ ਪੈ ਗਈ, ਉਹ ਸਾਡੀ ਸਮਝ ਤੋਂ ਬਿਲਕੁਲ ਬਾਹਰ ਹੈ। ਉਹਦੇ ਵਿੱਚ ਪਰਟੀਕੂਲਰ ਨਾਮ ਮੈਂਸ਼ਨ ਕਰਕੇ ਉਹਨੂੰ ਚਿੱਠੀ ਲਿਖੀ ਜਾਣੀ, ਸੋ ਇਹ ਨਹੀਂ ਸਾਨੂੰ ਸਮਝ ਆ ਰਹੀ ਵੀ ਇਹਦੇ ਵਿੱਚ ਕੀ ਇਹਦਾ ਮਤਲਬ ਕੀ ਹੈ, ਇਹ ਕਿੱਧਰਲੇ ਪਾਸੇ ਨੂੰ ਇਹ ਗੱਲ ਜਾਊਗੀ। ਹਾਂ, ਕਿਉਂਕਿ ਹੁਣ ਆਲਮੋਸਟ ਕਦੋਂ ਮਾਰਚ ਦੇ ਐਂਡ 'ਚ ਦੇਸ਼ ਲੋਕਡਾਊਨ 'ਚ ਗਿਆ, ਸੋ 8-9 ਮਹੀਨੇ ਲਗਾਤਾਰਤਾ ਨਾਲ, ਔਰ ਲੋਕ ਉਦੋਂ ਦੇ ਰੌਲਾ ਪਾ ਰਹੇ ਨੇ, ਔਰ ਇਸ਼ੂ ਮੇਨ ਸਟ੍ਰੀਮ ਮੀਡੀਆ 'ਚ ਬਹੁਤ ਵਾਰੀ ਹਾਈਲਾਈਟ ਵੀ ਹੋਇਆ, ਪ੍ਰੋਟੈਸਟ ਵੀ ਹੋਏ ਬਹੁਤ ਉਹਦੇ ਲਈ। ਤੋ ਹਾਂ, ਮਤਲਬ ਕਿ ਇੱਕ ਜਿਹੜੇ ਉਹਨਾਂ ਨੂੰ ਆਊਟਸਾਈਡਰ ਹੀ ਕਹਿ ਸਕਦੇ ਹਾਂ ਅਸੀਂ, ਜਿਹੜੇ ਇੱਥੇ ਰਹਿੰਦੇ ਨਹੀਂ, ਇੱਥੋਂ ਦੇ ਇਸ਼ੂਜ਼ ਨੂੰ ਚਲੋ ਜਾਣਦੇ ਵੀ ਹੋਣਗੇ, ਮਤਲਬ ਕਿ ਉਹਨਾਂ ਦੀ ਇੰਸਟਰਕਸ਼ਨ ਤੇ ਪ੍ਰੋਟੈਸਟ ਹੋਏ ਆ ਉਹਨੂੰ ਜਿਹੜੇ ਅਸੀਂ ਆਪਣੇ ਜਥੇਬੰਦੀਆਂ ਵੱਲੋਂ ਕਰਦੇ ਆ ਰਹੇ ਹਾਂ, ਇਹਨਾਂ ਦੇ ਮੀਡੀਆ ਦੇ ਵਿੱਚ ਆਪਣੇ ਪ੍ਰਮੋਟ ਵੀ ਕਰ ਸਕਦੇ ਸੀ, ਉਸ ਰੈਲੀਆਂ ਦੇ ਵਿੱਚ ਆ ਵੀ ਸਕਦੇ ਸੀ ਅਸੀਂ, ਕੋਈ ਕਿਸੇ ਨੂੰ। ਹਾਂ, ਬਿਲਕੁਲ ਮੀਡੀਆ ਦੀ ਰਿਸਪੌਂਸਿਬਿਲਿਟੀ ਹੈ ਐਕਚੁਅਲੀ ਕਿ ਉਹ ਕਵਰ ਕਰਨ ਇਹੋ ਜਿਹੇ ਇਸ਼ੂਜ਼। ਸੋ ਮਤਲਬ ਜੋ ਚੱਲ ਰਿਹਾ ਹੈ ਉਹ ਨਹੀਂ ਦਿਸ ਰਿਹਾ, ਜਦ ਕਿ ਉਹ ਫਿਰ ਪੰਜਾਬ ਤੋਂ ਭਾਰਤ ਤੋਂ ਜਿਹੜੀ ਚਿੱਠੀ ਆਉਂਦੀ ਹੈ ਉਹਦੇ ਬੇਸ ਦੇ ਉੱਪਰ ਹੁਣ ਮਤਲਬ ਜਿਹੜੀਆਂ ਪਹਿਲਾਂ ਜਿਹੜੀ ਪ੍ਰਵਾਸੀ ਕਾਮਿਆਂ ਨੇ ਤੁਹਾਨੂੰ ਬੇਨਤੀਆਂ ਕੀਤੀਆਂ ਨੇ ਉਹਦਾ ਕੋਈ ਅਸਰ ਨਹੀਂ, ਪਰ ਇੱਕ ਜਥੇਦਾਰ ਦੀ ਉਹ ਜਿਹੜੀ ਚਿੱਠੀ ਤੋਂ ਬਾਅਦ ਹੁਣ ਤੁਸੀਂ ਐਕਟਿਵ ਹੋਏ ਹੋ, ਇਹ ਇੱਕ ਸਾਨੂੰ ਬੜਾ ਅਜੀਬ ਜਿਹਾ ਐਟੀਟਿਊਡ ਲੱਗਦਾ। ਔਰ ਮੇਰੇ ਖਿਆਲ ਆਉਂਦੇ ਸਮੇਂ ਦੇ ਵਿੱਚ ਔਰ ਉਹੀ ਲੋਕ ਨੇ ਜਿਹੜੇ, ਕਿਉਂਕਿ ਇੱਥੇ ਅਨੂ ਜੀ ਜਿਹੜੀ ਇੱਕ ਪੋਲੀਟੀਕਲ ਫਿਲਾਸਫੀ ਜਿਹਨੂੰ ਅਸੀਂ ਲੈਫਟ ਤੇ ਰਾਈਟ, ਖੱਬੇ ਪੱਖੀ ਤੇ ਸੱਜੇ ਪੱਖੀ ਕਹਿੰਦੇ ਆ, ਔਰ ਇਹਨਾਂ ਦੇ ਵੱਲੋਂ ਹੀ ਇੱਕ ਜਿਹੜਾ ਬਹੁਤ ਐਕਸਟ੍ਰੀਮ ਫਾਰ ਰਾਈਟ ਜਿਹਨੂੰ ਕਹਿ ਲੈਂਦੇ ਆ ਐਕਟ ਪਾਰਟੀ ਹੈ ਜਿਹੜੀ, ਉਹਨੂੰ ਸਪੋਰਟ ਕੀਤਾ ਜਾਂਦਾ ਹੈ। ਸੋ ਉਹ ਕਿਸ ਤਰੀਕੇ ਦੇ ਨਾਲ ਜਿਹੜੀ ਇੱਕ ਲੈਫਟ ਵਾਲੀ ਪਾਰਟੀ ਆ ਉਹ ਜਿਹਨੂੰ ਤੁਸੀਂ ਐਕਟ ਪਾਰਟੀ ਨੂੰ ਸਪੋਰਟ ਕਰਦੇ ਹੋ, ਇੱਕ ਉਹ ਤੁਹਾਡੇ ਨਾਲ ਗੱਲ ਕਰੂਗੀ, ਇਹ ਸਾਡੇ ਕੁਝ ਸ਼ੰਕੇ ਨੇ ਜਿਹੜੇ ਅਸੀਂ ਔਰ ਜਿਹੜੀਆਂ ਇਮੀਗ੍ਰੇਸ਼ਨ ਦੀਆਂ। ਲੈਫਟ ਪਾਰਟੀ ਤੁਸੀਂ ਲੇਬਰ ਨੂੰ ਕਹਿ ਰਹੇ ਹੋ? ਹਾਂਜੀ। ਅੱਛਾ, ਹਾਂ, ਚਲੋ ਇੰਨੇ ਵੀ ਲੈਫਟ ਨਹੀਂ ਹੈਗੇ ਤੇ ਮੈਂ ਇੱਕ ਪੋਲੀਟੀਕਲ ਸਪੈਕਟਰਮ ਦੀ ਗੱਲ ਕਰ ਰਿਹਾ, ਮੈਂ ਉਹ ਆਪਾਂ ਉਹਦੇ ਵਿੱਚ ਨਾ ਜਾਈਏ, ਜਸਟ ਇੱਕ ਜਨਰਲ ਜੋ ਮੰਨਿਆ ਜਾ ਰਿਹਾ ਹੈ। ਹਾਂ, ਉਹ ਸਾਡੇ ਹਿਸਾਬ ਨਾਲ ਲੈਫਟ ਨਹੀਂ ਹੈਗੇ ਉਹ, ਪਰ ਇੱਕ ਜੇ ਇੱਕ ਐਕਟ ਨੂੰ ਅਸੀਂ ਉਹਨਾਂ ਨਾਲ ਕੰਪੇਅਰ ਕਰੀਏ ਜਿਹਦੇ ਵਿੱਚ ਉਹ ਸੋਸ਼ਲ ਵੈਲਫੇਅਰ ਦਾ ਸਾਰੇ ਮਸਲੇ ਦੇ ਵਿੱਚ ਨਾ ਜਾਈਏ, ਪ੍ਰਾਈਵੇਟਾਈਜੇਸ਼ਨ ਹਰ ਇੱਕ ਕਰਨਾ ਚਾਹੁੰਦੇ ਨੇ, ਐਨੀਵੇ, ਸੋ ਉਹ ਵੀ ਇੱਕ ਸਾਡੇ ਦਿਮਾਗ ਦੇ ਵਿੱਚ ਉਹ ਸ਼ੰਕਾ ਹੈ ਆ। ਸੋ ਅਸੀਂ ਆਸ ਕਰਦੇ ਹਾਂ ਵੀ ਇਹ ਅਸੀਂ ਚਾਹੁੰਦੇ ਹਾਂ ਕਿ ਸਾਰਿਆਂ ਦਾ ਕੰਮ ਬਣੇ ਔਰ ਸਾਰੇ ਵਾਪਸ ਆ ਜਾਣ। ਤੋ ਹਾਂ, ਲੈਟਸ ਸੀ ਕੀ ਹੁੰਦਾ ਆ। ਔਰ ਉਹ ਜਿਹੜੀ ਚਿੱਠੀ ਆਈ ਆ ਉਹਨਾਂ ਦੀ ਇੰਸਟਰਕਸ਼ਨ ਜਾਂ ਰਿਕੁਐਸਟ ਜੋ ਵੀ ਉਹ ਤੇ ਇਹ ਹੈ ਕਿ ਹੋਰ ਆਰਗੇਨਾਈਜੇਸ਼ਨਸ ਔਰ ਸਿੱਖ ਆਰਗੇਨਾਈਜੇਸ਼ਨ ਜਿਹੜੀਆਂ ਉਹਨਾਂ ਨੂੰ ਸਾਰਿਆਂ ਨੂੰ ਇਕੱਠਿਆਂ ਕਰਕੇ ਸਰਕਾਰ ਨੂੰ ਰਿਕੁਐਸਟ ਕੀਤੀ ਜਾਵੇ ਕਿ, ਕਿਉਂਕਿ ਸਾਨੂੰ ਤਾਂ ਨਹੀਂ ਕਿਸੇ ਕਿਸਾਨ ਜਾਂ ਮਜ਼ਦੂਰ ਜਥੇਬੰਦੀ ਦੀ ਚਿੱਠੀ ਚਾਹੀਦੀ ਵੀ ਤੁਸੀਂ ਇੱਥੇ ਪ੍ਰਵਾਸੀ ਕਾਮਿਆਂ ਦੀ ਮਦਦ ਕਰੋ ਜਾਂ ਕਿਸਾਨ ਅੰਦੋਲਨ ਦੀ ਹਿਮਾਇਤ ਕਰਨ ਲਈ ਹਰ ਸੰਡੇ ਜਾ ਕੇ ਉੱਥੇ ਪ੍ਰੋਟੈਸਟ ਕਰਿਆ ਕਰੋ। ਇਹ ਗੱਲਾਂ ਮਹਿਸੂਸ ਕਰਨ ਵਾਲੀਆਂ ਹੁੰਦੀਆਂ, ਤੁਹਾਡਾ ਮਦਦ ਜੇ ਕਰਨੀਆਂ ਕਰੋ ਭਰਾਵੋ, ਅੰਦਰੋਂ ਜੇ ਕੋਠੀ ਆਵਾਜ਼। ਤੁਸੀਂ ਪਤਾ ਨਹੀਂ ਕਿਹੋ ਜੀ ਇਹ ਰਾਜਨੀਤੀ ਇਹਦੇ ਵਿੱਚ ਖੇਡੀ ਜਾ ਰਹੀ ਹੈ, ਸਾਡੀ ਸਮਝ ਤੋਂ ਇਹ ਬਿਲਕੁਲ ਬਾਹਰ ਹੈ। ਔਰ ਦੇਖੋ ਆਉਂਦੇ ਸਮੇਂ ਦੇ ਵਿੱਚ ਇਹਦੇ ਕੀ, ਲੈਟਸ ਹੋਪ ਕਿ ਡਿਸਪਾਈਟ ਆਲ ਆਫ ਦੈਟ ਕਿ ਸਰਕਾਰ ਅਗਰ ਇਹਨਾਂ ਦੀ ਗੱਲ ਸੁਣਦੀ ਹੈ ਤੋ ਪ੍ਰੈਸ਼ਰ ਬਣਦਾ ਆ, ਤੋ ਵੱਡੀ ਜਿੱਤ ਹੋਏਗੀ। ਸੋ ਮੈਨੂੰ ਪਰਸਨਲੀ ਇਹ ਹੈ ਕਿ ਜਿਹੜੇ ਲੋਕ ਪੀੜਤ ਨੇ, ਸਫਰ ਕਰ ਰਹੇ ਨੇ, ਉਹਨਾਂ ਦੀ ਪੀੜਾ ਖਤਮ ਹੋਣੀ ਚਾਹੀਦੀ ਹੈ। ਜੇ ਇਹਦੇ ਚੋਂ ਕੋਈ ਆਖਰੀ ਮਿੰਟ ਤੇ ਆ ਕੇ ਕੋਈ ਹੋਰ ਕ੍ਰੈਡਿਟ ਲੈਣਾ ਚਾਹੁੰਦਾ, ਸੋ ਬੀ ਇਟ, ਕੋਈ ਉਹਦੇ ਵਿੱਚ ਕੋਈ ਰੌਲਾ ਨਹੀਂ, ਸਾਨੂੰ ਕੋਈ ਦਿੱਕਤ ਨਹੀਂ ਹੈ, ਉਹਦੇ ਵਿੱਚ ਨਹੀਂ ਕੋਈ ਦਿੱਕਤ ਨਹੀਂ ਹੈ। ਉਹ ਸਾਨੂੰ ਇਹ ਉਹਦੇ ਚੋਂ ਰਿਲੀਫ ਹੋਏਗਾ ਕਿ ਜਿਹੜੇ ਦੁਖੀ ਸਨ ਉਹਨਾਂ ਦਾ ਦੁੱਖ ਜਿਹੜਾ ਹੁਣ ਖਤਮ ਹੋ ਗਿਆ, ਉਹਨਾਂ ਨੂੰ ਵਾਪਸ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਔਰ ਲੋਕ ਜਿਹੜੇ ਨੇ ਸਿਆਣੇ ਸਾਰੇ ਦੇਖਦੇ ਨੇ, ਉਹਨਾਂ ਨੂੰ ਵੀ ਜਿਹੜੇ ਵਾਪਸ ਵੀ ਹੋਣਗੇ ਉਹਨਾਂ ਨੂੰ ਵੀ ਪਤਾ ਹੋਏਗਾ ਕਿ ਕਿੰਨੇ ਕੀ ਕੀਤਾ ਆ। ਕਿਉਂਕਿ ਅੱਜ ਕੱਲ ਅਗਰ ਗੋਦੀ ਮੀਡੀਆ ਨਹੀਂ ਵੀ ਰਿਪੋਰਟ ਕਰਦਾ, ਸੋਸ਼ਲ ਮੀਡੀਆ ਗੱਲ ਅੱਗੇ ਤੋਂ ਅੱਗੇ ਪਹੁੰਚਾ ਦਿੰਦਾ ਆ। ਸੋ ਸਾਰੇ ਦੇਖਦੇ ਨੇ ਕਿ ਕੌਣ ਕੀ ਕਰਦਾ ਆ ਤੇ ਕਿਹਦੀ ਕਹਿਣੀ ਤੇ ਕਰਨੀ ਚ ਕੋਈ ਫਰਕ ਨਹੀਂ ਹੈ ਕਿ ਸੋ ਸਾਰੇ ਲੋਕ ਆਪੇ ਡਿਸਾਈਡ ਕਰ ਲੈਣਗੇ। ਮੇਰਾ ਖਿਆਲ ਸਾਨੂੰ ਕੋਈ ਜ਼ਿਆਦਾ ਇਹਦੀ ਟੈਨਸ਼ਨ ਨਹੀਂ ਲੈਣੀ ਚਾਹੀਦੀ। ਤੋ ਅਗਲੇ ਹਫਤੇ ਕੋਸ਼ਿਸ਼ ਕਰਾਂਗੇ ਜੀ ਆਪਾਂ ਫਿਰ ਮੁੜ ਕੇ, ਕਿਉਂਕਿ ਛੁੱਟੀਆਂ ਜਿਹੜੀਆਂ ਨੇ ਖਤਮ ਹੋਣੇ ਵਾਲੀਆਂ ਨੇ। ਸੋ ਜਿਹੜਾ ਆਪਾਂ ਪਹਿਲਾਂ ਸੋਚਿਆ ਹੋਇਆ ਸੀਗਾ ਕਿ ਜਿਹੜੇ ਆਫਸ਼ੋਰ ਫਸੇ ਹੋਏ ਨੇ ਆਪਣੇ, ਉਹਨਾਂ ਦੀ ਰੇਡੀਓ ਤੇ ਉਹਨਾਂ ਦੀ ਲਗਾਤਾਰ ਦਾ ਨਾਲ ਪਹਿਲਾਂ ਅਸੀਂ ਮੈਂ 3 ਜਾਂ 4 ਇੰਟਰਵਿਊ ਕਰ ਚੁੱਕੇ ਹਾਂ। ਸੋ ਉਹਨੂੰ ਵੀ
ਉਹ ਪ੍ਰੈਸ਼ਰ ਜਿਹੜਾ ਮੁੜ ਕੇ ਬਣਾਈਏ, ਲੋਕਾਂ ਦੇ ਵਿੱਚ ਦੱਸਿਆ ਜਾਵੇ ਵੀ ਕਿਸ ਤਰੀਕੇ ਨਾਲ ਜਿਹੜੀਆਂ ਪ੍ਰੋਬਲਮ ਦੇ ਵਿੱਚ ਰਹਿ ਰਹੇ ਨੇ। बिल्कुल बिल्कुल। तो अगले सोमवार दोबारा मिलांगे शाम 5 बजे। तो इस वक्त अज का समा साडा समाप्त है। सोमवार तो पहला ऐतवार सारिਆਂ ਨੂੰ गुजारिश है कि तुसी जरूर आओ 1:30 ਵਜੇ ਦੁਪਹਿਰੇ ਓਨੀ ਹੰਗਾ 'ਚ ਜਿਹੜਾ ਐਮਬੈਸੀ ਦਾ ਆਫਿਸ ਹੈ ਇੱਥੇ ਆਕਲੈਂਡ 'ਚ 133 ਓਨੀ ਹੰਗਾ ਮਾਲ ਆਕਲੈਂਡ, ਉੱਥੇ ਜ਼ਰੂਰ ਪਹੁੰਚੋ। ਅਸੀਂ ਕਿਸਾਨਾਂ ਦੀ ਹਮਾਇਤ ਵਿੱਚ ਉੱਥੇ ਡਟੇ ਹੋਵਾਂਗੇ। तो ਹੁਣ ਗੀਤ ਤੁਹਾਡੇ ਲਈ ਛੱਡ ਕੇ ਜਾ ਰਹੇ ਹਾਂ ਗਗਨ ਆਜ਼ਾਦ ਦਾ ਗਾਇਆ ਹੋਇਆ, ਇਹ ਕਿਸਾਨੀ ਨਾਲ ਹੀ ਸੰਬੰਧਿਤ ਗੀਤ ਹੈ। तो अगले सोमवार दोबारा मिलेंगे जी। अलविदा। सलाम आखदा। ਦਿੱਲੀ ਦੀਆਂ ਪਾਈਆਂ ਉਹਨਾਂ ਸਾਰੀਆਂ ਰੁਕਾਵਟਾਂ ਨੂੰ ਲੱਤ ਮਾਰਦਿਆਂ ਦਿੱਲੀ ਪਹੁੰਚੇ ਉਸ ਸੰਘਰਸ਼ੀਲ ਕਾਫਲੇ ਨੂੰ ਸਲਾਮ ਪੇਸ਼ ਕਰਦਿਆਂ ਪੇਸ਼ ਕਰਨ ਲੱਗੀਆਂ ਵੀਰ ਅਮਰਿੰਦਰ ਜੋਨੀ ਦਾ ਲਿਖਿਆ ਗੀਤ। ਕਹਿੰਦਾ ਤੇਰਿਆਂ ਸਵਾਗਤੀ ਜੇ ਗੇਟਾਂ ਤੋਂ ਡੱਕੀਆਂ ਨਹੀਂ ਜਾਣੀਆਂ ਬਗਾਵਤਾਂ, ਮੁੱਠੀਆਂ 'ਚ ਕਦੋਂ ਸਰਕਾਰੇ ਨੀ ਕੈਦ ਕੀਤੇ ਜਾਂਦੇ ਹੁੰਦੇ ਪਾਣੀਆਂ, ਤੇਰਿਆਂ ਸਵਾਗਤੀ ਜੇ ਗੇਟਾਂ ਤੋਂ ਡੱਕੀਆਂ ਨੀ ਜਾਣੀਆਂ ਬਗਾਵਤਾਂ, ਤੇਰਿਆਂ ਸਵਾਗਤੀ ਜੇ ਗੇਟਾਂ ਤੋਂ ਡੱਕੀਆਂ ਬਗਾਵਤਾਂ ਨੀ ਜਾਣੀਆਂ, ਜਿਨ੍ਹਾਂ ਨੇ ਨੀ ਪਿੰਡਿਆਂ ਤੇ ਝਖੜ ਸਹੇ ਨੇ ਵੱਡੇ ਬਾਬੇ ਬੱਚਿਆਂ ਨੂੰ ਰਾਹ ਦੱਸ ਰਹੇ ਨੇ, ਗੱਲ ਜਦੋਂ ਮੁਕਾਉਣ ਉੱਤੇ ਆ ਜਾਏ ਜੰਮੇ ਪੰਜਾਬ ਦੇ ਫਿਰ ਕਿਸ ਕੋਲੋਂ ਢਏ ਨੇ, ਕਹਿੰਦਾ ਦੱਸ ਹੁਣ ਕਿਵੇਂ ਚੁੱਪ ਬਹਿ ਜੀਏ ਜੰਗ ਜਦੋਂ ਖੁਦ ਤੈ ਲਾਨੀਆਂ, ਤੇਰਿਆਂ ਸਵਾਗਤੀ ਜੇ ਗੇਟਾਂ ਤੋਂ ਡੱਕੀਆਂ ਨੀ ਜਾਣੀਆਂ ਬਗਾਵਤਾਂ, ਤੇਰਿਆਂ ਸਵਾਗਤੀ ਜੇ ਗੇਟਾਂ ਤੋਂ ਡੱਕੀਆਂ ਬਗਾਵਤਾਂ ਨੀ ਜਾਣੀਆਂ, ਭੁੱਖਾਂ ਦੇ ਲਤਾੜੇ ਹੁਣ ਲਹਿਰ ਬਣ ਗਏ ਨੇ, ਇਸੇ ਲਈ ਤਾਂ ਤੇਰੇ ਲਈ ਉਹ ਜ਼ਹਿਰ ਬਣ ਗਏ ਨੇ, ਝੰਡਿਆਂ 'ਚ ਡੰਡਾ ਬੱਚਾ ਬੱਚਾ ਪਾਈ ਫਿਰਦਾ ਏ, ਤਖਤਾਂ ਦੇ ਲਈ ਤੇਰੇ ਕਹਿਰ ਬਣ ਗਏ ਨੇ, ਜਜ਼ਬੇ ਨੀ ਠੰਡੇ ਕਰ ਸਕਦਾ ਤੇਰਾ ਜੋ ਬੁਛਾੜਾਂ ਵਾਲਾ ਪਾਣੀਆਂ, ਤੇਰਿਆਂ ਸਵਾਗਤੀ ਜੇ ਗੇਟਾਂ ਤੋਂ ਡੱਕੀਆਂ ਨੀ ਜਾਣੀਆਂ ਬਗਾਵਤਾਂ,